ਲੋ ਜੀ, ਪੰਜਾਬੀ ਦਾ ਅਕੈਡਮੀ ਦੇ ਕੀਮਤੀ ਗੱਲਾਂ ਵੱਲੋਂ ਅੱਜ ਦੇ ਰਵੇ ਮੰਚ ਤੇ ਸਭ ਦੋਸਤਾਂ ਮਿੱਤਰਾਂ ਨੂੰ ਜੀ ਆਇਆਂ ਨੂੰ ਆਖਦੇ ਆ। ਅੱਜ ਦੀ ਖਾਸ ਇਹ ਜਿਹੜੀ ਬੈਠਕ ਹੈ ਔਰ ਇੰਟਰਵਿਊ ਹੈ, ਇਹ ਦੋਵੇਂ ਚੀਜ਼ਾਂ ਸਾਂਝੀਆਂ ਨੇ। ਅੱਜ ਇੰਟਰਵਿਊ ਵੀ ਹੈ ਸਾਡਾ ਔਰ ਇਹ ਤਿੰਨਾਂ ਸ਼ਾਇਰਾਂ ਕੋਲ ਉਹਨਾਂ ਦਾ ਕਲਾਮ ਵੀ ਸਾਂਝਾ ਕਰਨਾ ਹੈ। ਸਾਡੇ ਸੁਣਨ ਵਾਲਿਆਂ ਦੀ ਬੜੀ ਇਹ ਸੀ ਪੁਰਾਣੀ ਉਹਨਾਂ ਦੀ ਸੱਦਰ ਕੇ ਕਵਿਤਾ ਦੇ ਬੰਦੇ ਕੋਈ ਨਾ ਦੋਵਾਂ ਪੰਜਾਬਾਂ ਤੋਂ ਸੱਦੋ। ਤੇ ਅਸੀਂ ਜਿਸ ਤਰ੍ਹਾਂ ਪਹਿਲੇ ਤਿੰਨ ਲੋਕ ਉਧਰੋਂ ਚੁਣੇ, ਬੜੇ ਸੋਹਣੇ ਕਵਿਤਾ ਲਿਖਣ ਵਾਲੇ, ਤੇ ਅਗਲੇ ਪ੍ਰੋਗਰਾਮ 'ਚ ਲਹਿੰਦੇ ਪੰਜਾਬ ਚੋਂ ਸੁਣਾਂਗੇ ਅਸੀਂ ਤਿੰਨ ਬੰਦਿਆਂ ਨੂੰ। ਤੇ ਇਸ ਅੱਜ ਜਿਹੜੇ ਸਾਡਾ ਮਹਿਮਾਨ ਨੇ ਸਾਡੇ ਸ਼ਾਇਰ ਸਵਾਮੀ ਅੰਕੁਰ ਨੀਰਵ, ਬਹੁਤ ਸੋਹਣੀ ਕਵਿਤਾ ਲਿਖਦੇ ਨੇ ਜਿਹਨੂੰ ਅਸੀਂ ਨਜ਼ਮ ਕਹਿੰਦੇ ਆ ਇਸ ਪਾਸੇ। ਤੇ ਦੂਜੇ ਸਾਡੇ ਦੋਸਤ ਗੁਰਪ੍ਰੀਤ ਧਰੀ ਨੇ, ਬੜੇ ਸੋਹਣੇ ਸ਼ਾਇਰ ਨੇ ਔਰ ਦੋਵਾਂ ਪੰਜਾਬਾਂ 'ਚ ਲੋਕ ਇਹਨਾਂ ਨੂੰ ਜਾਣਦੇ ਉਹਨਾਂ ਦੇ ਕੰਮ ਦੀ ਵਜ੍ਹਾ ਤੋਂ। ਔਰ ਜਿਹੜੇ ਸਾਡੇ ਤੀਜੇ ਅੱਜ ਦੇ ਚੇਚੇ ਪ੍ਰਾਹੁਣੇ ਨੇ ਜਗਦੀਪ ਸਿੱਧੂ, ਉਹ ਨਾ ਸਿਰਫ ਬਹੁਤ ਸੋਹਣੇ ਲਿਖਾਰੀ ਔਰ ਸ਼ਾਇਰ ਨੇ ਬਲਕਿ ਉਹਨੇ ਸੋਹਣੇ ਬੁਲਾਰ ਵੀ ਨੇ। ਉਹਨਾਂ ਦੇ ਕੁਝ ਮੈਂ ਸੁਣਿਆ ਉਹਨਾਂ ਦੇ ਇੰਟਰਵਿਊ ਜਿਹੜੇ ਉਹਨੇ ਕੀਤੇ ਨੇ, ਤੇ ਇਹਨਾਂ ਦੇ ਅੱਜ ਮੌਜੂਦਗੀ ਅਸੀਂ ਫਾਇਦਾ ਚੁੱਕਾਂਗੇ ਕਿ ਨਵਾਂ ਇੱਕ ਪੈਟਰਨ ਬਣਾਵਾਂਗੇ ਅੱਜ ਕਿ ਸਾਡੇ ਜਿਹੜੇ ਪ੍ਰਾਹੁਣੇ ਨੇ ਆਪਸ ਵਿੱਚ ਕੋਈ ਸਵਾਲ ਦੋਸਤ ਇੱਕ ਦੂਜੇ ਨੂੰ ਕਰ ਸਕਣ ਤਾਂ ਕਿ ਇੱਕ ਬੈਠਕ ਦਾ ਸਮਾਂ ਬਚ ਸਕੇ। ਤੇ ਸਭ ਦੋਸਤਾਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਅਕੈਡਮੀ ਤੇ ਕੀਮਤੀ ਗੱਲਾਂ ਵੱਲੋਂ। ਤੁਹਾਡਾ ਧੰਨਵਾਦ, ਤੁਸੀਂ ਇੰਨਾ ਟਾਈਮ ਕੱਢਿਆ। ਤੇ ਤੁਹਾਡਾ ਅੱਛਾ ਸਰ, ਸਾਡੇ ਨਾ ਜੀ ਇਸ ਪਾਸੇ ਲਹਿੰਦੇ ਪੰਜਾਬ 'ਚ ਥੋੜਾ ਘੱਟ ਹੈਗਾ ਹੈ ਕਵਿਤਾ ਦਾ ਰਿਵਾਜ, ਖਾਸ ਤੌਰ ਤੇ ਖੁੱਲੀ ਕਵਿਤਾ ਜਿਹਨੂੰ ਅਸੀਂ ਆਜ਼ਾਦ ਨਜ਼ਮ ਕਹਿੰਦੇ ਹਾਂ। ਲੇਕਿਨ ਚੜ੍ਹਦੇ ਪੰਜਾਬ 'ਚ ਦੀ ਬੜੀ ਤਗੜੀ ਤਾਰੀਖ ਹੈ ਦੀ। ਔਰ ਮੈਂ ਨਾ ਜੀ ਮੈਂ ਵੀ ਬਹੁਤ ਅਰਸਾ ਪਹਿਲੇ ਇੱਕ ਕਵਿਤਾ ਲਿਖੀ ਸੀ ਔਰ ਜਿਵੇਂ ਜ਼ਿਆਦਾ ਲੋਕ ਨਾ ਜਿਹਨੂੰ ਉਸ ਸਤ੍ਹਾ ਦੀ ਸ਼ਾਇਰੀ ਨਹੀਂ ਸਮਝਦੇ, ਲੇਕਿਨ ਹੁਣ ਸ਼ੌਰ ਜਿਹੜਾ ਹੈ ਜੋ ਆਉਂਦਾ ਜਾ ਰਿਹਾ, ਲੋਕ ਇਹਨੂੰ ਵੀ ਉਸ ਸ਼ਾਇਰੀ ਦੇ ਮੁਕਾਮ ਤੇ ਲੈ ਆਏ ਨੇ। ਉਹਦੇ 'ਚ ਤੁਹਾਡੇ ਦੋਸਤਾਂ ਦਾ ਬੜਾ ਹਿੱਸਾ ਹੈ ਜਿਨ੍ਹਾਂ ਨੇ ਇਹਦੇ 'ਚ ਲਿਖਿਆ, ਅੱਛੇ ਵਿਚਾਰ ਲੈ ਕੇ ਆਏ ਔਰ ਲੋਕਾਂ ਨੂੰ ਦੱਸਿਆ ਕਿ ਵਜ਼ਨ ਔਰ ਔਜ਼ਾਨ ਔਰ ਗਹਿਰਾ ਦੇ ਨਾਲ ਨਾਲ ਅੱਛਾ ਖਿਆਲ ਵੀ ਜਿਹੜਾ ਸ਼ਾਇਰੀ ਲਈ ਬਹੁਤ ਜ਼ਰੂਰੀ ਹੈ। ਤੇ ਉਹ ਮੈਂ ਇੱਕ ਕਵਿਤਾ ਲਿਖੀ ਸੀ, ਲੇਕਿਨ ਉਹ ਕਦੀ ਕਿਸੇ ਨੂੰ ਸੁਣਾ ਨਾ ਸਕਿਆ। ਲੇਕਿਨ ਤੁਹਾਡੇ ਆਉਣ ਦੀ ਬਰਕਤ ਨਾਲ ਮੈਨੂੰ ਵੀ ਮੌਕਾ ਮਿਲ ਗਿਆ ਕਿ ਮੈਂ ਵੀ ਆਪਣੀ ਖੁੱਲੀ ਕਵਿਤਾ ਕਿਸੇ ਨਾਲ ਸਾਂਝੀ ਕਰਾਂ। ਉਹਦੇ ਪਿੱਛੇ ਇੱਕ ਚਾਹ ਸੀ ਕਿ ਜਦੋਂ ਘਰ ਚੇਚੇ ਪ੍ਰਾਹੁਣੇ ਆਉਂਦੇ ਨੇ, ਪੰਜਾਬ 'ਚ ਹਰ ਪ੍ਰਾਹੁਣਾ ਹੀ ਚੇਚਾ ਹੁੰਦਾ, ਤੇ ਕੋਸ਼ਿਸ਼ ਕਰਦੇ ਨੇ ਸਾਰੇ ਸਾਥੀ ਸੰਜੀ ਕਿ ਉਹਨਾਂ ਦੇ ਅੱਗੇ ਮਨ ਭਾਵਨਾ ਕੋਈ ਖਾਣਾ ਰੱਖੀਏ। ਤੇ ਕਿਉਂਕਿ ਤੁਸੀਂ ਖੁੱਲੀ ਕਵਿਤਾ ਲਿਖਣ ਦੇ ਵੱਡੇ ਨਾ ਹੋ, ਤੇ ਮੈਂ ਵੀ ਇੱਕ ਛੋਟੀ ਜਿਹੀ ਜਿਹੜੀ ਆਪਣੀ ਅਰਜ਼ੋਈ ਹੈ ਉਹ ਪੇਸ਼ ਕਰਨਾ ਜੀ ਮੇਜ਼ਬਾਨ ਹੋਣ ਦੇ ਨਾਤੇ। ਕਿ ਜਦੋਂ ਕੋਈ ਬੋਲਦਾ ਹੈ, ਜਦੋਂ ਕੋਈ ਬੋਲਦਾ ਹੈ ਸਾਨੂੰ ਜਾਪਦਾ ਹੈ ਆਪਣੇ ਬਾਰੇ ਕੁਝ ਦੱਸਣਾ ਚਾਹੁੰਦਾ ਹੈ। ਜਦੋਂ ਕੋਈ ਬੋਲਦਾ ਹੈ ਸਾਨੂੰ ਜਾਪਦਾ ਹੈ ਆਪਣੇ ਬਾਰੇ ਕੁਝ ਦੱਸਣਾ ਚਾਹੁੰਦਾ ਹੈ। ਅਸਾਂ ਆਪਣੇ ਵੱਡਿਆਂ ਤੋਂ ਸੁਣਿਆ ਸੀ ਕਿਸੇ ਬੰਦੇ ਦੀ ਪਛਾਣ ਉਹਦੇ ਗੱਲ ਕੀਤਿਆਂ ਹੀ ਹੁੰਦੀ ਹੈ। ਕਿਸੇ ਬੰਦੇ ਦੀ ਪਛਾਣ ਉਹਦੇ ਗੱਲ ਕੀਤਿਆਂ ਹੀ ਹੁੰਦੀ ਹੈ। ਸਾਨੂੰ ਕਈ ਵਾਰੀ ਪਤਾ ਹੀ ਨਾ ਲੱਗਿਆ ਕਿ ਪਈ ਅੱਖਰਾਂ ਦੀ ਕੰਧ ਉੱਤੇ ਕਿੰਨਾ ਕੁਝ ਲੁਕਾ ਰਿਹਾ ਹੈ। ਸਾਨੂੰ ਕਈ ਵਾਰ ਪਤਾ ਹੀ ਨਾ ਲੱਗਿਆ ਕਿ ਅੱਖਰਾਂ ਦੀ ਕੰਧ ਉੱਤੇ ਕਿੰਨਾ ਕੁਝ ਲੁਕਾ ਰਿਹਾ ਹੈ। ਅੱਖੋਂ ਓਲੇ ਹੋਇਆ ਲੱਭ ਜਾਂਦਾ ਹੈ, ਪਰ ਅੱਖਰੋਂ ਓਲੇ ਵੇਖਣ ਲਈ ਗਿਆਨ ਦਾ ਦੀਵਾ ਬਾਲਣਾ ਪੈਂਦਾ। ਬਿਲਕੁਲ। ਅੱਖੋਂ ਓਲੇ ਹੋਇਆ ਲੱਭ ਜਾਂਦਾ ਹੈ, ਪਰ ਅੱਖਰਾਂ ਓਲੇ ਵੇਖਣ ਲਈ ਗਿਆਨ ਦਾ ਦੀਵਾ ਬਾਲਣਾ ਪੈਂਦਾ ਹੈ। ਸਿਆਣਿਆਂ ਦੀ ਹਰ ਗੱਲ ਸਿਆਣੀ ਨਹੀਂ ਹੁੰਦੀ। ਸਿਆਣਿਆਂ ਦੀ ਹਰ ਗੱਲ ਸਿਆਣੀ ਨਹੀਂ ਹੁੰਦੀ। ਬਹੁਤ ਸ਼ੁਕਰੀਆ ਜੀ। ਇਹ ਚੁੱਕੇ ਮੇਰੀ ਪਹਿਲੀ ਕੋਸ਼ਿਸ਼ ਸੀ ਔਰ ਤੁਹਾਡੇ ਸਾਹਮਣੇ ਸੁਣਾਉਣਾ ਤੇ ਚਿਰਾਗ ਨੂੰ ਸੂਰਜ ਨੂੰ ਚਿਰਾਗ ਵਹਾਣਾ ਹੈ, ਦੀਵਾ ਵਹਾਣਾ। ਵਧੀਆ ਕੋਸ਼ਿਸ਼, ਵਧੀਆ ਕੋਸ਼ਿਸ਼। ਤੇ ਮੇਰੀ ਦਰਖਾਸਤ ਹੋਏਗੀ ਸਾਡੇ ਚ ਗੁਰਪ੍ਰੀਤ ਭਾਈ ਵੇਖਣ ਦੀ ਸੀਰੀਅਲ ਲੱਗਦੇ ਨੇ, ਤੇ ਉਹ ਜਿਹਨਾਂ ਦਾ ਕੰਮ ਵੀ ਜਿਹੜਾ ਸਾਡੇ ਨਾਲ, ਅਸੀਂ ਚਾਹਾਂਗੇ ਕਿ ਸਭ ਤੋਂ ਪਹਿਲੇ ਸਵਾਮੀ ਨੀਰਵ ਨੂੰ ਰਹਿਮਤ ਦਈਏ ਕਿ ਉਹ ਆਪਣਾ ਕਲਾਮ ਸਾਂਝਾ ਕਰੇ। ਇਹਨਾਂ ਬਾਰੇ ਮੈਂ ਦੱਸ ਦਿਆਂ ਕਿ ਇਹਨਾਂ ਦੀ ਜਿਹੜੀ ਕਿਤਾਬ ਹੈ ਕੁਝ ਬਾਕੀ ਹੈ 2019-26 ਦੀ, ਔਰ ਇਹ ਕਲੀਨਿਕਲ ਸਾਈਕੋਲੋਜਿਸਟ ਨੇ
ਔਰ ਨਾਲ ਇਹ ਹਰਬਲਿਸਟ ਨੇ। ਔਰ ਸਵਾਮੀ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਹਨਾਂ ਦਾ ਕਿੰਨਾ ਫਾਇਦਾ ਹੈ ਇਨਸਾਨਾਂ ਨੂੰ, ਬੰਦਿਆਂ ਨੂੰ। ਤੇ ਏਡੇ ਗੁਣ ਵਾਲੇ ਬੰਦਿਆਂ ਨੂੰ ਜੀਆਂ ਨੂੰ ਆਖਦੇ ਅਸੀਂ ਸ਼ਾਇਰੀ ਦੇ ਨਾਲ ਇਹ ਨਾ ਹੋਵੇ ਸਾਡੇ ਸੁਣਨ ਵਾਲੇ ਕਹਿ ਦੇਣਗੇ ਅਸੀਂ ਇਹਨਾਂ ਕੋਲੋਂ ਬਾਕੀ ਸ਼ਾਮਾਂ ਪੁੱਛਣੀਆਂ ਹਰਬਲ ਦੇ ਹਵਾਲੇ ਨਾਲ, ਤੇ ਉਹ ਅਸੀਂ ਹੋਰ ਸੈਸ਼ਨ ਰੱਖਾਂਗੇ। ਤੇ ਸਵਾਮੀ ਜੋ ਹੀ ਵਾਪਸ ਆਉਂਦੇ ਨੇ, ਨੈਟਵਰਕ ਦਾ ਉਹਨਾਂ ਦਾ ਮਸਲਾ ਆ ਰਿਹਾ ਹੈ, ਉਹਨਾਂ ਨੂੰ ਦਰਖਾਸਤ ਕਰਨੇ ਹੈ ਕਿ ਆਪਣਾ ਕਲਾਮ ਪੇਸ਼ ਕਰਨ। ਇਸ ਤੋਂ ਪਹਿਲਾਂ ਕਿ ਫਿਰ ਕੋਈ ਰੌਲਾ ਬਣ ਜਾਏ ਉਧਰ। जी श्री स्वामी जी। बिल्कुल जी, बिल्कुल। उसने क्या उसने कहा घर नू कविता तू ज्यादा फुल्लां बूटियां दी लोड़ है। वाह वाह। उसने कहा घर नू कविता तू ज्यादा फुल्लां बूटियां दी लोड़ है, मैं फुल बीजांगी। उसने कहा घर नू कविता तू ज्यादा फुल्लां बूटियां दी लोड़ है, मैं फुल बीजांगी। मेरी मन तू भी फुल ही बीजी, कविता अपने आप उगावेगी। वाह 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 वाह, बहुत खूब जी। मेरी मन तू ही फुल ही बीजी, क्या बात है, क्या बात। वो उन्हों का नैटवर्क जो लग रहा है कि मसला कुछ ज्यादा है, क्योंकि बार बार डिस्कनेक्ट हो रहा है। लेकिन चलो घर नू उसने कहा घर नू कविता तू ज्यादा फुल्लां बूटियां दी लोड़ है, मैं फुल बीजांगी। मेरी मन तू भी फुल ही बीजी, कविता अपने आप उगावेगी। क्या बात, अपने आप उगावेगी। बहुत खूब जी, बहुत। कविता का नवा रंग तुसीं दस्सिया है कि वो फुल भी अपने आप उगा सकदी। वाह जी। उदासी जी। जद उदास हुंदी हां, चिड़ियां वल कंन धरदी हां। जद उदास हुंदी हां, चिड़ियां वल कंन धरदी हां। छत ते दाना पानी रख, उन्हां दे आउण दी उड़ीक करदी। वाह वाह। जद उदास हुंदी हां, चिड़ियां वल कंन धरदी हां। छत ते दाना पानी रख, उन्हां दे आउण दी उड़ीक करदी हां। ओ जद उदास हुंदा है, ਉਹ ਜਦ ਉਦਾਸ ਹੁੰਦਾ ਹੈ, ਬੰਦੂਕ ਚੁੱਕ ਨਿਕਲ ਜਾਂਦਾ ਹੈ। ਕੀ ਬਾਤ, ਵਾਹ ਵਾਹ ਵਾਹ। ਉਹ ਜਦ ਉਦਾਸ ਹੁੰਦਾ ਹੈ, ਬੰਦੂਕ ਚੁੱਕ ਨਿਕਲ ਜਾਂਦਾ ਹੈ। ਸ਼ਾਮਾਂ ਵੇਲੇ ਉਹ ਖੁਸ਼ ਹੁੰਦਾ ਹੈ, ਮੈਂ ਹੋਰ ਉਦਾਸ। ਸ਼ਾਮਾਂ ਵੇਲੇ ਉਹ ਖੁਸ਼ ਹੁੰਦਾ ਹੈ, ਮੈਂ ਹੋਰ ਉਦਾਸ। ਵਾਹ, ਬਹੁਤ ਖੂਬ, ਬਹੁਤ ਖੂਬ। ਅੱਛਾ ਸੀ ਜਗਦੀਪ ਭਾਈ ਸੀ ਉਹਨਾਂ ਦੇ ਦੁਬਾਰਾ ਲਾਈਨ ਤੇ ਆਉਣ ਤੱਕ, ਬਲਕਿ ਉਹ ਆ ਗਏ ਨੇ ਜੀ ਸਰ। ਬਾਰ-ਬਾਰ ਡਰਾਪ ਹੋ ਰਿਹਾ ਹੈ। ਕਿਤਾਬਾਂ ਝੂਠ ਬੋਲਦੀਆਂ ਨੇ ਜੀ। ਸਮੁੰਦਰ ਦੀ ਸਿਆਹੀ ਨਾਲ, ਗੁਰਪ੍ਰੀਤ ਭਾਈ, ਸਮੁੰਦਰ ਦੀ ਸਿਆਹੀ ਨਾਲ ਜੰਗਲਾਂ ਦੀ ਕਲਮ ਘੜ ਕੇ, ਵਾਹ, ਧਰਤੀ ਨੂੰ ਕਾਗਜ਼ ਕਰਕੇ ਲਿਖੀ ਕਿਤਾਬ ਮੈਂ ਕਿਤੇ ਨਹੀਂ ਡਿੱਠੀ। ਸਮੁੰਦਰ ਦੀ ਸਿਆਹੀ ਨਾਲ ਜੰਗਲਾਂ ਦੀ ਕਲਮ ਘੜ ਕੇ, ਧਰਤੀ ਨੂੰ ਕਾਗਜ਼ ਕਰਕੇ ਲਿਖੀ ਕਿਤਾਬ ਮੈਂ ਕਿਤੇ ਨਹੀਂ ਡਿੱਠੀ। ਕਿਤਾਬਾਂ ਝੂਠ ਬੋਲਦੀਆਂ ਨੇ। ਕੀ ਬਾਤ ਹੈ, ਵਾਹ ਵਾਹ। ਕਿਤਾਬਾਂ ਝੂਠ ਬੋਲਦੀਆਂ ਨੇ। ਮੈਂ ਜਿਸ ਕੁੜੀ ਨੂੰ ਪਿਆਰ ਕਰਦਾ ਹਾਂ, ਉਸ ਦਾ ਨਾਂ ਕਿਸੇ ਕਿਤਾਬ ਵਿੱਚ ਨਹੀਂ ਹੈ। ਮੈਂ ਜਿਸ ਕੁੜੀ ਨੂੰ ਪਿਆਰ ਕਰਦਾ ਹਾਂ, ਉਸ ਦਾ ਨਾਂ ਕਿਸੇ ਕਿਤਾਬ ਵਿੱਚ ਨਹੀਂ। ਵਾਹ ਵਾਹ ਵਾਹ, ਬਹੁਤ ਅੱਛਾ ਸਵਾਮੀ ਜੀ। ਜਗਦੀਪ ਭਾਈ ਸੀ ਨਾਲ ਚਾਹੁੰਦੇ ਸਾਂ ਕਿ ਥੋੜਾ ਨਾ ਜੀ ਇਹ ਵੀ ਦੋ ਦਰਸ਼ਕਾਂ ਨੂੰ ਦੱਸੀ ਜਾਈਏ ਕਿ ਤੁਹਾਡਾ ਜਿਹੜਾ ਸ਼ੇਰ ਦੇ ਨਾਲ ਤਾਲੁਕ ਹੈ, ਜਾਂ ਤੁਹਾਡਾ ਜਿਹੜਾ ਸ਼ੇਰੀ ਜੀਵਨ ਹੈ, ਕਿੱਥੋਂ ਸ਼ੁਰੂ ਹੋਇਆ। ਤੇ ਤੁਹਾਡੇ ਤੋਂ ਬੇਨਤੀ ਹੈ ਕਿ ਤੁਸੀਂ ਦੱਸੋ ਤੱਕ, ਜਦੋਂ ਤੱਕ ਉਹ ਆ ਜਾਣ ਫਿਰ ਅਸੀਂ ਨੈਟ ਦੇ ਮੁਤਾਬਕ ਪ੍ਰੋਗਰਾਮ ਚਲਾ ਲਾਂਗੇ, ਜਿਵੇਂ ਸਾਨੂੰ ਚਲਾਉਣਾ ਹੈਗਾ। ਮੇਰੀ ਆਵਾਜ਼ ਆ ਰਹੀ ਹੈ ਨਾ ਤੁਹਾਨੂੰ? ਜੀ ਬਿਲਕੁਲ ਆ ਰਹੀ। ਅੱਛਾ, ਮੈਂ ਉਹਨਾਂ ਦਾ ਮਾਈਕ ਬੰਦ ਕੀਤਾ ਹੈ, ਗੁਰਪ੍ਰੀਤ ਹਰਾਂ ਦਾ, ਉਹਦੇ ਚ ਸ਼ੋਰ ਆ ਰਿਹਾ ਸੀ। ਜਦੋਂ ਬੋਲਣਾ ਚਾਹਣਗੇ ਡਿਊਲ ਵੌਇਸ ਆ ਰਹੀ ਹੈ ਹਨਾ ਉਹਨਾਂ ਥੋੜਾ। ਅੱਛਾ, 2014 ਚ ਮੇਰੀ ਪਹਿਲੀ ਕਿਤਾਬ ਆਈ ਸੀ ਜੀ, ਜਾਣਦੇ ਮੈਨੂੰ। ਹਾਂਜੀ, ਗੁਰਪ੍ਰੀਤ ਭਾਜੀ ਵੀ ਜਦੋਂ ਆਪਾਂ ਰਿਲੀਜ਼ ਕੀਤੀ ਸੀ ਵੀ ਨਾਲ ਹੀ ਸੀ ਸਾਡੇ।
ਤੇ ਉਸ ਤੋਂ ਬਾਅਦ ਫਿਰ ਮੇਰੀ 2018 ਚ ਇਉਂ ਵੀ ਦੇਖਣਾ ਹੈ ਕਵਿਤਾ ਦੀ ਕਿਤਾਬ ਆਈ ਸੀ। ਵਾਹ ਵਾਹ। ਤੇ ਉਸ ਤੋਂ ਬਾਅਦ 2019 ਚ ਕਾਵਿ ਚਿੱਤਰ ਹੁੰਦੇ ਨੇ ਜੀ, ਪੋਇਟਿਕ ਸਕੈਚਸ, ਅੱਛਾ ਜੀ। ਉਹਨਾਂ ਦੀ ਕਿਤਾਬ ਆਈ ਸੀ ਕੁਝ ਪਿਆਰੇ ਕੁਝ ਨਿਆਰੇ, ਜਿਨ੍ਹਾਂ ਵਿੱਚ ਗੁਰਪ੍ਰੀਤ ਹੋਰਾਂ ਦਾ ਕਾਵਿ ਚਿੱਤਰ ਵੀ ਸ਼ਾਮਲ ਸੀਗਾ। ਅੱਛਾ ਜੀ ਵਾਹ। ਹਾਂ, ਉਹਨਾਂ ਨੂੰ ਇੱਕ ਮੱਦੇ ਨਜ਼ਰ ਰੱਖ ਕੇ, ਇੱਕ ਪਰਸਨੈਲਿਟੀ ਨੂੰ ਮੱਦੇ ਨਜ਼ਰ ਰੱਖ ਕੇ ਆਪਾਂ ਉਹਨਾਂ ਤੇ ਉਹਨਾਂ ਦੁਆਰੇ ਇੱਕ ਕਵਿਤਾ ਦਾ ਉਸਾਰ ਕਰਦੇ ਹਾਂ। ਜੀ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਕੁਝ ਅਨੁਵਾਦ ਕੀਤਾ। ਹਿੰਦੀ ਦੇ ਬਹੁਤ ਵੱਡੇ ਕਵੀ ਨੇ ਨਰੇਸ਼ ਸਕਸੇਨਾ ਜੀ, ਜੀ ਸਮੁੰਦਰ ਤੇ ਹੋ ਰਹੀ ਬਾਰਿਸ਼, ਉਹਨਾਂ ਦੀਆਂ ਚੋਣਵੀਆਂ ਕਵਿਤਾਵਾਂ ਲੈ ਕੇ ਉਹਨਾਂ ਦਾ ਮੈਂ ਕੁਝ ਅਨੁਵਾਦ ਕੀਤਾ। ਉਹ ਵਾਹ। ਅਲੱਗ ਤਰ੍ਹਾਂ ਦਾ ਪੋਇਟਿਕ ਸਟਰਕਚਰ ਸੀ ਉਹਨਾਂ ਦਾ। ਇਹ ਤੇ ਉਸ ਬੜੀ ਤੋਂ ਵੱਡੀ ਗੱਲ ਬਾਅਦ ਜੀ, ਤੁਸੀਂ ਆਪਣੇ ਨਾਲ ਨਾਲ ਹਾਂਜੀ, ਤੁਸੀਂ ਦੂਜੇ ਸ਼ਾਇਰਾਂ ਦਾ ਵੀ ਧਿਆਨ ਰੱਖਿਆ, ਵਰਨਾ ਤੇ ਅਕਸਰ ਲੋਕ ਆਪਣੇ ਤੋਂ ਬਾਹਰ ਨਿਕਲਦੇ ਹੀ ਨਹੀਂ। ਨਹੀਂ, ਉਹ ਅਨੁਵਾਦ ਕਰਨਾ ਫਿਰ ਚੰਗੀ ਚੀਜ਼ ਲੋਕਾਂ ਸਾਹਮਣੇ ਲੈ ਕੇ ਆਉਣਾ ਥੋੜਾ ਜਿਹਾ ਅੱਛਾ, ਚੰਗਾ ਲੱਗਦਾ ਕਿ ਤੁਹਾਡੀਆਂ ਪਤਾ ਲੱਗੇ ਕਿ ਜੀ ਮੈਂ ਪੜ੍ਹ ਰਿਹਾ ਸਰ, ਤੁਹਾਡੇ 3 ਕਵਿਤਾ ਦੀਆਂ ਕਿਤਾਬਾਂ ਨੇ ਤੁਹਾਡੀਆਂ। ਹਾਂਜੀ 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 ਜੀ ਉਸ ਤੋਂ ਇਲਾਵਾ ਤੁਹਾਡਾ ਬਹੁਤ ਸਾਰਾ ਕੰਮ ਹੈ। ਜਿਹੜੀ ਜਾਣਦੇ ਮੈਨੂੰ, ਪਹਿਲੀ ਕਿਤਾਬ ਜਾਣਦੇ ਮੈਨੂੰ ਸੀ ਜੀ। ਹਾਂਜੀ, ਜਾਣਦੇ ਮੈਨੂੰ ਸੀ, ਅੱਛਾ 2014 ਚ ਆਈ ਸੀ। ਅੱਛਾ, ਦੂਜੀ ਸੀ ਕਿ ਉਵੇਂ ਹੀ ਵੇਖਣਾ ਪੈਂਦਾ ਹੈ ਜੀ। ਕਿਉਂ ਵੀ ਦੇਖਣਾ ਹੈ। ਵਾਹ, ਐਵੇਂ ਵੀ ਕਿਉਂ ਉਵੇਂ ਵੀ ਦੇਖਣਾ ਹੈ। ਅੱਛਾ, ਬੜਾ ਹਾਂਜੀ ਪਿਆਰਾ ਹਾਂਜੀ ਨਾਂ ਹੈ, ਬੜਾ ਸਾਦਾ ਔਰ ਸਿੱਧੇ ਸਿੱਧੇ ਸ਼ਬਦਾਂ 'ਚ ਬੜਾ ਵੱਡਾ ਪੈਗਾਮ ਹੈ। ਹਾਂਜੀ ਹਾਂਜੀ, ਚੀਜ਼ਾਂ ਨੂੰ ਆਪਣੇ ਨਜ਼ਰੀਏ ਨਾਲ ਦੇਖਣਾ, ਵੀ ਕਿਸ ਤਰ੍ਹਾਂ ਇੱਕ ਪੋਇਟਿਕ ਸਟਰਕਚਰ ਬਣਦਾ ਹੈ ਹਨਾ, ਕਿਸ ਤਰ੍ਹਾਂ ਤੁਸੀਂ ਦੇਖਣਾ, ਵਿਜ਼ਨ ਤੁਹਾਡਾ ਉਸ ਨਾਲ ਸੰਬੰਧਿਤ ਸਾਰਾ ਕੁਛ। ਅਸੀਂ ਸਵਾਮੀ ਜੀ ਨਾਲ ਹੀ ਨਾ ਤਾਰਫ ਲਿਆ ਜਗਦੀਪ ਵੀਰ ਹਰਾਂ ਦਾ, ਬਿਲਕੁਲ ਤੇ ਬਿਲकुल ਜੀ, ਤੁਹਾਨੂੰ ਮੈਂ ਨਾਲ ਸੁਣ ਨਾਲ ਰਿਹਾ। ਸੁਣਦੇ ਰਹਾਂਗੇ। ਅਸੀਂ ਸੋਚਿਆ ਕਿ ਅਸੀਂ ਨੈਟ ਦੇ ਮੁਤਾਬਕ ਪ੍ਰੋਗਰਾਮ ਚਲਾਉਣਾ ਹੈ ਜੀ। ਗੁਰਪ੍ਰੀਤ ਵੀਰ ਜੀ, ਤੁਸੀਂ ਦੱਸਣਾ ਪਸੰਦ ਕਰੋ ਕਿ ਤੁਹਾਡਾ ਜਿਹੜਾ ਹੈ ਸ਼ੇਰ ਦੇ ਨਾਲ ਤਾਲਕ ਇਹ ਕਦੋਂ ਜੁੜਿਆ? ਹਾਂਜੀ, ਜੀ ਆ ਰਹੀ ਆਵਾਜ਼। ਮੈਂ 1996 ਦੇ ਵਿੱਚ ਮੇਰੀ ਪਹਿਲੀ ਕਿਤਾਬ ਆਈ, ਬਹੁਤ ਪੁਰਾਣੀ ਗੱਲ ਥੋੜਾ ਜਿਹਾ ਉੱਚੀ ਤੁਹਾਨੂੰ ਬੋਲਣਾ ਪਏਗਾ, ਥੋੜਾ ਜਿਹਾ। ਹਾਂਜੀ, ਜਿਹਦਾ ਨਾਂ ਸੀ ਸ਼ਬਦਾਂ ਦੀ ਮਰਜ਼ੀ। ਇਹ ਮੇਰੀ ਪਹਿਲੀ ਕਿਤਾਬ ਸੀ ਜਿਹੜੀ 1996 ਦੇ ਵਿੱਚ ਛਪੀ। ਅੱਛਾ ਜੀ। ਆਵਾਜ਼ ਆ ਰਹੀ ਹੈ ਜੀ ਸਾਰੇ ਦੋਸਤਾਂ ਨੂੰ? ਹਾਂਜੀ, ਆ ਰਹੀ ਆਵਾਜ਼ ਆ ਰਹੀ ਹੈ। ਤੇ ਫਿਰ ਉਸ ਤੋਂ ਬਾਅਦ 2001 ਦੇ ਵਿੱਚ ਦੂਸਰੀ ਕਿਤਾਬ ਛਪੀ ਕਵਿਤਾ ਦੀ, ਉਹਦਾ ਨਾਮ ਸੀ ਅਕਾਰਨ। ਔਰ ਇਸ ਤੋਂ ਬਾਅਦ ਫਿਰ ਤੀਸਰੀ ਕਿਤਾਬ ਜਿਹੜੀ ਉਹ 2010 ਦੇ ਵਿੱਚ ਆਈ, ਉਹਦਾ ਨਾਮ ਸੀ ਸਿਆਹੀ ਭੁਲੀ ਹੈ। ਔਰ ਜਿਹੜੀ ਮੇਰੀ ਲੇਟੈਸਟ ਕਿਤਾਬ ਹੈ ਉਹ 2016 ਚ ਆਈ ਹੈ ਕਵਿਤਾ ਦੀ, ਉਹਦਾ ਨਾਮ ਹੈ ਓਕ। ਓਕ ਨਾਲ ਅਸੀਂ ਅੱਛਾ ਪਾਣੀ ਪੀਂਦੇ ਆ। ਅੱਛਾ ਉਹ ਮੈਂ ਨਾਂ ਰੱਖਿਆ, ਤੇ ਉਸ ਵਿੱਚ ਥੋੜੀ ਜਿਹੀ ਨਜ਼ਮ ਵੀ ਇਹੀ ਹੈ ਕਿ ਓਕ ਜਿਹੜਾ ਹੈ, ਮੈਨੂੰ ਲੱਗਿਆ ਕਿ ਦੁਨੀਆ ਦਾ ਪਹਿਲਾ ਭਾਂਡਾ ਜਿਹੜਾ ਉਹ ਓਕ ਹੋਊਗਾ। ਉਸ ਤੋਂ ਵੀ ਜੀ 4 ਸਤਰਾਂ ਵੀ ਲਿਖੀਆਂ ਜਿਹੜੀਆਂ ਤੁਹਾਨੂੰ ਸੁਣਾਉਣੀਆਂ ਚਾਹਣਾ ਕਿ ਓਕ ਪਹਿਲਾ ਭਾਂਡਾ, ਓਕ ਵਾਹ ਪਹਿਲਾ ਭਾਂਡਾ, ਤੇ ਨੂੰ ਜਾਂਦਾ ਰਾਹ ਨਦੀ ਦਾ ਹਾਲ ਨਾ। ਵਾਹ। ਓਕ ਪਹਿਲਾ ਭਾਂਡਾ, ਤੇ ਨੂੰ ਜਾਂਦਾ ਰਾਹ ਨਦੀ ਦਾ ਆਲ ਨਾ। ਭਾਈ ਕਨਈਏ ਨੂੰ ਦੀਂਦਾ ਹਰ ਮੁਖ ਗੁਰੂ ਦਾ। ਵਾਹ ਆਹਾ। ਭਾਈ ਕਨਈਏ ਨੂੰ ਦੀਂਦਾ ਹਰ ਮੁਖ ਗੁਰੂ ਦਾ। ਕੀਮਾ ਮਲਕੀ ਦੀ ਗਾਥਾ ਦਾ ਮੰਗਲਾ ਚਰਨ। ਓਕ ਪਹਿਲਾ ਭਾਂਡਾ, ਤੇ ਨੂੰ ਜਾਂਦਾ ਰਾਹ। ਵਾਹ ਮੈਨੂੰ ਵਾਹ ਲੱਗਿਆ ਕਿ ਜਿਹੜੀ ਓਕ ਹੈ ਉਹ ਪਹਿਲਾ ਭਾਂਡਾ ਹੈ, ਤੇ ਸਾਰੀ ਜਿਹੜੀ ਸਿਰਜਣਾ, ਸਾਰੇ ਸਹਜ, ਸਾਰਾ ਤੇ ਜਿਹੜੀ ਸਾਡੀ ਪਿਆਸ ਜਿਹੜੀ ਹੈ, ਉਹਦਾ ਜੀ ਜੀ ਰਾਹ ਇੱਥੋਂ ਹੀ ਸ਼ੁਰੂ ਹੋਇਆ। ਤੇ ਇਹ 4 ਕਾਵਿ ਪੁਸਤਕਾਂ ਮੇਰੀਆਂ ਛਪੀਆਂ ਹੁਣ ਤੱਕ ਕਵਿਤਾ ਦੀਆਂ। ਇਸ ਤੋਂ ਬਿਨਾਂ ਜਿਹੜੀ ਮੇਰੀ ਨਵੀਂ ਕਿਤਾਬ ਹੁਣੇ ਆਈ ਉਹ ਡਾਇਰੀ ਦੇ ਪੰਨੇ ਆ। ਡਾਇਰੀ ਹੈ, ਉਹਦਾ ਨਾਮ ਹੈ ਰੱਖਿਆ ਸਹਿਜ ਸੁਭਾ। ਡੈਰੀ ਦੇ ਪੰਨੇ। ਹਾਂਜੀ, ਸਹਿਜ ਵਾਹ ਸੁਭਾ। ਉਹਦੇ ਵਿੱਚ ਮੈਂ ਵਾਹ ਡਾਇਰੀ ਲਿਖਦਾ ਕਦੇ ਕਦੇ, ਮਤਲਬ ਡਾਇਰੀ ਭਾਵੇਂ ਰੋਜ਼ ਦਾ ਕੰਮ ਹੁੰਦਾ, ਪਰ ਮੈਂ ਕਦੇ ਕਦੇ ਲਿਖਦਾ ਜਦੋਂ ਕੋਈ ਵੱਖਰੀ ਚੀਜ਼ ਜਿਹੜੀ ਮੈਨੂੰ ਲੱਗੇ ਕਿ ਇਹ ਲਿਖਣ ਯੋਗ ਹੈ, ਇਹ ਦੂਸਰਿਆਂ ਨੂੰ ਦੱਸਣ ਯੋਗ ਵੀ ਹੈ, ਉਹ ਕੁਝ ਚੀਜ਼ਾਂ ਮੈਂ ਕੱਢ ਕੇ ਆਪਣੀ ਇਸ ਨਵੀਂ ਕਿਤਾਬ ਦੇ ਵਿੱਚ ਪ੍ਰਕਾਸ਼ ਵਾਹ। ਤੇ ਅੱਛਾ, ਤੁਹਾਡੀ ਕਿਤਾਬ ਜਿਹੜਾ ਜ਼ਿਆਦਾ ਹਾਂਜੀ ਹਾਂਜੀ ਮਾਸਟਰ ਸ਼ਬਦਾਂ ਦੀ ਮਰਜ਼ੀ, ਮੈਂ ਜ਼ਿਆਦਾ ਉਹਦਾ ਸੁਣਿਆ ਮੈਂ ਬੜਾ ਨਾ ਨਾਂ ਬੜੇ ਲੋਕਾਂ ਕੋਲੋਂ। ਹਾਂਜੀ, ਇਹ ਕਿਤਾਬ 1996 ਚ ਸ਼ਬਦਾਂ ਦੀ ਮਰਜ਼ੀ ਆਈ, ਪਹਿਲੀ ਕਿਤਾਬ। ਔਰ ਜੀ ਜੀ ਉਦੋਂ ਵੀ ਤੇ ਮੈਨੂੰ ਹੁਣ ਤੱਕ ਵੀ ਇਹੀ ਲੱਗਦਾ, ਬਹੁਤ ਸਾਰੇ ਦੋਸਤ ਵੀ ਸਵਾਲ ਕਰਦੇ ਆ ਕਿ ਮਰਜ਼ੀ ਜਿਹੜੀ ਨਾ ਉਹ ਬੰਦੇ ਦੀ ਹੁੰਦੀ ਹੈ, ਸ਼ਬਦਾਂ ਦੀ ਨਹੀਂ ਹੁੰਦੀ। ਪਰ ਮੈਂ ਹੁਣ ਤੱਕ ਵੀ ਇਹੀ ਸਮਝਦਾ ਕਿ ਗੱਲ ਜਿਹੜੀ ਹੈ ਨਾ ਉਹ ਕਹਿਣ ਚ ਨਹੀਂ ਪਈ, ਗੱਲ ਸੁਣਨ ਚ ਪਈ ਹੈ। ਮਤਲਬ ਗੱਲ ਟੈਕਸਟ ਦੀ ਹੈ, ਗੱਲ ਸ਼ਬਦ ਦੀ ਹੈ। ਮੈਂ ਕੀ ਕਹਿਣਾ ਚਾਹਣਾ, ਇਹ ਮਹੱਤਵਪੂਰਨ ਨਹੀਂ ਹੈ। ਮਹੱਤਵ ਇਹ ਹੈ ਕਿ ਮੇਰੇ ਸ਼ਬਦ ਕੀ ਕਹਿੰਦੇ ਆ, ਮੇਰੀ ਟੈਕਸਟ ਕੀ ਕਹਿੰਦੀ ਹੈ, ਮੇਰੀ ਟੈਕਸਟ ਨੂੰ ਕੋਈ ਕਿਵੇਂ ਰਿਸੀਵ ਕਰਦਾ, ਕਿਵੇਂ ਲੈਂਦਾ।
ਉਹ ਸ਼ਬਦਾਂ ਦੀ ਮਰਜ਼ੀ ਜਿਹੜੀ ਆ ਉਹਨਾਂ ਵੇਲਿਆਂ 'ਚ ਜਦੋਂ ਮੈਂ ਰੱਖਿਆ ਇਹ ਨਾਂ, ਤਾਂ ਮੈਨੂੰ ਬਹੁਤ ਸਾਰੇ ਸਵਾਲ, ਬਹੁਤ ਸਾਰੀਆਂ ਗੱਲਾਂ ਵੀ ਆਈਆਂ, ਪਰ ਮੈਂ ਹੁਣ ਤੱਕ ਵੀ ਇਹੀ ਸਮਝਦਾ ਆ ਰਿਹਾ ਇਸ ਲੰਬੇ ਸਮੇਂ 'ਚ ਕਿ ਮਰਜ਼ੀ ਜਿਹੜੀ ਆ ਉਹ ਕਵੀ ਦੀ ਨਹੀਂ ਹੁੰਦੀ, ਸਗੋਂ ਉਸ ਕਵਿਤਾ ਦੀ ਹੁੰਦੀ ਆ ਜਿਹੜੀ ਉਹ ਕਵਿਤਾ ਕਹਿਣਾ ਚਾਹੁੰਦੀ ਹੈ। ਕਵੀ ਕੀ ਕਹਿਣਾ ਚਾਹੁੰਦਾ ਇੱਕ ਹੋਰ ਗੱਲ ਹੈ, ਵੱਖਰੀ ਗੱਲ। ਤਾਂ ਇਸੇ ਤਰ੍ਹਾਂ ਅਕਾਰਨ ਤੱਕ ਮੈਂ ਪਹੁੰਚਿਆ ਜਦੋਂ, ਤਾਂ ਮੈਨੂੰ ਅਕਾਰਨ ਵੇਲੇ ਵੀ ਸਵਾਲ ਹੋਏ ਕਿ ਕੋਈ ਚੀਜ਼ ਕਾਰਨ ਤੋਂ ਬਿਨਾਂ ਹੁੰਦੀ ਨਹੀਂ, ਪਰ ਮੈਨੂੰ ਲੱਗਾ ਵੀ ਬਾਹਰ ਦਿਖਦਾ ਬਾਹਰ। ਤੁਹਾਡੀ ਆਵਾਜ਼ ਨਾ ਥੋੜੀ ਘਟ ਗਈ, ਆਵਾਜ਼ ਪੂਰੀ ਮਿਲਦੀ ਜਾਂ ਤੇ ਠੀਕ ਹੈ ਜੀ ਆਵਾਜ਼, ਜਾਂ ਤੇ ਉਹਦਾ ਕੋਈ ਹੈਂਡ ਫ੍ਰੀ ਸੇ ਲਾ ਲਵੋ, ਕਿਉਂਕਿ ਹੁਣ ਬਿਲਕੁਲ ਨਹੀਂ ਸਮਝ ਆ ਰਹੀ। ਈਅਰਫੋਨ ਲਾ ਲਾਂ ਜੀ। ਹਾਂਜੀ, ਹੁਣ ਕਿਵੇਂ ਆਵਾਜ਼ ਸੁਣ ਰਹੀ ਹੈ? ਹਾਂ ਸੁਣ ਰਹੀ ਹੈ, ਸੁਣ ਰਹੀ ਹੈ। ਹਾਂ ਜੀ, ਹੁਣ ਬਿਹਤਰ ਹੋਈ ਹੈ ਜੀ। ਅੱਛਾ, ਹੁਣ ਠੀਕ ਹੋਈ ਹੈ, ਠੀਕ ਹੈ ਜੀ। ਇਹ ਥੋੜਾ ਹੈ ਜੀ ਅੱਜ ਮਸਲਾ ਨੈਟਵਰਕ ਦਾ ਨਾ। ਹਾਂਜੀ, ਮੇਰਾ ਇਹ ਸਫਰ ਬਸ ਜਗਦੀਪ ਵੀਰ ਜੀ, ਤੁਸੀਂ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਆਪਣੀ ਕੋਈ ਕਵਿਤਾ ਸਾਂਝੀ ਕਰੋ ਸੁਣਨ ਵਾਲਿਆਂ ਨਾਲ, ਔਰ ਫਿਰ ਉਸ ਤੋਂ ਬਾਅਦ ਅਸੀਂ ਤੁਹਾਨੂੰ ਪੁੱਛਾਂਗੇ ਕਿ ਤੁਸੀਂ ਕਿੰਨੇ ਕੁ ਪ੍ਰੋਗਰਾਮ ਹੋਸਟ ਕੀਤੇ ਨੇ, ਕਿਉਂਕਿ ਤੁਹਾਡਾ ਇਹ ਵੀ ਪੱਖ ਜ਼ਿੰਦਗੀ ਦਾ ਬੜਾ ਉਗੜਵਾ ਹੈ, ਤੇ ਅਸੀਂ ਤੁਹਾਨੂੰ ਬਹੁਤ ਸਾਰਾ ਸੋਚ ਰਹੇ ਹਾਂ ਮਿਲ ਕੇ ਤੁਹਾਡਾ ਕੰਮ ਵੀ ਕਰੀਏ, ਔਰ ਕੀਮਤੀ ਗੱਲਾਂ ਪੰਜਾਬੀ ਕਰਨ ਬੜਾ ਮਾਣ ਹੈ ਤੁਹਾਡੇ ਤੇ। ਜੀ ਸਰ, ਥੈਂਕ ਯੂ। ਮੈਂ ਕਵਿਤਾ ਸੁਣਾਉਣਾ ਜੀ, ਇਉਂ ਵੀ ਦੇਖਣਾ ਹੈ ਕਿਤਾਬ ਵਿੱਚ ਕਵਿਤਾ, ਜਿਹੜਾ ਕਿਤਾਬ ਦਾ ਨਾਮ ਹੈ ਉਸ ਨਾਮ ਤੋਂ ਕਵਿਤਾ ਹੈ, ਇਉਂ ਵੀ ਦੇਖਣਾ ਹੈ ਜੀ। ਕਵਿਤਾ ਹੈ ਜੀ ਹੈ। ਪਹਿਲਾਂ ਮੈਂ ਖੁਦਕਸ਼ੀ ਵਾਲੀ ਕਵਿਤਾ ਸੁਣਾ ਦਿੰਦਾ ਜੀ ਜੀ। ਇਹ ਕਿਵੇਂ ਵੀ ਚੰਗਾ ਨਹੀਂ। ਉਸਨੇ ਖੁਦਕਸ਼ੀ ਬਾਰੇ ਸੋਚਿਆ, ਛੱਤ ਤੋਂ ਡਿੱਗ ਕੇ ਮਰਨ ਬਾਰੇ ਸੋਚਿਆ। ਉਸਨੇ ਖੁਦਕਸ਼ੀ ਬਾਰੇ ਸੋਚਿਆ, ਛੱਤ ਤੋਂ ਡਿੱਗ ਕੇ ਮਰਨ ਬਾਰੇ ਸੋਚਿਆ। ਗਿਰਨਾ ਡਿੱਗਣਾ ਸ਼ਬਦ ਚੰਗਾ ਨਾ ਲੱਗਾ, ਗਿਰਾਵਟ ਜਿਹੀ ਮਹਿਸੂਸ ਜੀ। ਉਸਨੇ ਗੱਡੀ ਥੱਲੇ ਆਉਣ ਬਾਰੇ ਸੋਚਿਆ, ਐਵੇਂ ਥੱਲੇ ਲੱਗਣਾ, ਥੱਲੇ ਆਉਣਾ, ਇਹ ਸ਼ਬਦ ਉਸਦੇ ਸਵੈਮਾਨ ਨੂੰ ਜਚੇ ਨਾ। ਉਸਨੇ ਡੁੱਬ ਕੇ ਮਰਨ ਬਾਰੇ ਸੋਚਿਆ, ਡੁੱਬ ਕੇ ਮਰਨਾ ਉਸਨੂੰ ਸ਼ਰਮ ਨਾਲ ਸੰਬੰਧਿਤ ਲੱਗਾ। ਫਾਹਾ ਲੈ ਕੇ ਮਰਨਾ ਅਪਰਾਧਿਕ ਜਿਹਾ ਲੱਗਾ, ਫਾਹਾ ਲੈ ਕੇ ਮਰਨਾ ਅਪਰਾਧਿਕ ਜਿਹਾ ਲੱਗਾ। ਕੁਝ ਖਾ ਕੇ ਮਰਨਾ ਨਹੀਂ, ਖਾ ਕੇ ਤਾਂ ਜੀਣਾ ਹੁੰਦਾ। ਇਹ ਵੀ ਖਾਨ ਦੇ ਅਪਮਾਨ ਜਿਹਾ ਲੱਗਾ। ਇਹ ਕਿਵੇਂ ਵੀ ਚੰਗਾ ਨਹੀਂ। ਉਹਨੇ ਸਿਰ ਉੱਚਾ ਕੀਤਾ ਤੇ ਜਿਉਣ ਲੱਗਿਆ। ਕਿਆ ਬਾਤ, ਵਾਹ, ਬਹੁਤ ਸੋਹਣਾ ਖਿਆਲ ਹੈ ਜੀ, ਬਹੁਤ ਸੋਹਣਾ, ਸ਼ੁਕਰੀਆ ਸਰ। ਦੂਸਰੀ ਕਵਿਤਾ ਹੈ ਜੀ ਹੈ। ਭੀੜ ਹੱਥਾਂ ਵਿੱਚ ਇੱਟਾਂ ਰੋੜੇ, ਕੱਚ ਦੇ ਟੁਕੜੇ, ਸਰੀਏ ਲੈ ਹੁੜਦੰਗ ਮਚਾਉਂਦੀ ਵੱਧ ਰਹੀ ਸੀ ਘਰਾਂ ਵੱਲ। ਭੀੜ ਹੱਥਾਂ ਵਿੱਚ ਇੱਟਾਂ ਰੋੜੇ, ਕੱਚ ਦੇ ਟੁਕੜੇ, ਸਰੀਏ ਲੈ ਹੁੜਦੰਗ ਮਚਾਉਂਦੀ ਵੱਧ ਰਹੀ ਸੀ ਘਰਾਂ ਵੱਲ। ਹੈ ਇਹ ਸਾਰਾ ਸਮਾਨ ਤਾਂ ਘਰ ਉਸਾਰਨ ਦੇ ਕੰਮ ਆਉਂਦਾ। ਤੇ ਤੀਸਰੀ ਹੋਰ ਕਵਿਤਾ ਸੁਣਾ ਦੇਣਾ ਜੀ ਮੈਂ। ਜੀ ਜ਼ਰੂਰ ਜੀ। ਹਾਂਜੀ, ਮੇਰੀ ਬੇਟੀ ਤੇ ਮੈਂ ਕਵਿਤਾ ਲਿਖੀ ਸੀ, ਉਹ 2.5 ਸਾਲਾਂ ਦੀ ਸੀਗੀ ਜਦ ਸੀ, ਹਨਾ। ਕਵਿਤਾ ਹੈਗੀ ਜੀ ਮਾਸੂਮ। ਅੱਗੇ ਆਪਾਂ ਜਦ ਖੁੱਲੀ ਕਵਿਤਾ ਦੀ ਗੱਲ ਵੀ ਕਰਾਂਗੇ ਨਾ, ਇਹ ਦੇ ਵਿੱਚ ਵੀ ਇਹਦਾ ਜ਼ਿਕਰ ਆਪਾਂ ਕਰਾਂਗੇ। ਜੀ ਬਿਲਕੁਲ ਕਰਦੇ ਹਾਂ। ਕਵਿਤਾ ਹੈ ਜੀ ਮਾਸੂਮ। ਮੇਰੀ 2.5 ਸਾਲਾਂ ਦੀ ਬੇਟੀ ਅਕਸਰ ਲਫ਼ਜ਼ਾਂ ਨੂੰ ਇੰਝ ਵਰਤਦੀ ਹੈ। ਮੇਰੀ 2.5 ਸਾਲਾਂ ਦੀ ਬੇਟੀ ਅਕਸਰ ਲਫ਼ਜ਼ਾਂ ਨੂੰ ਇੰਝ ਵਰਤਦੀ ਹੈ। ਪਾਪਾ ਮੇਰੇ ਵਾਲ ਜੋੜ ਦਿਓ, ਪਾਪਾ ਮੈਨੂੰ ਕੇਲਾ ਖੋਲ ਕੇ ਦੇ ਦਿਓ। ਮੇਰੀ 2.5 ਸਾਲਾਂ ਦੀ ਬੇਟੀ ਅਕਸਰ ਲਫ਼ਜ਼ਾਂ ਨੂੰ ਇੰਝ ਵਰਤਦੀ ਹੈ। ਪਾਪਾ ਮੇਰੇ ਵਾਲ ਜੋੜ ਦਿਓ, ਪਾਪਾ ਮੈਨੂੰ ਕੇਲਾ ਖੋਲ ਕੇ ਦੇ ਦਿਓ। ਮੈਂ ਉਸ ਵਰਗਾ ਮਾਸੂਮ ਸੱਚਾ ਨਹੀਂ ਬਣ ਸਕਦਾ। ਮੈਂ ਉਸ ਵਰਗਾ ਮਾਸੂਮ ਸੱਚਾ ਨਹੀਂ ਬਣ ਸਕਦਾ। ਮੈਂ ਵਾਲਾਂ ਨੂੰ ਬੰਨ੍ਹ ਦਿੰਦਾ ਹਾਂ ਤੇ ਕੇਲਾ ਛਿੱਲ ਦਿੰਦਾ। ਵਾਹ ਵਾਹ, ਕਿਆ ਬਾਤ, ਬਹੁਤ ਬਹੁਤ। ਵਾਲਾਂ ਨੂੰ ਜੋੜ ਦਿਓ ਔਰ ਕੇਲਾ ਖੋਲ ਦਿਓ, ਹੈ ਕਿਆ। ਫਿਰ ਬੋਲੋ ਸਾਰੇ, ਇੱਕ ਵਾਰੀ ਫਿਰ ਅਤਾ ਕਰੋ ਜੀ, ਬਹੁਤ ਸੋਹਣਾ ਮਿਸਰਾ। ਮਾਸੂਮ ਸਾਰੀ ਪੜ੍ਹਦਾ ਦੋ ਜਲਦੀ ਮੈਂ ਸਾਰੀ ਪੜ੍ਹ ਦਿੰਦਾ। ਮਾਸੂਮ 2.5 ਸਾਲਾਂ ਦੀ ਬੇਟੀ ਮੇਰੀ ਅਕਸਰ ਲਫ਼ਜ਼ਾਂ ਨੂੰ ਇੰਝ ਵਰਤਦੀ ਹੈ। ਪਾਪਾ ਮੇਰੇ ਵਾਲ ਜੋੜ ਦਿਓ, ਪਾਪਾ ਮੈਨੂੰ ਕੇਲਾ ਖੋਲ ਕੇ ਦੇ ਦਿਓ।
2.5 ਸਾਲਾਂ ਦੀ ਬੇਟੀ ਮੇਰੀ ਅਕਸਰ ਲਫ਼ਜ਼ਾਂ ਨੂੰ ਇੰਜ ਵਰਤਦੀ ਹੈ, ਪਾਪਾ ਮੇਰੇ ਵਾਲ ਜੋੜ ਦਿਓ, ਪਾਪਾ ਮੈਨੂੰ ਕੇਲਾ ਖੋਲ ਕੇ ਦੇ ਦਿਓ, ਮੈਂ ਉਸ ਵਰਗਾ ਮਾਸੂਮ ਸੱਚਾ ਨਹੀਂ ਬਣ ਸਕਦਾ, ਮੈਂ ਉਸ ਵਰਗਾ ਮਾਸੂਮ ਸੱਚਾ ਨਹੀਂ ਬਣ ਸਕਦਾ, ਮੈਂ ਵਾਲਾਂ ਨੂੰ ਬੰਨ ਦਿੰਦਾ ਹਾਂ ਤੇ ਕੇਲਾ ਛਿਲ ਦਿੰਦਾ। क्या बात है, क्या सर लफ्जां ਦੀ ਤੁਸੀਂ ਬਹੁਤ ਅੱਛਾ ਕਮਾਲ ਕਰ ਦਿੱਤਾ ਜੀ ਉਹ। ਬਹੁਤ ਇਹ ਅੱਛਾ ਮੈਂ ਬਿਹਤਰੀਨ ਜਿਗਦੀ ਭਾਈ ਮੈਂ ਚਾਹਾਂਗਾ ਕਿ ਅੱਜ ਦਾ ਦਿਨ ਬੜਾ ਅਹਿਮ ਹੈ ਸਾਡੇ ਦੋਵਾਂ ਮੰਚਾਂ ਲਈ ਵੀ, ਕਿ ਜਿਹੜੀ ਖੁੱਲੀ ਕਵਿਤਾ ਹੈ ਉਹਦੇ ਬਾਰੇ ਲੋਕਾਂ ਦੇ ਜਿਹੜੇ ਫਿਕਰੀ ਬਗਾਵਤੇ ਨੇ ਉਹ ਵੀ ਦੂਰ ਹੋਣਗੇ ਅੱਜ, ਔਰ ਜਿਹੜਾ ਇਹਦੇ ਬਾਰੇ ਲੋਕਾਂ ਖੁਦ ਤੋਂ ਇੱਕ ਮਿਆਰ ਬਣਾ ਲਿਆ ਹੈ ਕਿ ਸ਼ਾਇਦ ਇਹ ਦੂਸਰੇ ਦਰਜੇ ਦੀ ਸ਼ਾਇਰੀ ਹੈ ਕਈਆਂ ਲੋਕਾਂ ਦਾ, ਇਹ ਜਿਹਦੇ ਵੀ ਉਹਨਾਂ ਦੇ ਮੂੰਹ ਸੁਣੇ ਨੇ। ਇੱਥੇ 97% ਸੰਸਾਰ ਵਿੱਚ 97% ਖੁੱਲੀ ਕਵਿਤਾ ਹੀ ਲਿਖੀ ਜਾ ਰਹੀ ਹੈ। ਇਸ ਸਮੇਂ ਦਾ ਯਾਨੀ ਕਿ ਨਾ ਲੋੜ ਹੁੰਦੀ ਹੈ ਕਿਸੇ ਚੀਜ਼ ਦੀ, ਨਾ ਮੰਨ ਲਓ ਖੁੱਲੀ ਕਵਿਤਾ ਦੀ ਲੋੜ ਕਿਉਂ ਪਈ, ਕਿਉਂਕਿ ਸਾਨੂੰ ਯਾਨੀ ਕਿ ਸਾਡੇ ਕੋਲ ਇਹ ਜਿਹੀਆਂ ਸੁਭਾਵਨਾਵਾਂ ਸੀ, ਇਹ ਜਿਹਾ ਸਮਾਂ ਇਸ ਤਰ੍ਹਾਂ ਦਾ ਸੀਗਾ, ਇਹ ਜਿਹੀਆਂ ਵਿਸੰਗਤੀਆਂ ਸੀ ਸਮੇਂ 'ਚ, ਤਾਂ ਖੁੱਲੀ ਕਵਿਤਾ ਆਈ ਹਨਾ। ਤੇ ਇਹ ਕੋਈ ਵੀ ਯਾਨੀ ਕਿ ਜਿਸ ਤਰ੍ਹਾਂ ਸਮਾਂ ਹੁੰਦਾ ਹੈ ਉਸ ਅਨੁਸਾਰ ਹੁਣ ਛੰਦਬੰਦ ਕਵਿਤਾ ਲਿਖੀ ਜਾ ਰਹੀ ਹੈ, ਪਰ ਬਹੁਤ ਥੋੜੀ ਲਿਖੀ ਜਾ ਰਹੀ ਹੈ ਹਨਾ। ਕਿਸੇ ਚੀਜ਼ ਦੀ ਲੋੜ ਹੁੰਦੀ ਹੈ, ਫਿਰ ਉਹ ਚੀਜ਼ ਜਿਵੇਂ ਹਾਈਕੂ ਸੀ, ਹਾਈਕੂ ਦੀ ਲੋੜ ਸੀ ਕਿ ਹਨਾ, ਆਪਣੇ ਵੀ ਇੱਥੇ ਵੀ ਹੁਣ ਗੁਰਪ੍ਰੀਤ ਭਾਜੀ ਹੋਰਾਂ ਨੇ ਚਲਾਇਆ ਹੋਇਆ ਇਹ ਆਪਣਾ ਹਾਈਕੂ ਵੀ ਕਹਿੰਦੇ ਨੇ ਹਨਾ, ਯਾਨੀ ਕਿਸ ਚੀਜ਼ ਦੀ ਲੋੜ ਹੁੰਦੀ ਹੈ ਫਿਰ ਉਹ ਆਉਂਦੀ ਹੈ ਹਨਾ। ਤੇ ਹਾਲਾਂਕਿ ਬਹੁਤ ਅੱਛਾ ਛੰਦ ਕਵਿਤਾ ਲਿਖਣ ਵਾਲੇ ਵੀ, ਛੰਦਬੰਦ ਲਿਖਣ ਵਾਲੇ ਵੀ ਖੁੱਲੀ ਕਵਿਤਾ ਲਿਖਦੇ ਨੇ ਕਿਉਂਕਿ ਉਹ ਲੋੜ ਹੈ। ਇਸ ਤਰ੍ਹਾਂ ਦਾ ਸੁਭਾਅ ਬਣ ਜਾਂਦਾ। ਬੜਾ ਸੋਹਣਾ ਜਗਦੀਪ ਭਾਈ ਨੇ ਜਵਾਬ ਦਿੱਤਾ। ਮੈਂ ਖੁਦ ਸਮਝਦਾ ਜੀ ਹੁਣ ਨਵਾਂ ਜਿਹੜਾ ਦੌਰ ਹੈ ਉਹਦੀਆਂ ਲੋੜਾਂ ਥੋੜਾ ਨੇ ਸਾਬਤ ਕਰਦਾ ਹੈ ਕਿ ਸ਼ਾਇਰੀ 'ਚ ਵੱਡੀ ਸ਼ੈ ਖਿਆਲ ਹੈ, ਉਹਨੂੰ ਤੀਵਣਾ ਕਰਨਾ, ਉਹਨੂੰ ਸਿੱਧਾ ਕਰਨਾ, ਉਹ ਸਾਰੀਆਂ ਚੀਜ਼ਾਂ ਸੈਕੰਡਰੀ ਹੋ ਗਈਆਂ ਨੇ। ਹੁਣ ਖਿਆਲ ਨੇ ਉਹ ਥਾਂ ਲੈ ਲਈ ਹੈ ਸਾਰੀ, ਔਰ ਯਕੀਨਨ ਖੁੱਲੀ ਨਜ਼ਮ ਦਾ ਖਿਆਲ ਹੈ ਉੱਤੇ ਦਾਦ ਮਿਲਦੀ ਹੈ। ਔਰ ਉਹਦਾ ਵੀ ਸ਼ਿਲਪ ਬਣ ਰਿਹਾ ਜੀ, ਉਹਦਾ ਵੀ ਸ਼ਿਲਪ ਹੈ, ਉਸ ਵੀ ਆਪਾਂ ਯਾਨੀ ਕਿ ਖਿਆਲ ਨੂੰ ਕਤਰਾਸ਼ਦੇ ਆ, ਉਹ ਕਰਦੇ ਆ, ਸਾਰਾ ਕੁਝ ਸਪੇਸ ਦਿੰਦੇ ਆ, ਸ਼ਬਦਾਂ ਦਾ ਸ਼ਬੰਤਰ ਹੈ, ਸਾਰਾ ਕੁਝ ਉਹ ਵੀ ਇੱਕ ਸ਼ਿਲਪ ਹੈ ਹਨਾ। ਉਹ ਵੀ ਇੱਕ ਜੌਨਰ ਹੈ, ਅੱਜ ਦੇ ਸਮੇਂ ਦਾ ਸਭ ਤੋਂ ਮਕਬੂਲ ਜੌਨਰ ਗਜ਼ਲ ਦੇ ਨਾਲ ਉਹ। ਜੀ ਮੈਨੂੰ ਤੇ ਇਹ ਵੀ ਲੱਗਦਾ ਜਗਦੀਪ ਭਾਈ ਕਿ ਇਹਦਾ ਖਿਲਾਰ ਵੀ ਵੱਡਾ ਹੈ, ਇਹਦੇ 'ਚ ਜ਼ਿਆਦਾ ਚੀਜ਼ਾਂ ਸਮਾ ਜਾਂਦੀਆਂ ਨੇ, ਇਹਦੇ 'ਚ ਜ਼ਿਆਦਾ ਗੁੰਜਾਇਸ਼ ਹੈ ਜੀ ਆਪਣੇ ਖਿਆਲਾਂ ਨੂੰ ਸਮਾਉਣ ਦੀ। ਜੀ ਸਵਾਮੀ ਜੀ ਤੁਸੀਂ ਇਹਦੇ ਬਾਰੇ ਕੀ ਕਹੋਗੇ ਅੰਤਰਨੇਰੋ ਬਾਈ, ਕਿ ਜਿਹੜਾ ਖੁੱਲੀ ਜਿਹੜੀ ਕਵਿਤਾ ਇਹਦੇ ਬਾਰੇ? ਅੱਛਾ ਉਹਨਾਂ ਦਾ ਫਿਰ ਕੋਈ ਮਸਲਾ ਹੋ ਗਿਆ ਜੀ ਨੈਟਵਰਕ ਦਾ। ਅੱਛਾ ਅਸੀਂ ਉਨੀ ਦੇਰ ਨਾਲ ਜੀ ਜਿੱਧਰ ਆਉਂਦੇ ਨੇ ਅਸੀਂ ਗੁਰਪ੍ਰੀਤ ਵੀਰ ਕੋਲੋਂ ਕੋਈ ਸੁਣ ਲੈਂਦੇ ਆ ਇਹਨਾਂ ਦਾ ਕਲਾਮ, ਤੇ ਜ਼ਰਾ ਆਵਾਜ਼ ਹੁਣ ਕਿਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਵਿੱਚ ਆਗੇ ਤਾਂ ਗੱਲ ਪੂਰੀ ਕਰ ਲਈਏ। ਜੀ ਮੈਂ ਨਾ ਜੀ ਸਵਾਮੀ ਭਾਈ ਕਰੋ ਤੁਸੀਂ। ਦੀਪ ਹੋਰਾਂ ਨੇ ਕਿਹਾ ਕਿ ਖੁੱਲੀ ਕਵਿਤਾ ਦੀ ਗੱਲ ਚੱਲ ਰਹੀ ਹੈ, ਮੈਂ ਇਸ ਨੂੰ ਖੁੱਲੀ ਤੇ ਬੰਦ ਦੇ ਪ੍ਰਸੰਗ ਤੋਂ ਮੈਂ ਕਵਿਤਾ ਦੇ ਉਸ ਤੋਂ ਦੇਖਣਾ ਚਾਹੁੰਦਾ ਕਿ ਕਵਿਤਾ ਹੁੰਦੀ ਹੈ ਉਹ ਭਾਵੇਂ ਤੇ ਕਵਿਤਾ ਜਿਹੜੀ ਮੈਂ ਤੁਸੀਂ ਜਿਵੇਂ ਸੁਣਾਉਣ ਨੂੰ ਕਿਹਾ, ਤਾਂ ਕਵਿਤਾ ਦਾ ਨਾਂ ਹੈ ਰਾਸ਼ਨ ਦੀ ਸੂਚੀ ਅਤੇ ਕਵਿਤਾ। ਬਹੁਤ ਅੱਛੀ ਆਵਾਜ਼ ਆ ਰਹੀ ਹੈ ਜੀ ਜੀ ਥੋੜੀ ਦੇਰ ਆ ਰਹੀ, ਲੇਕਿਨ ਦਰਖਾਸਤ ਕਰਾਂਗੇ ਜਗਦੀਪ ਭਾਈ ਰਿਪੀਟ ਕਰਦੇ ਨੇ, ਜਿਹੜੀ ਸਮਝ ਆ ਰਹੀ ਨਾ ਜੀ ਜਦੋਂ ਆਵਾਜ਼, ਉਹ ਕੋਈ ਜੁਮਲਾ ਇਹਨਾਂ ਦਾ ਰਿਪੀਟ ਕਰ ਦਿਆ ਕਰੋ। ਰਾਸ਼ਨ ਦੀ ਸੂਚੀ ਅਤੇ ਕਵਿਤਾ, ਇਹ ਨਾਂ ਹੈ ਕਵਿਤਾ ਦਾ। 5 ਲੀਟਰ ਰਿਫਾਈਨਡ ਧਾਰਾ, 5 ਕਿਲੋ ਖੰਡ, 5 ਕਿਲੋ ਸਾਬਣ, ਕੱਪੜੇ ਧੋਣ ਵਾਲੀ, 1 ਕਿਲੋ ਮੂੰਗੀ ਮਸਰੀ, 1 ਪੈਕਟ ਸੋਇਆਬੀਨ, ਲੂਣ, ਥੈਲੀ ਭੁੱਜੇ ਛੋਲੇ, ਲੌਂਗ, ਇਲਾਇਚੀਆਂ 10 ਗ੍ਰਾਮ। ਕਿਆ ਬਾਤ। ਕਵਿਤਾ ਦੀ ਕਿਤਾਬ 'ਚ ਕਿੱਥੋਂ ਆ ਗਈ ਰਸੋਈ ਦੇ ਰਾਸ਼ਨ ਦੀ ਸੂਚੀ? ਕਵਿਤਾ ਦੀ ਕਿਤਾਬ 'ਚ ਕਿੱਥੋਂ ਆ ਗਈ ਰਸੋਈ ਦੇ ਰਾਸ਼ਨ ਦੀ ਸੂਚੀ? ਮੈਂ ਇਸ ਸੂਚੀ ਨੂੰ ਕਵਿਤਾ ਤੋਂ ਅਲੱਗ ਕਰ ਦੇਣਾ ਚਾਹੁੰਦਾ। ਮੈਂ ਇਸ ਸੂਚੀ ਨੂੰ ਕਵਿਤਾ ਤੋਂ ਅਲੱਗ ਕਰ ਦੇਣਾ ਚਾਹੁੰਦਾ ਹਾਂ, ਪਰ ਧੁਰ ਅੰਦਰੋਂ ਇੱਕ ਆਵਾਜ਼ ਉੱਭਰੀ, ਮੈਨੂੰ ਰੋਕ ਲਿਆ ਉਹਨੇ ਤੇ ਕਹਿੰਦੀ, ਜੇਕਰ ਰਸੋਈ ਦੇ ਰਾਸ਼ਨ ਦੀ ਸੂਚੀ ਰਹਿਣਾ ਚਾਹੁੰਦੀ ਹੈ ਕਵਿਤਾ ਸੰਗ, ਫਿਰ ਤੂੰ ਕੌਣ ਹੁੰਦਾ ਇਸ ਨੂੰ ਵੱਖ ਕਰਨ ਵਾਲਾ, ਫੈਸਲੇ ਸੁਣਾਉਂਦਾ। ਬਹੁਤ ਅੱਛੀ ਪਰ ਧੁਰ ਅੰਦਰੋਂ ਉੱਭਰੀ ਇੱਕ ਆਵਾਜ਼ ਰੋਕ ਦਿੰਦੀ ਹੈ ਮੈਨੂੰ ਤੇ ਕਹਿੰਦੀ ਹੈ, ਜੇਕਰ ਰਸੋਈ ਦੇ ਰਾਸ਼ਨ ਦੀ ਸੂਚੀ ਰਹਿਣਾ ਚਾਹੁੰਦੀ ਹੈ ਕਵਿਤਾ ਸੰਗ, ਫਿਰ ਤੂੰ ਕੌਣ ਹੁੰਦਾ ਇਸ ਨੂੰ ਵੱਖ ਕਰਨ ਵਾਲਾ, ਫੈਸਲੇ ਸੁਣਾਉਂਦਾ। ਮੈਂ ਮੁਸਕਰਾਉਂਦਾ, ਰਾਸ਼ਨ ਦੀ ਸੂਚੀ ਨੂੰ ਕਵਿਤਾ ਦੀ ਦੋਸਤ ਰਹਿਣ ਦਿੰਦਾ। ਮੈਂ ਮੁਸਕਰਾਉਂਦਾ, ਰਾਸ਼ਨ ਦੀ ਸੂਚੀ ਨੂੰ ਕਵਿਤਾ ਦੀ ਦੋਸਤ ਰਹਿਣ ਦਿੰਦਾ। ਦੋਸਤੋ, ਨਾਰਾਜ਼ ਨਾ ਹੋਣਾ, ਤੁਹਾਡੇ ਸਹੁੰ 'ਚ ਜੇ ਰਤਾ ਭਰ ਵੀ ਅੜਕਾ ਬਣਿਆ,
ਵਾਹ ਦੋਸਤੋ ਨਾਰਾਜ਼ ਨਾ ਹੋਣਾ, ਜੇ ਤੁਹਾਡੇ ਸੋਹਜ ਚ ਰਤਾ ਭਰਵੀ ਅੜਕਾ ਬਣਿਆ, ਇਹ ਫੈਸਲਾ ਮੇਰਾ ਨਹੀਂ, ਮੇਰੇ ਮਨ ਦਾ ਹੈ, ਮਨ ਨੂੰ ਕੌਣ ਰੋਕੇ। ਵਾਹ ਹੂੰ। ਮਨ ਤੋਂ ਕੌਣ ਰੋਕੇ, ਮੇਰਾ ਨਹੀਂ, ਮੇਰੇ ਵਾਹ, ਵਾਹ। ਮਨ ਦਾ ਹੈ, ਮਨ ਨੂੰ ਕੌਣ ਰੋਕੇ। ਕੌਣ ਰੋਕੇ, ਵਾਹ ਉੱਚੀ ਵਾਹ ਜੇਕਰ ਤੁਸੀਂ ਮੇਰੀ ਰਸੋਈ ਦੀ ਨਹੀਂ ਤਾਂ ਆਪਣੀ ਦੀ ਪੜ ਲੈਣਾ। ਉੱਚੀ ਜੇਕਰ ਤੁਸੀਂ ਮੇਰੀ ਰਸੋਈ ਦੀ ਨਹੀਂ ਤਾਂ ਆਪਣੀ ਪੜ ਲੈਣਾ। ਕਵਿਤਾ ਜੇਕਰ ਤੁਸੀਂ ਮੇਰੀ ਨਹੀਂ ਤਾਂ ਆਪਣੇ ਮਨ ਦੀ ਪੜ ਲੈਣਾ। ਵਾਹ ਹੂੰ। ਵਾਹ ਬਹੁਤ ਤਾਂ ਬਹੁਤ ਬਹੁਤ ਅੱਛੇ ਜੀ। ਮੈਂ ਕੌਣ ਬਹੁਤ ਹੁੰਦਾ ਖੂਬ ਗੁਰਪ੍ਰੀਤ ਜੀ। ਰਾਸ਼ਨ ਦੀ ਸੂਚੀ ਨੂੰ ਕਵਿਤਾ ਚੋਂ ਅਲੱਗ ਕਰ। ਬਹੁਤ ਅੱਛਾ। ਸੋ ਇਹ ਮੈਂ ਸ਼ਾਨਦਾਰ। ਸੋਚਦਾ ਕਿ ਕਵਿਤਾ ਜਿਹੜੀ ਹੈ ਉਹ ਹੁਣ ਇਹ ਨਹੀਂ ਹੈ ਕਿ ਉਹ ਕਿਤੇ ਦੂਰ ਜਾਣਾ ਪੈਣਾ ਤੁਹਾਨੂੰ ਲੈਣ। ਜਿਵੇਂ ਇਹ ਹੁੰਦਾ ਸੀ ਕਿ ਪਹਾੜਾਂ 'ਚ ਇਕਾਂਤ 'ਚ ਜਾਣਾ ਸੀ, ਮੈਨੂੰ ਲੱਗਦਾ ਕਵਿਤਾ ਹੁਣ ਭੀੜ 'ਚ ਵੀ ਤੁਹਾਨੂੰ ਇਕਾਂਤ 'ਚ ਲੈ ਜਾਂਦੀ। ਕਵਿਤਾ ਤੁਹਾਡੀ ਰਸੋਈ 'ਚ ਵੀ ਪਈ ਹੈ। ਕਵਿਤਾ ਬਿਲਕੁਲ। ਸਾਡੇ ਆਲੇ ਦੁਆਲੇ ਨੇੜੇ ਤੇੜੇ ਮੇਰੇ ਹਰ ਕਾਰਜ 'ਚ ਪਈ ਹੈ। ਤੇ ਮੈਨੂੰ ਲੱਗਦਾ ਖੁੱਲੀ ਕਵਿਤਾ, ਜਿਹੜੀ ਅਸੀਂ ਖੁੱਲੀ ਕਵਿਤਾ ਦੀ ਗੱਲ ਕਰਦੇ ਹਾਂ ਤਾਂ ਉਹਦੀ ਖੂਬੀ ਵੀ ਇਹੀ ਹੈ ਕਿ ਉਹਨੇ ਉਹਨਾਂ ਗੱਲਾਂ ਤੇ, ਉਹਨਾਂ ਚੀਜ਼ਾਂ ਤੇ ਜਾਂ ਉਹਨਾਂ ਖਿਆਲਾਂ ਤੇ ਕਵਿਤਾ ਲਿਖੀ ਹੈ ਜਿਹੜੀ ਸ਼ਾਇਦ ਛੰਦਬੱਧ ਜਾਂ ਛੰਦਯੁਕਤ ਜਿਹਨੂੰ ਅਸੀਂ ਕਹੀਏ ਜੀ ਉਚਾਈ ਤੇ ਲੱਗਦੀ ਹੈ। ਬਿਲਕੁਲ ਹਨਾ। ਬਿਲਕੁਲ ਸਹੀ। ਜਦੋਂ ਅਸੀਂ ਸਵਾਮੀ ਅੰਤਰਨੀਰਵ ਦੀ ਗੱਲ ਕਰੀਏ, ਕੁਝ ਦਿਨ ਪਹਿਲਾਂ ਮੈਂ ਇਹਨਾਂ ਦੀ ਕਵਿਤਾ ਬੜੀ ਕਮਾਲ ਦੀਆਂ ਉਹ 17 ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਜਿਵੇਂ ਜਗਦੀਪ ਕਵਿਤਾ ਸੁਣਾ ਕੇ ਦਿਓ, ਕੇਲੇ ਨੂੰ ਖੋਲਣ ਵਾਲੀ ਤੇ ਜੀ ਜਿਹੜਾ ਹੈਗਾ ਜੂੜੇ ਨੂੰ ਬਾਲਾਂ ਨੂੰ ਜੋੜਨ ਵਾਲੀ। ਹੁਣ ਉਹਦੀ ਮਸੂਮੀਅਤ ਹੈ, ਪਰ ਅਸੀਂ ਕੀ ਕਰਦੇ ਹਾਂ ਕਿ ਕੇਲਾ ਅਸਲ 'ਚ ਛਿਲਦੇ ਹਾਂ ਤੇ ਬਾਲ ਦਾ ਜੂੜਾ ਕਰਦੇ ਹਾਂ। ਇਸੇ ਤਰ੍ਹਾਂ ਸਵਾਮੀ ਕਿਆ ਬਾਤ। ਜਿਹੜੀ ਅੰਤਰਨੀਰਵ ਦੀ ਕਵਿਤਾ 2 ਦਿਨ ਪਹਿਲਾਂ ਦੀ, ਉਹਦੇ ਵਿੱਚ ਸਤਰਾਂ ਨੇ ਕਿ ਭੁੱਖ ਨੂੰ ਤਾਂ ਰੋਟੀ ਜਿਹੜੀ ਹੈ ਨਾ, ਭੁੱਖ ਤਾਂ ਰੋਟੀ ਪੂਰਾ ਕਰ ਸਕਦੀ ਹੈ, ਪਰ ਤੀਵੀਂ ਮਰਦ ਲਈ ਰੋਟੀ ਦਾ ਗੋਲ ਹੋਣਾ ਜ਼ਰੂਰੀ ਹੈ। ਜਿਹੜਾ ਰੋਟੀ ਦਾ ਗੋਲ ਹੋਣਾ ਜ਼ਰੂਰੀ ਹੈ ਜੀ, ਮੇਰਾ ਖਿਆਲ ਇਹੀ ਸਾਡੇ ਉਸ ਸੋਚ ਦੀ ਗੱਲ ਹੈ ਜਿਹੜੀ ਸਾਡੀ ਇਹ ਨਜ਼ਮ ਜਿਹੜੀ ਹੈ ਲੈ ਕੇ ਆਉਂਦੀ। ਔਰ ਇਹ ਗੱਲਾਂ ਸ਼ਾਇਦ ਮੈਨੂੰ ਲੱਗਦਾ ਕਿ ਸਾਡੀ ਆਜ਼ਾਦ ਨਜ਼ਮ ਜਿਹਨੂੰ ਤੁਸੀਂ ਕਹਿੰਦੇ ਹੋ, ਉਧਰ ਅਸੀਂ ਤਾਂ ਕਵਿਤਾ ਹੀ ਕਹਿੰਦੇ ਆ ਕਿ ਉਹੀ ਲੈ ਕੇ ਆਉਂਦੀ ਹੈ। ਜਿਹੜੀ ਬੋਲਣ ਵਾਲੀ ਕਵਿਤਾ ਸ਼ਾਇਦ ਉਸ ਤਰ੍ਹਾਂ ਦੇ ਇਹਨਾਂ ਖਿਆਲਾਂ ਨੂੰ ਅਜੇ ਤੱਕ ਪ੍ਰਗਟਾ ਨਹੀਂ ਸਕੀ। ਇਹ ਮੇਰਾ ਖਿਆਲ ਹੈ। ਜੀ ਜੀ ਬਹੁਤ ਸੋਹਣੇ ਵਿਚਾਰ ਨੇ ਜੀ। ਸਵਾਮੀ ਜੀ ਫਿਰ ਆਏ ਨੇ ਤੇ ਜੋ ਹੀ ਨੈਟ ਬਹੁਤ ਦਿੰਦਾ ਹੈ ਤੇ ਸਾਨੂੰ ਤੁਸੀਂ ਆਪਣੇ ਜੀਵਨ ਬਾਰੇ ਕੋਈ ਦੱਸਣਾ ਚਾਹੋ ਵੇਸਣ ਵਾਲਿਆਂ ਨੂੰ ਕਿ ਜਿਹੜਾ ਤੁਹਾਡਾ ਕਵਿਤਾ ਨਾਲ ਜੁੜਿਆ ਜੀਵਨ ਨੇ ਕਿੱਥੋਂ ਸ਼ੁਰੂ ਹੋਇਆ ਤੇ ਫਿਰ ਕਵਿਤਾ ਵੀ ਤੁਹਾਡੇ ਕੋਲ ਸੁਣਨੇ। ਮੈਂ ਬਿਲਕੁਲ ਕਵਿਤਾ ਵੀ ਸੁਣਾਉਣਾ, ਪਰ ਸਭ ਤੋਂ ਜਿਹੜੀ ਇਸ ਲਈ ਮਾੜੀ ਗੱਲ ਹੋ ਰਹੀ ਹੈ ਨਾ, ਇੱਥੇ ਸਾਡਾ 2G ਚੱਲ ਰਿਹਾ ਜੰਮੂ ਕਸ਼ਮੀਰ ਦੇ ਵਿੱਚ ਤੇ ਉਹ ਬਾਰ-ਬਾਰ ਕੱਟ ਰਿਹਾ। ਅੱਛਾ ਜੀ, ਅੱਛਾ 2G ਚੱਲ ਰਿਹਾ। ਚਲੋ ਜੀ, ਲੇਕਿਨ ਆਉਂਦੇ ਹੀ ਤੁਸੀਂ ਬੜੇ ਸੋਹਣੇ ਕਵਿਤਾ ਤੁਹਾਨੂੰ ਦੱਸੀ ਹੈ ਕਿ ਕਵਿਤਾ ਫੁੱਲ ਵੀ ਉਗਾਉਣ ਦੀ ਤਾਕਤ ਰੱਖਦੀ ਹੈ, ਸ਼ਕਤੀ ਰੱਖਦੀ ਹੈ ਤੇ ਪੈਗਾਮ ਤੁਹਾਡਾ ਸਾਨੂੰ ਪਹੁੰਚ ਰਿਹਾ ਨਾਲ ਤੇ ਕਰ ਰਹੇ ਹਾਂ। ਤੇ ਮੈਂ ਐਗਜ਼ਿਟ ਕਰਦਾ, ਮੈਂ ਪ੍ਰੋਗਰਾਮ 'ਚ ਐਗਜ਼ਿਟ ਕਰਦਾ ਕਿਉਂਕਿ ਬਾਰ-ਬਾਰ ਡਿਸਟਰਬ ਹੋ ਰਿਹਾ ਹੈ ਨਾ। ਤਾਂ ਗੁਰਪ੍ਰੀਤ ਤੇ ਜਗਦੀਪ ਸਿੱਧੂ ਵਧੀਆ ਕਰ ਰਹੇ ਨੇ ਜੀ ਜੀ, ਹੈ ਨਾ। ਮੈਨੂੰ ਨੈਟ ਖਰਾਬ ਕਰ ਰਿਹਾ। ਅੱਛਾ ਤੁਸੀਂ ਨਾਲ ਲੈ ਕੇ ਸੁਣੀ ਜਾਓ, ਜਿਹੜੀ ਥੋੜੀ ਦੇਰ ਬਾਅਦ ਠੀਕ ਹੋ ਜਾਵੇ। ਅਸੀਂ ਉਹਨਾਂ ਨੂੰ ਸੁਣਨੇ ਆ। ਵਧੀਆ ਗੱਲ ਹੈ। ਹਾਂਜੀ ਹਾਂਜੀ ਠੀਕ ਹੈ। ਉਹ ਤੁਸੀਂ ਇੱਥੇ ਰਹੋਗੇ, ਤੁਸੀਂ ਬੈਕਗ੍ਰਾਉਂਡ 'ਚ ਰਹੋਗੇ, ਅਸੀਂ ਉਹਦੇ ਤੋਂ ਸੁਣਨੇ ਆ ਕਲਾਮ ਜਗਦੀਪ ਵੀਰ ਦਾ ਤੇ ਮੌਕੇ ਤੇ ਠੀਕ ਹੋ ਜਾਵੇ ਤੇ ਫਿਰ ਬੜਾ ਮਜ਼ਾ ਆਇਆ। ਤੁਹਾਡੀ ਜਿਹੜੀ ਪਹਿਲੇ ਸੁਣੀਆਂ ਨੇ ਕਵਿਤਾ ਸੀ, ਫਿਰ ਤੁਹਾਡੇ ਨਾਲ ਦੁਬਾਰਾ ਹੁੰਦੇ ਜੀ। ਜਗਦੀਪ ਵੀਰ ਜੀ ਤੁਸੀਂ ਕੁਝ ਸਾਂਝੀ ਕਰੋ ਜੀ ਆਪਣੀ ਕੋਈ ਕਲਾਮ ਜੀ ਜੀ। ਜਸਪਾਲ ਸਿੰਘ ਜੱਸੀ, ਪਾਲ ਸਿੱਧੂ ਔਰ ਸੋਨਾ ਬੇਨੀਵਾਲ, ਸਿਮਰਜੀਤ ਗਰੇਵਾਲ, ਸਾਰੇ ਲੋਕ ਤੁਹਾਨੂੰ ਵਡਿਆ ਰਹੇ ਨੇ, ਬਹੁਤ ਬਹੁਤ ਧੰਨਵਾਦ ਕਹਿ ਰਹੇ ਨੇ। ਔਰ ਬੂਟਾ ਸਿੰਘ ਮਾਨ ਕਹਿ ਰਹੇ ਨੇ ਕਿ ਬਹੁਤ ਵਧੀਆ ਗੁਰਪ੍ਰੀਤ ਤਰ੍ਹਾਂ ਨੇ ਗੱਲਬਾਤ ਕੀਤੀ ਹੈ ਜੀ। ਇਹ ਦੋਸਤਾਂ ਦੀ ਹਲਾਸ਼ੇਰੀ ਹੈ ਜੀ, ਇਹ ਚੋਰੀ ਰੱਖਦੀ ਹੈ ਕਿ ਤੁਹਾਨੂੰ ਖਲੋਣ ਨਹੀਂ ਦੇਣਾ ਤੇ ਇਹ ਕਮੈਂਟਸ ਤੁਸੀਂ ਬਾਅਦ ਚ ਵੇਖ ਵੀ ਸਕੋਗੇ। ਇਸ ਪ੍ਰੋਗਰਾਮ ਤੋਂ ਬਾਅਦ ਫਿਰ ਜਗਦੀਪ ਭਾਈ ਸਾਰਾ ਜਾਣਦੇ ਨੇ, ਤੁਸੀਂ ਇਹਨਾਂ ਨੂੰ ਜਵਾਬ ਵੀ ਦੇ ਸਕੋਗੇ ਪ੍ਰੋਗਰਾਮ ਤੋਂ ਬਾਅਦ ਜੀ। ਹਾਂਜੀ, ਕਵਿਤਾ ਹੈ ਜੀ ਲਾਲ ਬੱਤੀ।
ਜੀ ਚੰਗੀ ਇਹ ਜਿਹੜੇ ਲਾਈਟਸ ਤੇ ਨਾ ਉਹ ਵਿਚਾਰੇ ਛੋਟੇ ਛੋਟੇ ਜਾਨੀ ਕਿ ਮੰਗ ਰਹੇ ਹੁੰਦੇ ਨੇ ਹਨਾ, ਮਾਸੂਮ ਬੱਚੇ, ਜੀ ਉਹਨਾਂ ਤੇ ਕਵਿਤਾ ਲਾਲ ਬੱਤੀ। ਵਾਹ ਚੰਗੀ ਨਹੀਂ ਲੱਗਦੀ ਇਹਨਾਂ ਨੂੰ ਹਰੀ ਬੱਤੀ, ਹਮ, ਜਾਂ ਕਹਿ ਲਵੋ ਕਿਸੇ ਰਾਹ ਦਾ ਖੁੱਲਣਾ ਵੀ ਚੰਗਾ ਨਹੀਂ ਇਹਨਾਂ ਵਾਸਤੇ। ਆਹਾ ਚੰਗੀ ਨਹੀਂ ਲੱਗਦੀ ਇਹਨਾਂ ਨੂੰ ਹਰੀ ਬੱਤੀ, ਜਾਂ ਕਹਿ ਲਵੋ ਕਿਸੇ ਰਾਹ ਦਾ ਖੁੱਲਣਾ ਵੀ ਚੰਗਾ ਨਹੀਂ ਇਹਨਾਂ ਵਾਸਤੇ। ਜਦ ਹੁੰਦੀ ਲਾਲ ਬੱਤੀ, ਵਾਹ ਜਦ ਹੁੰਦੀ ਲਾਲ ਬੱਤੀ, ਦੌੜ ਪੈਂਦੇ ਫੁੱਟਪਾਥ ਤੋਂ ਸੜਕ ਵੱਲ ਇਹ ਛੋਟੇ ਛੋਟੇ ਬੱਚੇ, ਕਾਰਾਂ ਦੇ ਸ਼ੀਸ਼ੇ ਖੜਕਾ ਖੜਕਾ ਮੰਗਦੇ ਪੈਸੇ। ਜਦ ਹੁੰਦੀ ਲਾਲ ਬੱਤੀ, ਦੌੜ ਪੈਂਦੇ ਫੁੱਟਪਾਥ ਤੋਂ ਸੜਕ ਵੱਲ ਇਹ ਛੋਟੇ ਛੋਟੇ ਬੱਚੇ, ਕਾਰਾਂ ਦੇ ਸ਼ੀਸ਼ੇ ਖੜਕਾ ਖੜਕਾ ਮੰਗਦੇ ਪੈਸੇ। ਪੱਕੇ ਰੰਗ, ਆਹਾ, ਪੱਕੇ ਰੰਗ, ਸੜਕਾਂ ਜਿਹੇ ਬੱਚੇ ਹੋਣੀ ਜਿਨ੍ਹਾਂ ਦੀ ਲਾਲ ਬੱਤੀ। ਵਾਹ ਵਾਹ ਵਾਹ, ਬਹੁਤ ਸੋਹਣਾ ਤੁਸੀਂ ਖਿਆਲ ਚ ਸਮੋਇਆ ਜੀ ਕਿ ਉਹ ਲਾਲ ਬੱਤੀ ਤੇ ਪੂਰੀ ਦੁਨੀਆ ਸ਼ੁਰੂ ਹੋ ਜਾਂਦੀ ਹੈ ਜੀ। ਲੋਕਾਂ ਹਾਂਜੀ ਲਈ ਤਾਂ ਹਾਂਜੀ, ਸ਼ਾਇਦ ਇਹ ਰੁਕਣ ਦਾ ਇਸ਼ਾਰਾ ਹੈ, ਲੇਕਿਨ ਇੱਕ ਖਾਸ ਲੋਕਾਂ ਲਈ ਉਹ ਜ਼ਿੰਦਗੀ ਹੈ। ਬਹੁਤ ਉਹ ਸੋਹਣਾ ਜ਼ਿੰਦਗੀ ਮੌਕਾ ਹੈ। ਚੁਣਿਆ ਹੈ ਜਗਦੀਪ ਭਾਈ, ਬੜਾ ਯੂਨੀਕ। ਹਾਂਜੀ ਹਾਂਜੀ, ਸ਼ੁਕਰੀਆ ਸਰ, ਸ਼ੁਕਰੀਆ। ਇਹ ਸ਼ਾਇਰ ਦੀ ਇਹੀ ਅਤਾ ਹੁੰਦੀ ਨਾ ਜੀ ਕਿ ਜਦੋਂ ਇਸ਼ਾਰਾ ਬੰਦ ਹੁੰਦਾ, ਲੋਕਾਂ ਨੂੰ ਕਾਹਲ ਹੁੰਦੀ ਹੈ ਕਦੋਂ ਖੁੱਲਣਾ ਹੈ, ਤੇ ਸ਼ਾਇਰ ਉਹ ਚੋਂ ਵੀ ਹਾਂਜੀ ਜ਼ਿੰਦਗੀ ਲੱਭ ਲੈਂਦਾ ਹੈ ਕਿ ਇਸ ਦੌਰਾਨ ਕੀ ਹੋ ਰਿਹਾ ਹੈ ਜੀ, ਔਰ ਫਿਰ ਉਹ ਆਪਣੇ ਸਾਥ ਸਾਥ ਲੋਕਾਂ ਤੱਕ ਪਹੁੰਚਾਉਂਦਾ ਹੈ। ਤੁਹਾਡਾ ਧੰਨਵਾਦ, ਤੁਸੀਂ ਹਾਂਜੀ, ਇੰਨਾ ਸੋਹਣਾ ਸਾਡਾ ਧਿਆਨ ਸਾਨੂੰ ਪਵਾਇਆ ਇਸ ਮਸਲੇ ਨਾਲ। ਸ਼ੁਕਰੀਆ ਜੀ। ਮੈਂ ਨਾ ਇੱਕ ਜਿਹੜੀ ਕਿਤਾਬ ਤੇ ਨਾਮ ਤੇ ਹੀ ਟਾਈਟਲ ਵਾਲੀ ਕਵਿਤਾ ਮੈਂ ਤੁਹਾਨੂੰ ਕਵਿਤਾ ਸੁਣਾਉਣਾ, ਇਉਂ ਵੀ ਦੇਖਣਾ ਹੈ, ਜੀ ਉਹ ਵੀ ਦੇਖਣਾ। ਇਉਂ ਵੀ ਦੇਖਣਾ ਹੈ, ਇਉਂ ਵੀ ਦੇਖਣਾ ਹੈ ਕਿ ਤਾਰੇ ਸਿਰਫ ਸਿਤਾਰੇ ਨਾ ਲੱਗਣ। ਇਉਂ ਵੀ ਆਹਾ ਦੇਖਣਾ ਹੈ ਕਿ ਤਾਰੇ ਸਿਰਫ ਸਿਤਾਰੇ ਨਾ ਲੱਗਣ, ਗੈਸਾਂ ਦੇ ਗੋਲੇ ਗ੍ਰਹਿ ਵੀ ਲੱਗਣ। ਇਉਂ ਵੀ ਆਹਾ ਦੇਖਣਾ ਹੈ ਕਿ ਸਿਰਫ ਇੱਕ ਦੀਵਾਰ ਨਾ ਦਿਖੇ, ਇਉਂ ਵੀ ਦੇਖਣਾ ਹੈ ਕਿ ਸਿਰਫ ਇੱਕ ਦੀਵਾਰ ਨਾ ਦਿਖੇ, ਇੱਕ ਛੱਤ ਨਾ ਦਿਖੇ। ਦਿਖੇ ਕਿੰਨਾ ਸੀਮੈਂਟ, ਕਿੰਨੀ ਰੇਤ, ਕਿੰਨਾ ਪਾਣੀ, ਕਿੰਨੀ ਮਿਹਨਤ ਕਿਰਤੀਆਂ ਦੀ। ਇਉਂ ਵੀ ਦੇਖਣਾ ਹੈ ਕਿ ਸਿਰਫ ਇੱਕ ਦੀਵਾਰ ਨਾ ਦਿਖੇ, ਇੱਕ ਛੱਤ ਨਾ ਦਿਖੇ, ਦਿਖੇ ਕਿੰਨਾ ਸੀਮੈਂਟ, ਕਿੰਨੀ ਰੇਤ, ਕਿੰਨਾ ਪਾਣੀ, ਕਿੰਨੀ ਮਿਹਨਤ ਕਿਰਤੀਆਂ ਦੀ। ਇਉਂ ਵੀ ਦੇਖਣਾ ਹੈ, ਇਉਂ ਵੀ ਦੱਸਣਾ ਹੈ ਕਿ ਪੱਟਾਂ ਡੌਲਿਆਂ ਦੀਆਂ ਮੱਛੀਆਂ ਮਰ ਜਾਂਦੀਆਂ ਨੇ, ਸਰੀਰੋਂ ਨਿਕਲੇ ਪਾਣੀ ਬਿਨਾਂ। ਆਹਾ ਇਉਂ ਵੀ ਦੇਖਣਾ ਹੈ, ਇਉਂ ਵੀ ਦੱਸਣਾ ਹੈ ਕਿ ਪੱਟਾਂ ਡੌਲਿਆਂ ਦੀਆਂ ਮੱਛੀਆਂ ਮਰ ਜਾਂਦੀਆਂ ਨੇ, ਸਰੀਰੋਂ ਨਿਕਲੇ ਲਿਖੇ ਪਾਣੀ ਬਿਨਾਂ। ਪਾਣੀ ਦਾ। ਸੱਚ ਨੂੰ ਸੱਚ ਲਿਖਣਾ, ਆਹਾ ਸੱਚ ਨੂੰ ਸੱਚ ਲਿਖਣਾ, ਆਪਣਾ ਨਹੀਂ ਤੱਕਣਾ, ਇਉਂ ਵੀ ਦੇਖਣਾ ਹੈ। ਵਾਹ ਵਾਹ ਵਾਹ, ਸੱਚ ਨੂੰ ਸ਼ੁਕਰੀਆ ਜੀ, ਸੱਚ ਲਿਖਣਾ, ਆਪਣਾ ਨਹੀਂ ਤੱਕਣਾ। ਇਉਂ ਵੀ ਦੇਖਣਾ ਹੈ। ਵਾਹ ਵਾਹ, ਚਲੋ ਇਉਂ ਉਹਨਾਂ ਚਿਰ ਗੁਰਪ੍ਰੀਤ ਜੀ ਸੁਣਾ ਦੇਣਗੇ, ਮੇਰੇ ਖਿਆਲ ਆਫਲਾਈਨ ਹੋ ਗਏ। ਆਦੇ ਉਹਨਾਂ ਦੇ ਆਉਣ ਤੱਕ ਜੀ ਤੁਸੀਂ ਅਤਾ ਕਰੋ। ਉਹਨਾਂ ਦੇ ਕੋਈ ਨਾ ਜੀ, ਨੈਟ ਦਾ ਲੱਗਦਾ ਸਾਰੇ ਪਾਸੇ ਪ੍ਰੋਬਲਮ ਹੈ, ਉਧਰ ਤੇ 2G ਆ ਰਿਹਾ ਸੀ, ਇੱਧਰ ਵੀ ਵਿੱਚ ਵਿੱਚ ਰੌਲਾ ਆ ਰਿਹਾ ਇਹਨਾਂ ਦਾ ਨਾ। ਹਾਂਜੀ ਹਾਂਜੀ ਹਾਂਜੀ। ਚਲੋ ਮੈਂ ਛੋਟੀ ਜੀ ਇੱਕ ਕਵਿਤਾ, ਮੇਰੀ ਬੇਟੀ ਤੇ ਮੈਂ ਬਹੁਤ ਕਵਿਤਾਵਾਂ ਲਿਖੀਆਂ ਜਦੋਂ 2016 ਕਮਾਲ ਹੈ ਚ ਜੀ, ਉਹਨਾਂ ਦਾ। ਬੜੀ ਗੱਲ ਹੈ ਸਰ। ਇਹ ਵੀ ਇਨਸਪਾਇਰੇਸ਼ਨ ਹੈ ਇਹ ਸੁਣਨ ਵਾਲਿਆਂ ਲਈ ਕਿ ਧੀਆਂ ਲਈ ਇੰਜ ਦੀ ਸੋਚ ਹੋਣੀ ਚਾਹੀਦੀ। ਹਾਂਜੀ ਹਾਂਜੀ, ਇਹ ਜੋ 6 ਮਹੀਨਿਆਂ ਦੀ ਸੀ ਉਦੋਂ ਮੈਂ ਇੱਕ ਕਵਿਤਾ ਲਿਖੀ ਉਹਦਾ ਸੀ, ਕੀ ਨਾਂ ਹਾਸੇ ਹੈ ਦੀ ਜੀ? ਕੀਮਤ। ਤੀਰਾਨੀ ਦਾ ਕੀ ਨਾਂ ਹੈ ਜੀ? ਨਿਆਮਤ, ਨਿਆਮਤ, ਨਿਆਮਤ। ਵਾਹ, ਨਿਆਮਤ ਬੜੀ ਖੁਸ਼ਕਿਸਮਤ ਹੈ ਜੀ ਕਿ ਉਹ ਤੇ ਹਾਂਜੀ, ਇੰਨਾ ਕੁਝ ਲਿਖਿਆ ਗਿਆ ਹੁਣੇ ਹੀ। ਵਾਹ, ਹਾਸੇ ਦੀ ਕੀਮਤ। ਜੀ 6 ਮਹੀਨਿਆਂ ਦੀ ਹੋ ਗਈ ਹੈ ਬੇਟੀ ਮੇਰੀ, 6 ਮਹੀਨਿਆਂ ਦੀ ਹੋ ਗਈ ਹੈ ਬੇਟੀ ਮੇਰੀ, ਦੰਦ ਕੱਢ ਰਹੀ ਹੈ। ਵਾਹ 6 ਮਹੀਨਿਆਂ ਦੀ ਹੋ ਗਈ ਹੈ ਬੇਟੀ ਮੇਰੀ, ਦੰਦ ਕੱਢ ਰਹੀ ਹੈ। ਬੁਖਾਰ ਹੁੰਦਾ ਹੈ, ਬੁਖਾਰ ਹੁੰਦਾ ਹੈ, ਪਸੀਨਾ ਆਉਂਦਾ ਹੈ, ਰਿਹਾੜ ਕਰਦੀ ਹੈ, ਰੋਂਦੀ ਹੈ। ਇੱਕ ਸੋਹਣੇ ਹਾਸੇ ਪਿੱਛੇ ਕਿੰਨਾ ਦੁੱਖ ਸਹਿਣਾ ਪੈਂਦਾ ਹੈ, ਇੱਕ ਸੋਹਣੇ ਹਾਸੇ ਪਿੱਛੇ ਕਿੰਨਾ ਦੁੱਖ ਸਹਿਣਾ ਪੈਂਦਾ ਹੈ। ਕੁਝ ਵਾਹ, ਮਹੀਨਿਆਂ ਦਾ ਬੱਚਾ ਸਮਝਾ ਦਿੰਦਾ ਹੈ। ਕੀ ਬਾਤ ਹੈ, ਵਾਹ ਵਾਹ ਵਾਹ। ਸੋਹਣੇ ਹਾਸੇ ਲਈ ਕਿੰਨਾ ਦੁੱਖ ਸਹਿਣਾ ਪੈਂਦਾ ਹੈ। ਵਾਹ ਹਾਂਜੀ ਹਾਂਜੀ, ਵਾਹ, ਬਚਪਨ ਚ ਹੀ ਬੱਚਾ ਆਪਾਂ ਨੂੰ ਦੱਸ ਦਿੰਦਾ ਜੀ। ਬਹੁਤ ਅੱਛੀ। ਗੁਰਪ੍ਰੀਤ ਜੀ ਤੇ ਮੇਰੇ ਮੋਢਿਆਂ ਤੇ ਭਾਰ ਜ਼ਿਆਦਾ ਪੈ ਗਿਆ ਲੱਗਦਾ ਮੈਨੂੰ। ਹਾਂ ਜੀ, ਉਹ ਨੈਟ ਤੁਹਾਡੇ ਵਾਲੀ ਚੰਗਾ ਚੱਲ ਰਿਹਾ ਜੀ, ਤੇ ਉਹ ਸਾਡਾ ਨਾਲੇ ਨੈਟ ਨੂੰ ਵੀ ਪਤਾ ਹੈ ਕਿ ਰਾਜਧਾਨੀ ਦਾ ਇਲਾਕਾ ਜੀ, ਆ ਸਕਦਾ ਹੈ। ਇਹ ਰਾਜਧਾਨੀ ਦਾ ਸਾਡਾ। ਚਲੋ ਮੈਂ ਇੱਕ ਕਵਿਤਾ ਥੋੜੀ ਜੀ, ਗੁਰਪ੍ਰੀਤ ਬਾਈ ਜੀ ਚਲੋ ਮੈਂ ਹੀ ਸੁਣਾ ਦਿੰਦਾ ਜੀ ਇੱਕ ਕਵਿਤਾ ਹੋਰ। ਜੀ ਜੀ, ਭੁੱਲ ਹੀ ਜਾਈਏ ਤਾਂ ਚੰਗਾ ਹੈ,
ਭੁੱਲ ਹੀ ਜਾਈਏ ਤਾਂ ਹੁਣ ਚੰਗਾ ਹੈ। ਆਪਾਂ ਹਾਂਜੀ ਹੁਣ ਆਪਾਂ ਇੱਕ ਦੂਜੇ ਨੂੰ ਭੁੱਲ ਹੀ ਜਾਈਏ ਤਾਂ ਚੰਗਾ ਹੈ। ਹੁਣ ਆਪਾਂ ਇੱਕ ਦੂਜੇ ਨੂੰ ਭੁੱਲ ਹੀ ਜਾਈਏ ਤਾਂ ਚੰਗਾ ਹੈ। ਐਵੇਂ ਦੋ ਘਰ ਭਿੜੇ ਤਾਂ ਪੱਥਰ ਡਿੱਗਣਗੇ ਵੱਜਣਗੇ। ਹੁਣ ਆਪਾਂ ਇੱਕ ਦੂਜੇ ਨੂੰ ਭੁੱਲ ਹੀ ਜਾਈਏ ਤਾਂ ਚੰਗਾ ਹੈ। ਐਵੇਂ ਦੋ ਘਰ ਭਿੜੇ ਤਾਂ ਪੱਥਰ ਡਿੱਗਣਗੇ ਵੱਜਣਗੇ। ਮੈਂ ਤੇਰੇ ਪਿੰਡ ਤੂੰ ਮੇਰੇ ਸ਼ਹਿਰ ਨਾ ਜਾਵੀਂ। ਖਰੀਦੋ ਫਰੋਖਤ ਕਰਨੀ ਹੋਵੇ ਉਲਟੀ ਦਿਸ਼ਾ ਚਲੀ ਜਾਵੀਂ। ਜੋ ਆਪਣੇ ਲਈ ਅਸਲੋਂ ਸਿੱਧੀ ਹੋਵੇਗੀ। ਵਾਹ ਇੱਕ ਦੂਜੇ ਨੂੰ ਬੁਰਾ ਨਾ ਵੀ ਕਹੀਏ। ਤੂੰ ਸਹੇਲੀਆਂ ਨੂੰ ਕਹੀਂ ਐਵੇਂ ਆਕਰਸ਼ਣ ਜਿਹਾ ਸੀ। ਮੈਂ ਦੋਸਤਾਂ ਨੂੰ ਕਹਿ ਲਵਾਂਗਾ ਬਸ ਬਚਪਨਾ ਜਿਹਾ ਸੀ। ਆਪਣੀ ਪਤਨੀ ਦੇ ਵਾਲਾਂ ਨੂੰ ਪਿਆਰ ਨਾਲ ਕੁੰਘਰਾਲੇ ਕਹਿ ਲਵਾਂਗਾ। ਆਪਣੀ ਪਤਨੀ ਦੇ ਵਾਲਾਂ ਨੂੰ ਪਿਆਰ ਨਾਲ ਕੁੰਘਰਾਲੇ ਕਹਿ ਲਵਾਂਗਾ। ਤੂੰ ਆਪਣੇ ਪਤੀ ਦੇ ਵਾਲਾਂ ਨੂੰ ਕਰਲੀ ਕਹਿ ਲਵੀਂ। ਆਹਾ ਇਉਂ ਹੀ ਨਿਕਲ ਆਵਾਂਗੇ ਇਉਂ ਹੀ ਨਿਕਲ ਆਵਾਂਗੇ ਇਹਨਾਂ ਵਲ ਵਲੇਵਿਆਂ ਚੋਂ ਹੌਲੀ ਹੌਲੀ। ਵਾਹ ਮੈਂ ਵਾਹ ਖੁਸ਼ ਮੈਂ ਖੁਸ਼ ਹੋਵਾਂਗਾ ਤੂੰ ਵੀ ਹੰਝੂ ਨਾ ਕੇਰੀ। ਮੈਂ ਖੁਸ਼ ਹੋਵਾਂਗਾ ਤੂੰ ਵੀ ਹੰਝੂ ਨਾ ਕੇਰੀ। ਜੰਗ ਲੜਨ ਜਿੰਨੀ ਵੱਡੀ ਹੁੰਦੀ ਇਹ ਦਲੇਰੀ। ਮੈਂ ਖੁਸ਼ ਹੋਵਾਂਗਾ ਤੂੰ ਵੀ ਹੰਝੂ ਨਾ ਕੇਰੀ। ਜੰਗ ਲੜਨ ਜਿੰਨੀ ਵੱਡੀ ਹੁੰਦੀ ਇਹ ਦਲੇਰੀ। ਮਨ ਪਰਛ ਹੀ ਜਾਏਗਾ ਮਨ ਪਰਛ ਹੀ ਜਾਏਗਾ। ਘੜੀਆਂ ਹੀ ਨਹੀਂ ਵਕਤ ਵੀ ਬਹੁ ਰੰਗਾ ਹੈ। ਹੁਣ ਆਹਾ ਆਪਾਂ ਇੱਕ ਦੂਜੇ ਨੂੰ ਭੁੱਲ ਹੀ ਜਾਈਏ ਤਾਂ ਚੰਗਾ ਹੈ। ਕੀ ਸ਼ੁਕਰੀਆ। ਬਾਤ ਵਾਹ ਵਾਹ ਤੁਸੀਂ ਗੁਰਦੀ ਬੜਾ ਜੀ ਭਾਈ ਜਲਦੀ ਜਲਦੀ ਸੁਣਾ ਦਿਓ ਇਸ ਤੋਂ ਪਹਿਲਾਂ ਕਿ ਨੈਟ ਅੱਛਾ ਦਾ ਕੋਈ ਪ੍ਰੋਬਲਮ ਹੋ ਜਾਏ ਨਾ। ਗੁਰਪ੍ਰੀਤ ਨਾ ਮਾਈਕ ਉਧਰੋਂ ਬੰਦ ਉਹਨਾਂ ਵੱਲੋਂ ਅੱਛਾ ਅੱਛਾ ਜਰਾ ਮਾਈਕ ਖੋਲ ਲਓ ਜੀ ਤੁਸੀਂ ਆਪਣਾ ਮੈਂ ਕੰਮ ਕਰ ਲਿਆ ਮੈਂ। ਹਾਂਜੀ ਜੀ ਤੁਹਾਡੀ ਬੜੀ ਵਾਰੀ ਨਿਭਾਈ ਹੈ ਜੀ ਜਗਦੀਪ ਵੀਰ ਨੇ ਤੇ ਹਾਂਜੀ ਜਗਦੀਪ ਵੀਰ ਜੋ ਕਿ ਪ੍ਰੋਗਰਾਮ ਕਰਦੇ ਰਹਿੰਦੇ ਨੇ ਤੇ ਉਹ ਫਿਰ ਉਹਨਾਂ ਨੂੰ ਪਤਾ ਹੁੰਦਾ ਔਖੇ ਵੇ ਕਿਵੇਂ ਕੱਢਣਾ ਹੈ ਨੈਟ ਚੋਂ ਮਾਮਲੇ ਚ ਚੀਜ਼ਾਂ ਬਿਲਕੁਲ ਬਿਲਕੁਲ। ਤੇ ਬਹੁਤ ਇਹ ਸੋਹਣਾ ਸਾਡਾ ਕਲਾਮ ਸਾਰਾ ਭਾਰ ਇਹਦੇ ਹੀ ਮੋਢਿਆਂ ਤੇ ਹੈ। ਤੇ ਹਾਂਜੀ 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 ਆ ਗਿਆ ਡਾਕਟਰ ਸਾਹਿਬ, ਮੈਂ ਤੁਹਾਨੂੰ ਸੁਣਾਉਣੀ ਚਾਹੁੰਦਾ ਆ ਗਿਆ ਨੈਟ ਜੀ। ਸ਼ਾਮਿਲ ਵੈਲਕਮ। ਆ ਗਿਆ ਜੀ ਚਿੱਠੀਆਂ ਭਰਿਆ ਸੀ ਵਾ। ਅੱਛਾ ਜੀ ਤੁਹਾਡੇ ਤੋਂ ਪਹਿਲਾਂ ਗੁਰਪ੍ਰੀਤ ਜੀ ਸਵਾਮੀ ਭਾਈ ਕੋ ਸੁਣ ਲਈਏ। ਤੁਹਾਡੇ ਕੋਲ ਅਸੀਂ ਐਂਡ ਤੇ ਸੁਣਨੇ ਆ ਹਾਂਜੀ 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 ਇਹ ਵੀ ਇੱਕ ਵੱਡਿਆਂ ਨੂੰ ਆਦਰ ਦੇਣ ਦਾ ਤਰੀਕਾ ਹੁੰਦਾ ਹੈ ਜੀ। ਹਾਂਜੀ ਸਵਾਮੀ ਜੀ। ਜੀ ਸਵਾਮੀ ਵੀਰ ਜੀ। ਝੂਲਾ ਪੁੱਲ। ਧੰਨਵਾਦ ਬੜੇ ਵੀਰ। ਹਾਂ ਹਾਂ ਝੂਲਾ ਪੁੱਲ। ਆਪ ਥੋੜਾ ਜਿਹਾ ਦੱਸਾਂ ਕਿ ਮੈਂ ਜੰਮੂ ਕਸ਼ਮੀਰ ਦਾ ਬਾਰਡਰ ਜ਼ਿਲ੍ਹਾ ਹੈਗਾ ਪੁੰਛ। ਜੀ ਜੀ ਬਿਲਕੁਲ ਪਾਕਿਸਤਾਨ ਲੱਗਦਾ ਰਾਵਲਾਕੋਟ ਦੇ ਨਾਲ। ਠੀਕ ਹੈ ਹਾਂਜੀ ਹਾਂਜੀ ਤੇ ਪਹਾੜੀ ਇਲਾਕਾ ਤੇ ਦਰਿਆ ਤੇ ਝੂਲੇ ਪੁੱਲ ਹੁੰਦੇ ਨੇ ਪਹਾੜਾਂ ਤੇ। ਹਾਂਜੀ ਹੁੰਦੇ ਨੇ ਬਿਲਕੁਲ। ਬਿਲਕੁਲ ਝੂਲਾ ਪੁੱਲ ਰੁੜ ਜਾਂਦਾ ਬਰਸਾਤਾਂ ਵਿੱਚ ਹਰ ਸਾਲ। ਝੂਲਾ ਪੁੱਲ ਹਾਂ ਬਿਲਕੁਲ ਚੂਲਾ ਰੁੜ ਪੁੱਲ ਜਾਂਦਾ ਹਰ ਸਾਲ ਬਰਸਾਤਾਂ ਵਿੱਚ ਹਰ ਸਾਲ। ਝੂਲਾ ਪੁੱਲ ਬਰਸਾਤਾਂ ਵਿੱਚ ਤੁਰਦੇ ਦਰਿਆ ਨਾਪਦੇ ਗਿੱਟੇ ਗਿੱਟੇ ਗੋਡੇ ਗੋਡੇ ਪੱਟ ਪੱਟ ਲੱਕ ਲੱਕ ਕੱਛ ਕੱਛ ਗਾਟੇ ਗਾਟੇ। ਵਾਹ ਵਾਹ ਬਹੁਤ ਵਾਹ ਵਾਹ ਬਰਸਾਤਾਂ ਵਿੱਚ ਤੁਰਦੇ ਦਰਿਆ ਨਾਪਦੇ ਗਿੱਟੇ ਗਿੱਟੇ ਗੋਡੇ ਗੋਡੇ ਪੱਟ ਪੱਟ ਲੱਕ ਲੱਕ ਕੱਛ ਕੱਛ ਗਾਟੇ ਗਾਟੇ। ਹੱਥ ਫੜ ਥਾਂ ਲਾ ਟਿਕਾ ਕੇ ਹੱਥ ਫੜ ਜੀ ਥਾਂ ਲਾ ਪਾਰ ਲੰਘਦੇ ਕਤੀ ਰੁੜ ਵੀ ਜਾਂਦੇ। ਵਾਹ 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 ਕੀ ਹੱਥ ਖੇਡ ਹੈ ਫੜ ਜੀ। ਥਾਂ ਲਾ ਪਾਰ ਲੰਘਦੇ ਕਤੀ ਰੁੜ ਵੀ ਜਾਂਦੇ। ਰੁੜਿਆਂ ਦੀ ਲਾਸ਼ ਲੱਭਣ ਰੁੜਿਆ ਹੁੰਦਾ ਪੂਰਾ ਸ਼ਹਿਰ ਦਰਿਆ ਦਰਿਆ। ਵਾਹ ਬਹੁਤ ਅੱਛਾ ਵਾਹ 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 ਬਹੁਤ ਵਾਹ ਫਿਰ ਲਾਈਨ ਪੜੋ ਜੀ ਰੁੜਿਆਂ ਦੀ ਲਾਸ਼ ਲੱਭਣ ਰੁੜਿਆਂ ਦੀ ਲਾਸ਼ ਲੱਭਣ ਰੁੜਿਆ ਹੁੰਦਾ ਪੂਰਾ ਸ਼ਹਿਰ ਦਰਿਆ ਦਰਿਆ। ਵਾਹ ਪਾਣੀ ਜਾਣਦੇ ਬੰਦੇ ਉੱਥੇ ਤਾਰੂਆਂ ਨੂੰ ਕਹਿੰਦੇ ਪਾਣੀ ਜਾਣਦਾ ਹਨਾ। ਹਾਂਜੀ ਪਾਣੀ ਜਾਣ ਜਾਣਦੇ ਬੰਦੇ ਵਾਹ ਪਾਣੀ ਜਾਣਦੇ ਬੰਦੇ ਪਾਣੀ ਵਿੱਚ ਪੈਂਦੇ ਅਰਥੀ ਕੱਢ ਲੈਂਦੇ। ਵਾਹ ਵਾਹ ਪਾਣੀ ਜਾਣਦੇ ਪਾਣੀ ਬੰਦੇ ਜਾਣਦੇ ਬੰਦੇ ਪਾਣੀ ਵਿੱਚ ਪੈਂਦੇ ਅਰਥੀ ਕੱਢ ਲੈਂਦੇ। ਨਹੀਂ ਤਾਂ ਜਾ ਮਦਾਰਪੁਰ ਲੱਗਦੀ ਲੋਥ। ਸਾਡੇ ਪਾਸੇ ਵਾਲਾ ਇਲਾਕਾ ਲਕੀਰੋਂ ਪਾਰ ਦਾ। ਜੀ ਜੀ ਨਹੀਂ ਹਾਂਜੀ ਤਾਂ ਜਾ ਮਦਾਰਪੁਰ ਲੱਗਦੀ ਲੋਥ ਸਾਤੋਂ ਛੁੱਟੀਆਂ ਨਾਲ ਰੁੜੀਆਂ ਲੱਕੜਾਂ ਸਮੇਤ। ਵਾਹ ਵਾਹ ਸਾਥੋਂ ਛੁੱਟੀਆਂ ਸਫੇਦ ਝੰਡੇ ਹੇਠ
ਜੀ ਸਾਥੋਂ ਨਹੀਂ ਤਾਂ ਜਾਮਦਾਰਪੁਰ ਲੱਗਦੀ ਲੋਥ, ਸਾਥੋਂ ਛੁੱਟੀਆਂ ਨਾਲ ਰੁੜੀਆਂ ਲੱਕੜਾਂ ਸਮੇਤ। ਸਫੇਦ ਝੰਡੇ ਹੇਠ ਅਰਥੀ ਵਾਪਸ ਕਰਦੇ ਪਾਕਿਸਤਾਨੀ ਲੋਕੀ ਫੌਜੀ। ਸਫੇਦ ਝੰਡੇ ਹੇਠ ਅਰਥੀ ਵਾਪਸ ਕਰਦੇ ਪਾਕਿਸਤਾਨੀ ਲੋਕੀ ਫੌਜੀ। ਨਹੀਂ ਤਾਂ ਇਧਰਲੀਆਂ ਲੱਕੜਾਂ ਨਾਲ ਹੀ ਫੂਕ ਦਿੰਦੇ ਇਧਰਲਾ ਬੰਦਾ ਉਧਰ। ਵਾਹ ਬਹੁਤ ਅੱਛਾ। ਨਹੀਂ ਤਾਂ ਆਈਆਂ ਇਧਰਲੀਆਂ ਲੱਕੜੀਆਂ ਨਾਲ ਹੀ ਫੂਕ ਦਿੰਦੇ ਇਧਰਲਾ ਬੰਦਾ ਉਧਰ। ਜਿਵੇਂ ਅਸੀਂ ਦੱਬ ਦਿੰਦੇ ਇਧਰ ਰੁੜ ਆਈ ਅਣਪਛਾਤੀ ਲੋਸ਼। ਜਿਵੇਂ ਅਸੀਂ ਦੱਬ ਦਿੰਦੇ ਇਧਰ ਰੁੜ ਆਈ ਅਣਪਛਾਤੀ ਲੋਥ। ਨਮਾਜ਼ੇ ਜਨਾਜ਼ਾ ਪੜ੍ਹ ਕੇ ਆਪਣੇ ਕਬਰਸਤਾਨ ਵਿੱਚ। ਵਾਹ ਇੱਕ ਦਰਿਆ ਉਧਰੋਂ ਵੀ ਆ ਰਿਹਾ। ਵਾਹ ਵਾਹ ਜਿਵੇਂ ਬਹੁਤ ਸੋਹਣੀ ਅਸੀਂ ਸਮਝ ਦੀ ਗੱਲ ਹੈ ਜੀ। ਵਾਹ ਜਿਵੇਂ ਅਸੀਂ ਦੱਬ ਦਿੰਦੇ ਇਧਰ ਰੁੜ ਆਈ ਅਣਪਛਾਤੀ ਲੋਥ। ਨਮਾਜ਼ੇ ਜਨਾਜ਼ਾ ਪੜ੍ਹ ਕੇ ਆਪਣੇ ਕਬਰਸਤਾਨ ਵਿੱਚ। ਬਰਸਾਤ ਪੁੱਲ ਰੋੜਦੀ ਲਾਸ਼ਾਂ ਪੁੱਲ ਬਣਦੀਆਂ। ਵਾਹ ਬਹੁਤ ਅੱਛਾ। ਵਾਹ ਵਾਹ ਲਾਸ਼ਾਂ ਪੁੱਲ ਬਣਦੀ। ਬਰਸਾਤ ਪੁੱਲ ਰੋੜਦੀ ਲਾਸ਼ਾਂ ਪੁੱਲ ਬਣਦੀਆਂ। ਹੁਣ ਵਾਹ। ਝੂਲੇ ਨਹੀਂ ਪੱਕੇ ਹੋ ਚੁੱਕੇ ਹਨ ਪੁੱਲ। ਹੁਣ ਝੂਲੇ ਨਹੀਂ ਪੱਕੇ ਹੋ ਚੁੱਕੇ ਹਨ ਪੁੱਲ। ਵਾਹ 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 ਬਹੁਤ ਸੋਹਣੇ ਸਰ ਵਿਚਾਰ ਜੀ। ਕਿੰਨੇ ਸੋਹਣੇ ਤੁਸੀਂ ਜੁੜਨ ਦੀ ਗੱਲ ਕੀਤੀ ਇੰਨੇ ਸੋਹਣੇ ਤਰੀਕੇ ਨਾਲ। ਔਰ ਉਹ ਕਦਰਾਂ ਦੱਸੀਆਂ ਜਿਹੜੀਆਂ ਸਾਡੇ 'ਚ ਹੈਗੀਆਂ ਨੇ। ਔਰ ਬਹੁਤ ਪਿਆਰੀ ਤੁਸੀਂ ਉਹ ਪੂਰੀ ਮੰਜ਼ਰ ਨਗਾਰੀ ਕੀਤੀ। ਔਰ ਨਜ਼ਰ ਆ ਰਿਹਾ ਸੀ ਕਿ ਕਿਵੇਂ ਕੋਈ ਰੁੜ ਜਾਂਦਾ ਹੈ ਔਰ ਕਿਸ ਤਰ੍ਹਾਂ ਅਸੀਂ ਉੱਥੇ ਹੀ ਖਲੋਤੇ ਹਾਂ। ਬਹੁਤ ਖੂਬਸੂਰਤ ਸਵਾਮੀ ਜੀ। ਤੇ ਇਹ ਨੈਟ ਵੀ ਸਿੱਧਾ ਹੋ ਗਿਆ ਔਰ ਤੁਸੀਂ ਕਮਾਲ ਕਰ ਦਿੱਤਾ ਹੈ ਨਾਲ ਕਲਾਮ ਦਾ ਜੀ। ਹੋਰ ਵੀ ਕੋਈ ਚੀਜ਼ ਤਾਂ ਕਰੋ ਜੀ। ਧੰਨਵਾਦ ਜੀ ਧੰਨਵਾਦ ਜੀ। ਫਿਰ ਤੁਹਾਨੂੰ ਕੋਈ ਸੀ ਮੈਂ ਇੱਕ ਪੁੱਛਣਾ ਹੈ ਹੋਰ ਪੜ੍ਹਦਾ ਜੀ ਫੋਟੋ। ਜੀ। ਮੈਂ ਇੱਕ ਹੋਰ ਪੜ੍ਹਦਾ ਫੋਟੋ। ਇਹ ਮੇਰੇ ਦੋਸਤਾਂ ਪਾਠਕਾਂ ਵਾਸਤੇ ਖਾਸ ਕਰਕੇ। ਜੀ ਫੋਟੋ। ਜੀ ਫੋਟੋ। ਜਾ ਚੁੱਕੀ ਦੋਸਤ ਜ਼ਿਆਦਾ ਮਤ ਸੋਚੀ ਸੱਚ ਨਹੀਂ ਹੈ। ਐਲਬਮ ਵਿੱਚ ਲੱਗੀ ਸਾਡੀ ਪਹਿਲੀ ਖਿਚਵਾਈ ਫੋਟੋ। ਵਾਹ ਜਾ ਚੁੱਕੀ ਦੋਸਤ ਜ਼ਿਆਦਾ ਮਤ ਸੋਚੀ ਸੱਚ ਨਹੀਂ ਹੈ। ਐਲਬਮ ਵਿੱਚ ਲੱਗੀ ਸਾਡੀ ਪਹਿਲੀ ਖਿਚਵਾਈ ਫੋਟੋ। ਅਸੀਂ ਦੋਵੇਂ ਇਸ ਬਾਗ ਵਿੱਚ ਖੜੇ ਸੀ ਅੜੇ ਸੀ ਕਿ ਫੁੱਲਾਂ ਨਾਲ ਹੀ ਖਿਚਵਾਉਣੀ ਹੈ ਤਸਵੀਰ। ਵਾਹ ਅਸੀਂ ਦੋਵੇਂ ਇਸ ਬਾਗ ਵਿੱਚ ਖੜੇ ਸੀ ਅੜੇ ਸੀ ਕਿ ਫੁੱਲਾਂ ਨਾਲ ਹੀ ਖਿਚਵਾਉਣੀ ਹੈ ਤਸਵੀਰ। ਇਹ ਫੁੱਲ ਨਹੀਂ ਹਨ ਉੱਥੇ। ਇਹ ਫੁੱਲ ਨਹੀਂ ਹਨ ਉੱਥੇ। ਹੁਣ ਬਹੁਤ ਵੱਡੇ ਰੁੱਖ ਹੋ ਚੁੱਕੇ ਹਨ ਫੋਟੋ ਵਿੱਚ ਦਿਸ ਰਹੇ ਬੂਟੇ। ਵਾਹ 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 ਇਹ ਫੁੱਲ ਨਹੀਂ ਹਨ ਉੱਥੇ। ਹੁਣ ਬਹੁਤ ਵੱਡੇ ਰੁੱਖ ਹੋ ਚੁੱਕੇ ਹਨ ਫੋਟੋ ਵਿੱਚ ਦਿਸ ਰਹੇ ਬੂਟੇ। ਵਾਹ ਮਿੱਟ ਖੱਪ ਗਿਆ ਹੈ ਪਿੱਛੇ ਲੱਗਾ ਲਵ ਪੁਆਇੰਟ ਵਾਲਾ ਬੋਰਡ। ਮਿੱਟ ਖੱਪ ਗਿਆ ਹੈ ਪਿੱਛੇ ਲੱਗਾ ਲਵ ਪੁਆਇੰਟ ਵਾਲਾ ਬੋਰਡ। ਦਿਸ ਰਹੀ ਕਾਰ ਦੂਰ ਬਹੁਤ ਦੂਰ ਨਿਕਲ ਗਈ ਹੋਣੀ। ਵਾਹ 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 ਦਿਸ ਰਹੀ ਕਾਰ ਦੂਰ ਬਹੁਤ ਦੂਰ ਨਿਕਲ ਗਈ ਹੋਣੀ। ਫਿੱਕਾ ਹੁੰਦਾ ਹੁੰਦਾ ਗੁਲਾਬੀ ਹੋ ਗਿਆ ਹੋਣਾ ਤੇਰੇ ਪਾਇਆ ਲਾਲ ਸੂਟ। ਵਾਹ 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 ਫਿੱਕਾ ਹੁੰਦਾ ਗੁਲਾਬੀ ਹੋ ਗਿਆ ਹੋਣਾ ਤੇਰੇ ਪਾਇਆ ਲਾਲ ਸੂਟ। ਉੱਤੇ ਦੇਖ ਅਸਮਾਨ ਸਾਫ਼ ਹੈ। ਉੱਤੇ ਦੇਖ ਅਸਮਾਨ ਸਾਫ਼ ਹੈ। ਤਸਵੀਰ ਵਾਲੇ ਬਦਲਾਂ ਦਾ ਕੋਈ ਵੀ ਟੁਕੜਾ ਨਹੀਂ। ਵਾਹ 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 ਤਸਵੀਰ ਵਾਲੇ ਬਦਲਾਂ ਦਾ ਦੇਖ ਅਸਮਾਨ ਸਾਫ਼ ਹੈ। ਤਸਵੀਰ ਵਾਲੇ ਬਦਲਾਂ ਦਾ ਕੋਈ ਵੀ ਟੁਕੜਾ ਨਹੀਂ। ਇੱਕ ਦੋ ਨਹੀਂ ਦਰਿਆ ਤੇ ਬਣ ਚੁੱਕੇ ਹਨ ਪੂਰੇ 4 ਪੁੱਲ। ਇੱਕ ਦੋ ਨਹੀਂ ਦਰਿਆ ਤੇ ਬਣ ਚੁੱਕੇ ਹਨ ਪੂਰੇ 4 ਪੁੱਲ। ਉਸ ਤਰ੍ਹਾਂ ਦੇ ਹੜ੍ਹ ਵੀ ਨਹੀਂ ਆਉਂਦੇ। ਹੁਣ ਅਸੀਂ ਦਰਿਆ ਪੈਦਲ ਨਹੀਂ ਗੱਡੀਆਂ ਵਿੱਚ ਪਾਰ ਕਰਦੇ ਹਾਂ। ਵਾਹ 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 ਹੁਣ ਦਰਿਆ ਉਸ ਤਰ੍ਹਾਂ ਦੇ ਹੜ੍ਹ ਵੀ ਨਹੀਂ ਆਉਂਦੇ। ਹੁਣ ਅਸੀਂ ਦਰਿਆ ਪੈਦਲ ਨਹੀਂ ਗੱਡੀਆਂ ਵਿੱਚ ਪਾਰ ਕਰਦੇ ਹਾਂ। ਮੇਰੇ ਸ਼ਹਿਰ ਵਿੱਚ ਤੇਰੇ ਸ਼ਹਿਰ ਵਾਂਗ ਹੀ ਫਿੱਕੇ ਦਿਸਣ ਲੱਗ ਪਏ ਹਨ ਤਾਰੇ। ਮੇਰੇ ਸ਼ਹਿਰ ਵਿੱਚ ਤੇਰੇ ਸ਼ਹਿਰ ਵਾਂਗ ਹੀ ਫਿੱਕੇ ਦਿਸਣ ਲੱਗ ਪਏ ਹਨ ਤਾਰੇ। ਚੰਨ ਵੀ ਮੈਲਾ ਮੈਲਾ ਰਹਿੰਦਾ ਆਪਣਾ ਪੰਧ ਮੁਕਾ ਚੁੱਕੀ ਹੋਣੀ
ਤੇਰੇ ਉਦੋਂ ਪਾਈ ਨਵੀਂ ਨਕੋਰ ਅੰਬਰਸਰੀ ਜੁੱਤੀ। ਵਾਹ 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 ਜੀ स्वामी जी वाह। ਆਪਣਾ ਪੰਧ ਮੁਕਾ ਚੁੱਕੀ ਹੋਣੀ, ਤੇਰੇ ਉਦੋਂ ਪਾਈ ਨਵੀਂ ਨਕੋਰ ਅੰਬਰਸਰੀ ਜੁੱਤੀ। ਤੇਰੀ ਗੁੱਟ ਤੇ ਬੱਜੀ ਘੜੀ ਵਕਤ ਤੋਂ ਅੱਗੇ ਪਿੱਛੇ ਚਲਦੀ ਹੋਵੇਗੀ। ਆਹ ਮੇਰੇ ਗੁੱਟ ਤੇ ਬੱਦੀ ਘੜੀ, ਤੇਰੀ ਗੁੱਟ ਤੇ ਤੇਰੇ ਗੁੱਟ। ਬੱਜੀ ਘੜੀ ਵਾਹ। ਵਕਤ ਤੋਂ ਅੱਗੇ ਪਿੱਛੇ ਚਲਦੀ ਹੋਵੇਗੀ। ਹੁਣ ਪੁਰਜ਼ੇ ਨਹੀਂ ਬਦਲਦੇ ਘੜੀ ਸਾਜ਼, ਹੁਣ ਪੁਰਜ਼ੇ ਨਹੀਂ ਬਦਲਦੇ ਘੜੀ ਸਾਜ਼, ਅਸੀਂ ਇੱਥੇ ਘੜੀਆਂ ਹੀ ਬਦਲ ਲੈਂਦੇ। क्या बात है, वाह वाह वाह। बहुत ਹੁਣ ਪੁਰਜ਼ੇ ਨਹੀਂ ਬਦਲਦੇ ਘੜੀ ਮੇਰੇ ਸਾਹਿਬ। ਤਾਂ ਹੁਣ ਅਸੀਂ ਇੱਥੇ ਘੜੀਆਂ ਹੀ ਬਦਲ ਲੈਂਦੇ। ਮੇਰੇ ਤਾਂ ਕੁਝ ਵੀ ਨਹੀਂ ਰਿਹਾ ਉਹ ਜਿਹਾ, ਵਾਹ ਮੇਰੇ ਵਾਹ, ਤਾਂ ਵਾਹ। ਕੁਝ ਵੀ ਨਹੀਂ ਰਿਹਾ ਉਹ ਜਿਹਾ। ਕਹਿੰਦੇ ਕੁਝ ਸਿਆਣਾ ਜਾਪਦਾ, ਨਵੀਂ ਸਵੇਰ ਦੀ ਆਸ ਵਿੱਚ ਆਪਣਾ ਨਾੜੂ ਵੱਢ ਆਇਆ, ਕੀ ਛੱਡ ਆਇਆ। ਵਾਹ हम्म, ਵਾਹ ਵਾਹ ਕਹਿੰਦੇ ਕੁਝ ਸਿਆਣਾ ਜਾਪਦਾ ਨਵੀਂ ਸਵੇਰ ਦੀ ਆਸ ਵਿੱਚ ਆਪਣਾ ਨਾੜੂ ਵੱਢ ਆਇਆ, ਕੀ ਛੱਡ ਆਇਆ। ਤੀਜੀ ਪੀੜੀ ਵੱਲ ਵੱਧ ਰਹੀ ਮੇਰੀ ਵਾਹ। ਧੌਲੀ ਵੇਲ, ਵਾਹ 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 ਤੀਜੀ ਪੀੜੀ ਵੱਲ ਵੱਧ ਰਹੀ ਮੇਰੀ ਧੌਲੀ ਵੇਲ। ਇੰਨਾ ਕੁ ਹੀ ਹੋਣਾ ਹੈ ਤੇਰਾ ਮਹਿੰਦੀ ਵਾਲਾ ਬੂਟਾ ਵੀ। क्या बात, ਤੀਜੀ ਪੀੜੀ ਵੱਲ ਵੱਧ ਰਹੀ ਮੇਰੀ ਧੌਲੀ ਵੇਲ। ਇੰਨਾ ਕੁ ਹੀ ਹੋਣਾ ਹੈ ਤੇਰਾ ਮਹਿੰਦੀ ਵਾਲਾ ਬੂਟਾ ਵੀ। ਮੈਨੂੰ ਕਿਤੇ ਮਿਲੀ ਸਿਆਣ ਲਵੀ, हाँ हम्म, ਮੈਨੂੰ ਮਿਲੀ ਸਿਆਣ ਕਿਤੇ ਲਵੀਂ। ਮਿਲੀ ਸਿਆਣ ਲਵੀ। ਮੈਂ ਤੈਨੂੰ ਸਿਆਣ ਹੀ ਲਵਾਂਗਾ, ਅਸੀਂ ਫੇਰ ਚੱਲਾਂਗੇ ਉਸ ਲਵ ਪੁਆਇੰਟ ਤੇ ਆਖਰੀ ਫੋਟੋ ਖਿਚਵਾਉਣ। ਪਹਿਲੀ ਕਰਾਮਾਤ ਦੁਹਰਾਉਣ, ਪਹਿਲੀ ਕਰਾਮਾਤ ਦੁਹਰਾਉਣ, ਪਹਿਲੀ वाह ਕਰਾਮਾਤ। वाह वाह वाह, ਧੰਨਵਾਦ। ਬਹੁਤ ਖੂਬ स्वामी जी ਬਹੁਤ ਸੋਹਣਾ। ਲਹਿੰਦੇ ਪੰਜਾਬ ਦੇ ਬਹੁਤ ਸੋਹਣੇ ਸ਼ਾਇਰ ਅਫਜ਼ਲ ਸਾਹਿਲ ਜੀ ਵੀ ਬਹੁਤ ਵਡਿਆਰੇ ਨੇ, ਕਹਿ ਰਹੇ ਨੇ ਬਹੁਤ ਸੋਹਣੀਆਂ ਨਜ਼ਮਾਂ स्वामी जी। ਅਫਜ਼ਲ ਸਾਹਿਲ ਤੁਹਾਨੂੰ ਪਤਾ ਹੈ ਕਿ ਆਪ ਬਹੁਤ ਸੋਹਣੀ ਜੀ ਲਿਖਦਾ ਕਿਆ ਹੈ ਬਾਤ ਨੇ ਯਾਰ, ਤੇ ਉਹਦਾ ਕਮਾਲ ਦੇ ਪ੍ਰੋਗਰਾਮ ਸ਼ਾਇਰ ਨੇ। ਸਾਡੇ ਲਈ ਬੜਾ ਧੰਨ ਭਾਗ ਹੈ। ਔਰ स्वामी जी ਦੀ ਖਾਤਰ ਸ਼ਾਇਦ ਅੱਜ ਖਾਸ ਤੌਰ ਤੇ ਬੈਠੇ ਨੇ, ਕਿਉਂਕਿ ਉਹਨਾਂ ਨੂੰ ਵੀ ਵੇਲੇ ਦਾ ਬੜਾ ਮਸਲਾ ਹੁੰਦਾ ਹੈ, ਕਿਉਂਕਿ ਰੇਡੀਓ ਤੇ ਵੀ ਬੜੀ ਦੁਨੀਆ ਤੋਂ ਲੈ ਕੇ ਨਾਲ ਬਿਲਕੁਲ। ਟੁਰਦਾ ਹੈ ਜੀ। ਤੇ ਮੈਂ ਜਦੋਂ ਉਹਨਾਂ ਦਾ ਪ੍ਰੋਗਰਾਮ ਸੁਣਨਾ ਤੇ ਵੇਖਣਾ ਕਿ ਉਹ ਪੂਰੀ ਤਰਬੀਅਤ ਕਰ ਰਹੇ ਹੁੰਦੇ ਨੇ, ਇੱਕ ਨਸਲ ਦੀ ਉਹਨੂੰ ਮਾਂ ਬੋਲੀ ਨਾਲ ਜੋੜ ਰਹੇ ਹੁੰਦੇ ਨੇ। ਤੇ ਐਸੇ ਲੋਕਾਂ ਨੂੰ ਸਲਾਮ ਹੈ ਕਿਆ ਬਾਤ ਹੈ। ਜਿਹੜੇ ਦੋ ਪਾਸੇ ਬੈਠੇ ਮਾਂ ਬੋਲੀ ਦੇ ਬੂਟੇ ਨੂੰ ਦਰਖਤ ਬਣਾ ਰਹੇ ਨੇ। ਜਿਵੇਂ ਤੁਸੀਂ ਦੱਸਿਆ ਫੋਟੋ 'ਚ ਕਿਆ ਮੌਜੂਦ ਬਾਤ ਜਿਹੜੇ ਜੀ, ਉਹ ਇਹ ਵੀ ਮਾਂ ਬੋਲੀ ਨੂੰ ਇੱਥੋਂ ਤੱਕ ਲੈ ਕੇ ਆਏ ਨੇ। ਉਹਨਾਂ 'ਚ ਅਫਜ਼ਲ ਸਾਹਿਬ ਦਾ ਵੱਡਾ ਨਾਂ ਹੈ। ਗਗਨ ਪੋਲੀ ਬਿਲਕੁਲ ਜੀ, ਤੁਹਾਨੂੰ ਕਹਿ ਰਹੇ ਨੇ ਬਹੁਤ ਸੋਹਣੀ ਸ਼ਾਇਰੀ ਤੁਹਾਡੀ। ਔਰ ਰਣਬੀਰ ਕੌਰ ਵੀ ਕਹਿ ਰਹੇ ਨੇ ਬਹੁਤ ਕਿ स्वामी जी बहुत अच्छे। और सोना बरीवाल भी और बहुत सारे होर दोस्त भी इस शायरी ते खुश ने। ਬਹੁਤ ते वास्ते रोज ਬਹੁਤ नेट दा ਧੰਨਵਾਦ ਸਭ ਦੋਸਤਾਂ ਅਸੀਂ ਦਾ। नेट दा नाम बना देता है। ਹਾਂ ਤੇ ਚਲੋ ਜੀ ਤੇ ਹੋ ਗਿਆ ਬਸ- ਬਸ। ਹੁਣ ਅਸੀਂ ਗੁਰਪ੍ਰੀਤ ਨਾਲ ਆਉਂਦੇ ਹਾਂ ਜੀ ਕਿ ਸਾਡੇ ਵੱਡੇ ਵੀਰ ਗੁਰਪ੍ਰੀਤ ਸਾਨੂੰ ਆਪਣੀ ਹਾਈਕੋ ਵੀ ਸੁਣਾਉਣ ਔਰ ਆਪਣੀਆਂ ਕਵਿਤਾ ਵੀ ਸਾਂਝੀਆਂ ਕਰਨ, ਤਾਂ ਕਿ ਜਿਹੜੇ ਲੋਕ ਸੁਣ ਰਹੇ ਨੇ ਉਹ ਗੁਰਪ੍ਰੀਤ ਰਾਮ ਨੂੰ ਚੁੱਪ ਕਰਕੇ ਬੈਠਿਆਂ ਵੇਖ ਰਹੇ ਨੇ। ਤੇ ਉਹਨਾਂ ਦੇ ਵਿੱਚ ਆਏ ਕਿ स्वामी जी ਤੋਂ ਬਾਅਦ ਜਿਵੇਂ ਜਗਦੀਪ ਭਾਈ ਨੇ ਸਾਰਿਆਂ ਦੀ ਵਾਰੀ ਭੋਗੀ ਔਰ ਬਹੁਤ ਅੱਗੇ ਲੈ ਗਏ ਇਸ ਅੱਜ ਦੇ ਮੰਚ ਨੂੰ। ਅਸੀਂ ਉਹਨਾਂ ਦੇ ਖਾਸ ਤੌਰ ਤੇ ਧੰਨਵਾਦੀ ਹਾਂ। ਤੇ ਹੁਣ ਗੁਰਪ੍ਰੀਤ ਵੀਰ ਜੀ ਆਪਣਾ ਖੋਲ ਲਓ ਮਾਈਕ, ਹੁਣ ਤੁਹਾਡੀ ਵਾਰੀ ਹੈ। ਬਾਬਿਓ ਕਹਿੰਦੇ ਨੇ ਬਾਬਿਆਂ ਤੋਂ ਬਗੈਰ ਬੱਕਰੀਆਂ ਨਹੀਂ ਚੱਲਦੀਆਂ। ਕਿਆ ਬਾਤ ਹੈ। ਕਵਿਤਾ ਤੁਹਾਨੂੰ ਸੁਣਾਉਣਾ। ਸਫ਼ਰ ਜੀ ਸਫ਼ਰ ਗੱਡੀ ਵਿੱਚ ਸਫ਼ਰ ਕਰਦੇ ਆ, ਕੋਈ ਸੌਂਦਾ ਹੈ, ਕੋਈ ਪੜ੍ਹਦਾ ਹੈ, ਕੋਈ ਨਾਵ ਦੀ ਸਵਾਰੀ ਨਾਲ ਗੱਲਾਂ 'ਚ ਮਗਨ ਹਾਂ। ਹੈ। ਵਾਹ ਕੋਈ ਬਾਹਰ ਖੇਤਾਂ 'ਚ ਖੜੇ ਰੁੱਖਾਂ ਨੂੰ ਪਛਾਂ ਦੌੜਦੇ ਤੱਕਦਾ ਹੈ। ਆਹਾ ਵਾਹ ਗੱਡੀ 'ਚ ਸਫ਼ਰ ਕਰਦੇ ਆ, ਕੋਈ ਸੌਂਦਾ ਹੈ, ਕੋਈ ਪੜ੍ਹਦਾ ਹੈ, ਕੋਈ ਨਾਵ ਦੀ ਸਵਾਰੀ ਨਾਲ ਗੱਲਾਂ 'ਚ ਮਗਨ ਹੈ। ਕੋਈ ਬਾਹਰ ਖੇਤਾਂ 'ਚ ਖੜੇ ਰੁੱਖਾਂ ਨੂੰ ਪਛਾਂ ਤੱਕਦੇ ਦੌੜਦੇ ਤੱਕਦਾ ਹੈ। ਆਹ, ਕਰਦੇ ਆ ਇਸ ਤਰ੍ਹਾਂ, ਕਈ ਵਾਰ ਜਾਣਾ ਹੁੰਦਾ ਹੈ ਗੱਡੀ ਨੇ ਦਿੱਲੀ। ਆਹਾ ਵਾਹ ਕਰਦੇ ਆ ਇਸ ਤਰ੍ਹਾਂ, ਕਈ ਵਾਰ ਹਾਂ। ਜਾਣਾ ਹੁੰਦਾ ਹੈ ਗੱਡੀ ਨੇ ਦਿੱਲੀ, ਪਰ ਮੁਸਾਫਰ ਕੋਈ ਪਹੁੰਚ ਜਾਂਦਾ ਹੈ ਲਾਹੌਰ। हम्म, क्या बात है। ਆਹਾ ਮੁਸਾਫਿਰ ਕੋਈ ਆਹਾ। ਪਹੁੰਚ ਜਾਂਦਾ ਹੈ ਲਾਹੌਰ, ਗੱਡੀ ਨੇ ਜਾਣਾ ਹੁੰਦਾ ਹੈ ਦਿੱਲੀ। ਤੋ ਇਹ ਕਿਆ ਸਫ਼ਰ ਹੈ, ਬੰਦਾ ਕਿਆ ਕਿੱਥੋਂ ਬਾਤ ਹੈ, ਕਿਆ ਚੱਲਦਾ ਬਾਤ ਹੈ। ਕਿੱਥੇ ਪਹੁੰਚਦਾ। ਇਸੇ ਤਰ੍ਹਾਂ ਇੱਕ ਛੋਟੀ ਜਿਵੇਂ ਫੋਟੋ स्वामी ਹੋਰਾਂ ਨੇ ਸੁਣਾਈ ਇੱਕ ਕਵਿਤਾ
ਪਿਛਲੇ ਦਿਨਾਂ 'ਚ ਸਿਰਜਣਾ 'ਚ ਛਪੀ ਇੱਕ ਕਵਿਤਾ ਹੈ ਫੋਟੋ। ਇਰਸ਼ਾਦ। ਡਾਕਟਰ ਜਗਵੀਰ ਸਿੰਘ ਆਹਾ। ਹੋਰੀ ਜਿਹੜੇ ਕੱਢਦੇ ਆ, ਜੀ, ਫੋਟੋ ਜੀ। ਕਿਤੇ ਵੀ ਖਿੱਚੀ ਜਾ ਸਕਦੀ ਹੈ। ਆਹਾ। ਫੋਟੋ ਕਿਤੇ ਵੀ ਖਿੱਚੀ ਜਾ ਸਕਦੀ ਹੈ, ਆਲਾ ਦੁਆਲਾ ਤੁਹਾਡੇ ਬੰਨੀ ਝਾਕ ਰਿਹਾ ਹੁੰਦਾ। ਆਹਾ। ਕੀ ਬਾਤ ਹੈ। ਆਹਾ। ਬੱਦਲ ਤੁਹਾਡੀ ਫੋਟੋ 'ਚ ਆ ਕੇ ਹੋਰ ਗਰਜਣ ਲੱਗਦੇ ਹਨ, ਫੁੱਲ ਹੋਰ ਆਹਾ। ਖਿੜ ਉੱਠਦੇ ਹਨ, ਰੁੱਖ ਆਪਣੀ ਸ਼ਾਨ ਨੂੰ ਦੂਰ ਤੱਕ ਲੈ ਜਾਂਦੇ ਹਨ, ਪੰਛੀ ਉਡਾਨ ਭਰਦੇ ਹਨ। ਆਹਾ। ਹੁਣੇ ਮੈਂ ਚਾਹ ਦੇ ਭਰੇ ਕੱਪ ਦੀ ਫੋਟੋ ਖਿੱਚਦਾ ਹਾਂ, ਉਸ ਵਿੱਚ ਡਬੋ ਕੇ ਖਾਧੇ ਬਿਸਕੁਟ ਦੀ ਫੋਟੋ। ਫੋਟੋ ਤਾਂ ਭਾਫਾਂ ਦੀ ਵੀ ਆ ਗਈ ਹੈ, ਬਿਸਕੁਟ ਦੇ ਉਸ ਟੁਕੜੇ ਦੀ ਵੀ ਜੋ ਚਾਹ ਵਿੱਚ ਡੁੱਬ ਗਿਆ ਸੀ। ਵਾਹ। ਜੋ ਚਾਹ ਵਿੱਚ ਡੁੱਬ ਗਿਆ ਸੀ, ਫੋਟੋ ਤਾਂ ਉਸ ਬਿਸਕੁਟ ਦੀ ਵੀ ਆ ਗਈ ਹੈ। ਪਰ ਆਪਣੇ ਹੀ ਦੇਸ਼ 'ਚ ਪਰਦੇਸੀ ਹੋਇਆ ਮਜ਼ਦੂਰਾਂ ਦਾ ਲੰਮਾ ਲਾਰਾ ਫਰੇਮ ਤੋਂ ਬਾਹਰ ਰਹਿ ਗਿਆ ਹੈ, ਜਿਸ ਨੂੰ ਅੱਜ ਕੱਲ ਨਾ ਅੰਬਰ ਦਿਸਦਾ ਹੈ, ਨਾ ਖਿੜੇ ਹੋਏ ਫੁੱਲ। ਰੁੱਖਾਂ ਹੇਠ ਰੁਕਣ ਦਾ ਸਮਾਂ ਕਦੋਂ ਹੈ ਉਹਨਾਂ ਕੋਲ। ਵਾਹ ਵਾਹ। ਆਪਣੇ ਹੀ ਦੇਸ਼ 'ਚ ਪਰਦੇਸੀ ਹੋਇਆ ਮਜ਼ਦੂਰਾਂ ਦਾ ਲੰਮਾ ਲਾਰਾ ਫਰੇਮ ਚੋਂ ਬਾਹਰ ਰਹਿ ਗਿਆ ਹੈ, ਜਿਸ ਨੂੰ ਅੱਜ ਕੱਲ ਨਾ ਅੰਬਰ ਦਿਸਦਾ ਹੈ, ਨਾ ਖਿੜੇ ਹੋਏ ਫੁੱਲ। ਰੁੱਖਾਂ ਹੇਠਾਂ ਰੁਕਣ ਦਾ ਸਮਾਂ ਕਦੋਂ ਹੈ ਉਹਨਾਂ ਕੋਲ। ਵਾਹ ਵਾਹ ਵਾਹ। ਇਹ ਸਵਾਮੀ ਹੋਰਾਂ ਦੀ ਇੱਕ ਕਵਿਤਾ ਮਜ਼ਦੂਰ, ਇਹ ਸ਼ਾਇਦ ਉਸੇ ਤੋਂ ਪ੍ਰਭਾਵਿਤ ਹੋ ਕੇ ਲਿਖੀ ਹੋਈ ਕਵਿਤਾ ਸੀ। ਇੱਕ ਇਸੇ ਤਰ੍ਹਾਂ ਦੀ ਕਵਿਤਾ ਹੋ ਰਿਹਾ ਸਾਈਕਲ ਸੈਰ। ਅੱਛਾ, ਤੁਹਾਨੂੰ ਜੀ ਇੱਕ ਫਰਮਾਇਸ਼ ਵੀ ਆ ਰਹੀ ਹੈ, ਤੁਸੀਂ ਫਸਲਾਂ ਵੀ ਸੁਣਾਣੀਆਂ, ਫਸਲਾਂ ਦੋ ਫਾਸਲਾ। ਹਾਂਜੀ ਹਾਂਜੀ ਹਾਂਜੀ, ਉਹ ਵੀ ਸਾਡੇ ਦੋਸਤ ਕਹਿ ਰਹੇ ਨੇ। ਕਵਿਤਾ ਇਹ ਹੈ ਕਿ ਉਹ, ਹਾਂਜੀ ਜੀ ਜੀ, ਕਵਿਤਾ ਇਹ ਹੈ ਕਿ ਉਹਦਾ ਵਿਜ਼ੂਅਲ ਵੱਧ ਮਹੱਤਵਪੂਰਨ ਹੈ ਸੁਣਾਉਣ ਨਾਲੋਂ। ਮਤਲਬ ਕਿਤੇ ਜੀ। ਕਿਤੇ ਨਜ਼ਮ 'ਚ ਜੇ ਆਪਾਂ ਇਸ ਹਵਾਲੇ ਨਾਲ ਗੱਲ ਕਰੀਏ ਕਿ ਕਵਿਤਾ ਅੱਜ ਕੱਲ ਸੁਣਨ ਪੜ੍ਹਨ ਦੇ ਨਾਲ ਦੇਖਣ ਵਾਲੀ ਵੀ ਹੈ। ਜਿਹੜੀ ਉਹ ਫਾਸਲਾ ਕਵਿਤਾ ਹੈ ਉਹ ਇਸੇ ਤਰ੍ਹਾਂ ਦੀ ਹੈ ਕਿ ਕੀ ਇਸ ਤਰ੍ਹਾਂ ਵੀ ਪੜ੍ਹੀ ਜਾ ਸਕਦੀ ਹੈ ਕੋਈ ਸਤਰ। ਉਹ ਸਾਰੀ ਦੀ ਸਾਰੀ ਸਤਰ ਜਿਹੜੀ ਹੈ ਉਹ ਮੈਂ ਇਕੱਠੀ ਜੋੜੀ ਹੈ ਕਿ ਇਸ ਤਰ੍ਹਾਂ ਵੀ ਪੜ੍ਹੀ ਜਾ ਸਕਦੀ ਹੈ ਕੋਈ ਸਤਰ, ਦੇਖੀ ਜਾ ਸਕਦੀ ਹੈ ਕੋਈ ਫਿਲਮ। ਇੱਕ ਦੂਜੇ ਨਾਲ ਜੁੜੇ ਰਹਿਣ ਲਈ ਬਣਦਾ ਫਾਸਲਾ ਜ਼ਰੂਰੀ ਹੈ। ਤੋ ਬਣਦਾ ਫਾਸਲਾ ਜ਼ਰੂਰੀ ਹੈ। ਮੇਰਾ ਖਿਆਲ ਮੈਂ ਤੁਹਾਡੇ ਨਾਲ ਇੱਕ ਅੱਧਾ ਮਿੰਟ ਹੀ ਜੁੜਿਆ ਰਹਿ ਸਕੂੰਗਾ। ਮੇਰੇ ਫੋਨ ਦੀ ਜਿਹੜੀ ਬੈਟਰੀ ਉਹ 1% ਰਹਿ ਗਈ ਹੈ। ਕੋਈ ਬਾਤ ਨਹੀਂ, ਦੂਰ ਬੈਠਾ, ਥੋੜਾ ਜਿਹਾ ਚਾਰਜਰ ਨਹੀਂ ਮਤਲਬ ਲੱਗ ਸਕਣਾ, तो मैं माफी चाहूंगा ते अपने। ਅੱਛਾ ਜੀ, ਇਹ ਵੀ ਨਾਲ ਨੇ ਸਾਡੀਆਂ ਮਜਬੂਰੀਆਂ ਵੀ ਔਰ ਜ਼ਰੂਰਤਾਂ ਵੀ ਔਰ ਚੀਜ਼ਾਂ ਲਿਖਣੇ ਦੇ ਬਾਵਜੂਦ ਅਸੀਂ ਆਪਣੇ ਸੁਣਨ ਵਾਲੇ ਨਾਲ ਜੁੜੇ ਹੋਏ ਹਾਂ। ਔਰ ਗੁਰਪ੍ਰੀਤ ਵੀਰ ਨੇ ਬਹੁਤ ਸੋਹਣਾ ਕਲਾਮ ਸੁਣਾਇਆ। ਜਿਹੜੇ ਦੋਸਤਾਂ ਦੀਆਂ ਫਰਮਾਇਸ਼ਾਂ ਸਨ ਅਸੀਂ ਫਿਰ ਤੇ ਰੱਖ ਲੈਂਦੇ ਹਾਂ, ਲੇਕਿਨ ਇਹ 3-4 ਲੋਕਾਂ ਨੇ ਜਗਦੀਪ ਵੀਰ ਹੋਰਾਂ ਦਾ ਕਿਹਾ ਕਿ ਉਹਨਾਂ ਦੀ ਕਵਿਤਾ ਮਾਂ ਸੁਣਨੀ ਹੈ, ਤੇ ਮਾਂ ਦੇ ਵੱਲ ਨਾਲ ਕੋਈ ਕਵਿਤਾ ਤੁਹਾਡੀ ਜੀ? ਹਾਂ, ਤੇ ਬਹੁਤ ਕਵਿਤਾਵਾਂ ਨੇ ਜੀ ਮੇਰੀਆਂ, ਕੋਈ ਇੱਕ ਅੱਛਾ, ਨਹੀਂ ਹੋਣੀ। ਵਾਹ ਵਾਹ, ਹਨਾ? ਚਲੋ ਜਿਹੜੀ, ਅੱਛਾ ਜੀ, ਜਿਹੜੇ ਮੈਂ ਸੁਣਾ ਦਿੰਦਾ ਜੀ, 2-3 ਸੁਣਾ ਦਿੰਦਾ ਜੀ ਜੀ। ਸਾਡੇ ਇੱਥੇ ਨਾ ਚਿੱਟੀ ਚੁੰਨੀ, ਬਚਪਨ ਵਿੱਚ ਮਾਂ ਨਜ਼ਰੀ ਪੈਂਦੀ, ਬਚਪਨ ਵਿੱਚ ਮਾਂ ਨਜ਼ਰੀ ਪੈਂਦੀ, ਕਿਤੇ ਮਰਗਤ ਹੋਈ ਚਿੱਟੀ ਚੁੰਨੀ ਲੱਭ ਰਹੀ। ਬਚਪਨ ਵਿੱਚ ਮਾਂ ਨਜ਼ਰੀ ਪੈਂਦੀ, ਕਿਤੇ ਮਰਗਤ ਹੋਈ ਚਿੱਟੀ ਚੁੰਨੀ ਲੱਭ ਰਹੀ। ਚੇਤੇ ਆਈ ਮੈਨੂੰ ਉਹਦੇ ਕਿੰਨੇ ਆਪਣਿਆਂ ਦੀ ਮੌਤ ਵੀ, ਚੇਤੇ ਆਈ ਮੈਨੂੰ ਉਹਦੇ ਕਿੰਨੇ ਆਪਣਿਆਂ ਦੀ ਮੌਤ ਵੀ। ਚਿੱਟੀ ਚੁੰਨੀ ਲੈਂਦੇ ਲੈਂਦੇ, ਚਿੱਟੀ ਚੁੰਨੀ ਲੈਂਦੇ ਲੈਂਦੇ ਛੋਟੀ ਉਮਰ ਵਿੱਚ ਹੀ ਮਾਂ ਦਾ ਸਿਰ ਹੀ ਚਿੱਟੀ ਚੁੰਨੀ ਹੋ ਗਿਆ ਸੀ। ਵਾਹ ਵਾਹ ਵਾਹ, ਬਹੁਤ ਬਹੁਤ ਖੂਬ ਜਗਦੀਪ ਭਾਈ, ਬਹੁਤ ਅੱਛਾ। ਇਹ ਦੋਸਤਾਂ ਨੇ ਐਵੇਂ ਨਹੀਂ ਯਾਦ ਰੱਖਿਆ ਜੀ। ਮੈਂ ਕੰਮ ਕਰਦਾ, ਮੈਂ ਹੁਣ ਬਾਈ ਪਿਤਾ ਸੁਣਾਉਂਦਾ ਫਿਰ, ਠੀਕ ਹੈ ਜਗਦੀਪ ਭਾਈ? ਤਰਫ ਟੋਕ ਰਿਹਾ ਹੈ ਨਾ, ਮੈਂ ਗੱਲ ਐ ਸੋਹਣੀ ਚੱਲਣੀ ਹੈ ਨਾ। ਨਹੀਂ, ਬਹੁਤ ਮਜ਼ਾ ਆ ਰਿਹਾ ਜੀ। ਪਿਤਾ ਇੱਕ ਕੁਦਰਤ ਦਾ ਵੀ ਸੁਭਾਅ ਹੁੰਦਾ ਹੈ, ਨੈਟ ਜੋ ਮਰਜ਼ੀ ਕਰ ਲੈ, ਲੇਕਿਨ ਮਜ਼ਾ ਆ ਗਿਆ, ਸੁਣ ਰਹੇ ਨੇ, ਮਜ਼ਾ ਆ ਰਿਹਾ ਹੈ। ਮਜਬੂਰੀਆਂ ਦੇ ਨਾਲ ਹੀ ਜ਼ਿੰਦਗੀ ਹੈ। ਹਾਂ, ਹਾਂਜੀ ਹਾਂਜੀ, ਬਿਲਕੁਲ ਜੀ। ਅੱਛਾ, ਇੱਥੇ ਨਾ ਛੋਟੀ ਜਿਹੀ ਗੱਲ ਹੈ ਆਪਣੇ ਪਾਰ ਵਾਲੇ ਦੋਸਤਾਂ ਵਾਸਤੇ, ਕਿ ਸਾਡੇ ਨਾ ਹਰਿਦੁਆਰ ਜਿਹੜਾ ਜਾਂਦੇ ਨਾ ਹੱਡੀਆਂ ਲੈ ਕੇ ਮਰੇ ਜਾਂਦੀਆਂ,
ਉੱਥੇ ਖਾਤੇ ਹਾਂਜੀ। ਲੱਗੇ ਹੁੰਦੇ ਨੇ ਬਈ ਦਾਦਾ ਪਰਦਾਦਾ, ਮਤਲਬ ਲੋਕ ਉੱਥੋਂ ਨਾ ਫੈਮਿਲੀ ਟਰੀ ਲੈ ਕੇ ਆਉਂਦੇ ਆ। ਅੱਛਾ ਜੀ। ਬਿਲਕੁਲ ਤੇ ਉਹ ਪਿਤਾ ਹਰਿਦੁਆਰ ਵਾਲੇ ਪਿਤਾ ਪੁਰਖੀ ਖਾਤਿਆਂ ਦਾ ਭਾਰ, ਹਰਿਦੁਆਰ ਵਾਲੇ ਪਿਤਾ ਪੁਰਖੀ ਖਾਤਿਆਂ ਦਾ ਭਾਰ ਉਸਦੇ ਮੋਢਿਆਂ ਤੇ ਹੈ। ਮੈਂ ਸਦਾ ਝੁਕੇ ਹੋਏ ਹੀ ਵੇਖੇ ਹਨ ਪਿਤਾ ਦੇ ਮੋਢੇ। ਕਿਆ ਬਾਤ ਹੈ। ਹਰਿਦੁਆਰ ਵਾਲੇ ਪਿਤਾ ਪੁਰਖੀ ਖਾਤਿਆਂ ਦਾ ਭਾਰ ਉਸਦੇ ਮੋਢਿਆਂ ਤੇ ਹੈ। ਮੈਂ ਸਦਾ ਝੁਕੇ ਹੋਏ ਹੀ ਵੇਖੇ ਹਨ ਪਿਤਾ ਦੇ ਮੋਢੇ। ਪਿਤਾ ਦਾ ਸਿਰ, ਪੱਗ ਅਤੇ ਮੋਢੇ ਤਿੰਨਾਂ ਦਾ ਆਪਸ ਵਿੱਚ ਕੋਈ ਤਾਲਮੇਲ ਨਹੀਂ ਹੈ। ਕਿਆ ਬਾਤ ਹੈ, ਕਿਆ ਬਾਤ ਹੈ। ਪਿਤਾ ਦਾ ਪਿਤਾ ਦਾ ਸਿਰ, ਆਹ, ਪਿਤਾ ਦਾ ਸਿਰ, ਪੱਗ ਅਤੇ ਮੋਢੇ ਤਿੰਨਾਂ ਵਾਹ। ਦਾ ਆਪਸ ਵਿੱਚ ਕੋਈ ਤਾਲਮੇਲ ਨਹੀਂ ਹੈ। ਵਾਹ। ਬਸ ਉਸਦੇ ਪੈਰ ਟਾਕੀਆਂ ਲੱਗੇ ਬੂਟਾਂ ਸਮੇਤ ਧਰਤੀ ਉਤੇ ਟਿਕੇ ਹਨ, ਵੱਡੀ ਚੱਕੀ ਦੇ ਪੁੜਾਂ। ਬਹੁਤ ਅੱਛੇ। ਵਾਹ ਵਾਹ। ਬਸ ਉਸਦੇ ਪੈਰ ਟਾਕੀਆਂ ਲੱਗੇ ਬੂਟਾਂ ਸਮੇਤ ਧਰਤੀ ਉਤੇ ਟਿਕੇ ਹਨ, ਵੱਡੀ ਚੱਕੀ ਦੇ ਪੁੜਾਂ ਵਾਂਗ। ਕੰਮਕਾਰ ਟਿੱਚ ਜਾਣਦੇ, ਕੰਮਕਾਰ ਟਿੱਚ ਜਾਣਦੇ, ਗੰਢੀਆਂ ਚੰਡੀਆਂ ਵਾਲੇ ਹੱਥ, ਜੀ ਜੀ। ਦੇਹ ਵਿੱਚ ਲੋਹਾ ਭਰੀ ਬੈਠੇ ਨੂੰ ਮੈਂ ਕਦੀ ਰੋਂਦੇ ਨਹੀਂ ਦੇਖਿਆ। ਆਹਾ। ਬਹੁਤ ਅੱਛੇ। ਵਾਹ ਵਾਹ। ਦੇਹ ਵਿੱਚ ਲੋਹਾ ਭਰੀ ਬੈਠੇ ਨੂੰ ਮੈਂ ਕਦੀ ਰੋਂਦੇ ਨਹੀਂ ਦੇਖਿਆ। ਉਸ ਨੂੰ ਮਾਂ ਵਾਂਗੂ ਨਿੱਕੀ ਨਿੱਕੀ ਗੱਲ ਤੇ ਖਿੜਖਿੜਾ ਹੱਸਦੇ ਵੀ ਨਹੀਂ ਦੇਖਿਆ। ਵਾਹ ਵਾਹ ਵਾਹ। ਕਿਆ ਬਾਤ ਹੈ, ਉਸ ਕਿਆ ਨੂੰ ਬਾਤ। ਮਾਂ ਵਾਂਗੂ ਨਿੱਕੀ ਨਿੱਕੀ ਗੱਲ ਤੇ ਖਿੜਖਿੜਾ ਹੱਸਦੇ ਵੀ ਨਹੀਂ ਦੇਖਿਆ। ਪਿਤਾ ਦੁੱਖ ਵੇਲੇ ਚੁੱਪ ਹੋ ਜਾਂਦਾ ਹੈ। ਵਾਹ ਪਿਤਾ ਦੁੱਖ ਵੇਲੇ ਚੁੱਪ ਹੋ ਜਾਂਦਾ ਹੈ। ਮੇਰੀ ਦਾਦੀ ਦੇ ਮਰਨ ਵੇਲੇ ਵੀ ਚੁੱਪ ਸੀ। ਪਿਤਾ ਦੁੱਖ ਵੇਲੇ ਚੁੱਪ ਹੋ ਜਾਂਦਾ ਹੈ। ਮੇਰੀ ਦਾਦੀ ਦੇ ਮਰਨ ਵੇਲੇ ਵੀ ਚੁੱਪ ਸੀ। ਅਥਰੂਆਂ ਦੀ ਥਾਂ ਠੰਡੀਆਂ ਤਰੇਲੀਆਂ ਛੱਡਦਾ, ਉਹ ਠੰਡਾ ਹੀ ਰਹਿੰਦਾ ਹੈ, ਕਦੀ ਗਰਮ ਨਹੀਂ ਹੁੰਦਾ। ਅਥਰੂਆਂ ਦੀ ਥਾਂ ਠੰਡੀਆਂ ਤਰੇਲੀਆਂ ਛੱਡਦਾ, ਉਹ ਠੰਡਾ ਹੀ ਰਹਿੰਦਾ ਹੈ, ਕਦੀ ਗਰਮ ਨਹੀਂ ਹੁੰਦਾ। ਮੰਗਦਾ ਰੱਖਣ ਤਾਈਂ ਬਾਲਣ ਦੀ ਥਾਂ ਪਿਤਾ ਚੁੱਲ੍ਹੇ ਵਿੱਚ ਆਪ ਲੱਗਦਾ। ਮੰਗਦਾ ਰੱਖਣ ਤਾਈਂ ਬਾਲਣ ਦੀ ਥਾਂ ਪਿਤਾ ਚੁੱਲ੍ਹੇ ਵਿੱਚ ਆਪ ਲੱਗਦਾ। ਹਰ ਵਾਰ ਮੁਲਤਵੀ ਕਰ ਦਿੰਦਾ ਆਪਣੇ ਸਫਰੀ ਸੂਟ ਦਾ ਸੁਪਨਾ। ਹਰ ਵਾਰ ਮੁਲਤਵੀ ਕਰ ਦਿੰਦਾ ਆਪਣੇ ਸਫਰੀ ਸੂਟ ਦਾ ਸੁਪਨਾ। ਮੰਡੀ ਮੁੜਿਆਂ ਤੂੰ ਮੇਰੇ ਹਿਸਾਬ ਪੁੱਛਦਾ, ਮੈਨੂੰ ਮਹਿਤਾ ਕਾਲੂ ਲੱਗਦਾ ਹੈ ਪਿਤਾ। ਜਗਦੀਪ ਭਾਈ, ਮੰਡੀ ਮੁੜਿਆਂ ਤੂੰ ਮੇਰੇ ਹਿਸਾਬ ਪੁੱਛਦਾ, ਮੈਨੂੰ ਮਹਿਤਾ ਕਾਲੂ ਲੱਗਦਾ ਹੈ ਪਿਤਾ। ਮੇਰੇ ਵੱਲੋਂ ਕੀਤੀ ਨਿੱਕੀ ਚੋਰੀ ਫੜਦਾ, ਅਣਡਿੱਠ ਕਰਦਾ। ਬਹੁਤ ਅੱਛੇ, ਬਹੁਤ ਅੱਛੇ। ਮੰਡੀ ਮੁੜਿਆਂ ਤੂੰ ਮੇਰੇ ਹਿਸਾਬ ਪੁੱਛਦਾ, ਮੈਨੂੰ ਮਹਿਤਾ ਕਾਲੂ ਲੱਗਦਾ ਹੈ ਪਿਤਾ। ਮੇਰੇ ਵੱਲੋਂ ਕੀਤੀ ਨਿੱਕੀ ਚੋਰੀ ਫੜਦਾ, ਅਣਡਿੱਠ ਕਰਦਾ। ਉਹ ਕੋਈ ਮਹਿਤਾ ਕਾਲੂ ਨਹੀਂ, ਨਾਨਕ ਨਾਮ ਲੇਵਾ ਮੇਰਾ ਪਿਤਾ ਹੈ। ਉਹ ਕੋਈ ਮਹਿਤਾ ਕਾਲੂ ਨਹੀਂ, ਨਾਨਕ ਨਾਮ ਲੇਵਾ ਮੇਰਾ ਪਿਤਾ ਹੈ। ਬਹੁਤ ਖੂਬਸੂਰਤ, ਬਹੁਤ ਵਧੀਆ। ਕੋਈ ਹੋਰ ਸੁਣਾਓ, ਕੋਈ ਤਾਂ ਹੋਰ ਸੁਣਾਓ ਸਰ ਸਵਾਮੀ ਜੀ। ਬਿਲਕੁਲ ਸੁਣਾਉਣਾ ਜੀ। ਮੇਰੇ ਖਿਆਲ ਜਗਦੀਪ ਭਾਈ ਸੁਣਾ ਦੇ, ਫਿਰ ਨਾਲ ਮੈਂ ਸੁਣਾ ਲੈਣਾ। ਕਿਵੇਂ ਰਹੇਗਾ? ਤੁਸੀਂ ਕੁਛ ਸਿੱਧਾ ਹੀ ਸੁਣਾ ਦੇਣਾ। ਮੈਂ ਸੁਣਾਵਾਂ ਜਗਦੀਪ ਭਾਈ ਤੁਸੀਂ ਸੁਣਾਓ ਜੀ, ਲੱਗੇ ਰਹਿਣੇ ਹੁਣ ਆਪਾਂ। ਹਾਂ ਨਹੀਂ, ਕੋਈ ਗੱਲ ਨਹੀਂ, ਕੋਈ ਡੋਂਟ ਵਰੀ। ਦੁੱਖਾਂ ਦੇ ਪਹਾੜ ਕਵਿਤਾ ਹੈ ਜੀ। ਦੁੱਖਾਂ ਦੇ ਪਹਾੜ। ਮਾਂ ਖੁਸ਼ ਸੀ, ਉਸਦੇ ਪੁੱਤ ਦਾ ਘਰ ਬਣ ਰਿਹਾ। ਮਾਂ ਖੁਸ਼ ਸੀ, ਉਸਦੇ ਪੁੱਤ ਦਾ ਘਰ ਬਣ ਰਿਹਾ। ਬਹੁਤ ਦੁੱਖਾਂ ਦੇ ਪਹਾੜ ਚੁੱਕੇ ਉਸ ਬੱਚੇ ਨੂੰ ਪਾਲਣ ਲਈ। ਮਾਂ ਖੁਸ਼ ਸੀ, ਉਸਦੇ ਪੁੱਤ ਦਾ ਘਰ ਬਣ ਰਿਹਾ। ਬਹੁਤ ਦੁੱਖਾਂ ਦੇ ਪਹਾੜ ਚੁੱਕੇ ਉਸ ਬੱਚਿਆਂ ਨੂੰ ਪਾਲਣ ਲਈ। ਫਰਸ਼ ਲਾਉਣ ਲੱਗੇ ਪੁੱਛਿਆ, ਮਾਂ ਕਿਹੋ ਜਿਹਾ ਪੱਥਰ ਲਾਈਏ? ਫਰਸ਼ ਲਾਉਣ ਲੱਗੇ ਪੁੱਛਿਆ, ਮਾਂ ਕਿਹੋ ਜਿਹਾ ਪੱਥਰ ਲਾਈਏ? ਉਹ ਤਾਂ ਤੁਹਾਨੂੰ ਵੱਧ ਪਤਾ ਹੈ ਅੱਜ ਕੱਲ ਦੇ ਮੁੰਡਿਆਂ ਨੂੰ। ਉਹ ਤੁਹਾਨੂੰ ਵੱਧ ਪਤਾ ਹੈ ਅੱਜ ਕੱਲ ਦੇ ਮੁੰਡਿਆਂ ਨੂੰ। ਖੁਸ਼ ਸੀ ਮਾਂ,
ਪੁੱਤ ਦਾ ਸੋਹਣਾ ਘਰ ਦੇਖ ਕੇ, ਖੁਸ਼ ਸੀ ਆਹਾ, ਮਾਂ ਦਾ ਆਹਾ, ਸੋਹਣਾ ਘਰ ਦੇਖ ਕੇ, ਥੱਲੇ ਆਹਾ, ਸੋਹਣਾ ਪੱਥਰ ਲੱਗਿਆ ਦੇਖ ਕੇ ਆਹਾ, ਉਸਨੂੰ ਲੱਗਾ ਜਿਵੇਂ ਉਸਨੇ ਦੁੱਖਾਂ ਦੇ ਪਹਾੜ ਪੈਰਾਂ ਥੱਲੇ ਕਰ ਲਏ। ਆਹਾ, ਸ਼ੁਕਰੀਆ। ਆਹਾ। ਮੈਂ ਹੋਰ ਸੁਣਾਓ ਕਿ ਕਿਹਦੀ ਸਵਾਮੀ ਇੱਕ ਤੋਂ ਹੋਰ ਸੁਣਾਓ ਜੀ ਤੁਸੀਂ। ਸੁਣਾਓ ਇੱਕ ਹੋਰ ਸੁਣਾ, ਹੋਰ ਸੁਣਾ, ਹੋਰ ਜੀ ਸੁਣਾ। ਸੁਣਾਓ ਹੋਰ ਜੀ ਸੁਣਾਓ। ਸੁਣਾਓ ਸਰ। ਜਗਦੀਪ ਭਾਈ ਸੁਣਾਓ। ਚਲੋ ਇੱਕ ਮੈਂ ਨਾ ਛੋਟੀ ਜਿਹੀ ਹੋਰ ਮਾਂ ਵਾਲੀ ਕਵਿਤਾ ਛੋਟੀ ਸੁਣਾ ਦੇਣਾ। ਜੀ। ਮਾਂ ਦੀ ਸਿਆਣਪ। ਉਹ ਮਾਂ ਦਾ ਐਸੀ ਮੈਂ ਕਿਹਾ ਸਾਰੀਆਂ ਸੁਣਾ ਆਹਾ, ਦਿੰਦਾ ਮੈਂ। ਮਾਂ ਦੀ ਸਿਆਣਪ। ਮਾਂ ਅੰਤਾਂ ਦੀ ਸਿਆਣੀ, ਮਾਂ ਅੰਤਾਂ ਦੀ ਆਹਾ, ਸਿਆਣੀ, ਉਹ ਭਲਾ ਵੀ ਕਰਦੀ, ਉਹਨੂੰ ਗੱਲ ਵੀ ਰੱਖਣੀ ਆਉਂਦੀ। ਮਾਂ ਅੰਤਾਂ ਦੀ ਆਹਾ, ਸਿਆਣੀ, ਆਹਾ, ਉਹ ਭਲਾ ਵੀ ਕਰਦੀ, ਉਹਨੂੰ ਗੱਲ ਵੀ ਰੱਖਣੀ ਆਉਂਦੀ। ਆਹਾ, ਪੁੱਛੇ ਮਾਂ ਵੀ ਪੁੱਤ ਕਿੰਨੀਆਂ ਰੋਟੀਆਂ ਖਾਣੀਆਂ, ਪੁੱਛੇ ਮਾਂ ਆਹਾ, ਵੀ ਪੁੱਤ ਕਿੰਨੀਆਂ ਰੋਟੀਆਂ ਖਾਣੀਆਂ, ਮੈਂ ਦੱਸਾਂ ਆਹਾ, ਬਸ 2 ਹੀ। ਵੇ ਆਹਾ, ਪੁੱਤ ਵੱਧ ਖਾ ਲੈ ਕੁਵੇਲੇ ਆਵੇਂਗਾ, ਵੇ ਪੁੱਤ ਵੱਧ ਆਹਾ, ਖਾ ਲੈ ਕੁਵੇਲੇ ਆਵੇਂਗਾ। ਨਹੀਂ ਮਾਂ ਬਸ 2 ਹੀ ਕਾਫੀ ਨੇ। ਮਾਂ 2 ਹੀ ਰੋਟੀਆਂ ਆਹਾ, ਬਣਾਉਂਦੀ, ਪਰ ਮੋਟੀਆਂ ਮੋਟੀਆਂ। ਸ਼ੁਕਰੀਆ। ਆਹਾ, ਆਹਾ, ਆਹਾ। ਸ਼ੁਕਰੀਆ ਸ਼ੁਕਰੀਆ। ਮੈਂ ਮੇਰੇ ਸ਼ਹਿਰ ਵਿੱਚ ਬਹੁਤ ਬਹੁਤ ਖੂਬ ਜੀ ਜਗਦੀਪ ਭਾਈ, ਹੈ। ਬਹੁਤ ਪਿਆਰਾ। ਦੋਸਤ ਵੀ ਕਹਿ ਰਹੇ ਨੇ ਕਿ ਬੜਾ ਮਜ਼ਾ ਆ ਰਿਹਾ। ਬਹੁਤ ਸਾਰੇ ਕਮੈਂਟ ਨੇ ਕਿ ਜੇ ਪ੍ਰੋਗਰਾਮ ਚੱਲਣ ਦੇ ਆ ਜੇ। ਬਿਲਕੁਲ ਜਨਾਬ ਚੱਲ ਰਿਹਾ ਪ੍ਰੋਗਰਾਮ, ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ 10 ਮਿੰਟ ਹੋਰ ਅੱਗੇ ਲੈ ਕੇ ਜਾਈਏ। ਜਿੰਨਾ ਅੱਛਾ ਕਲਾਮ ਸੁਣਨ ਨੂੰ ਮਿਲ ਰਿਹਾ ਹੈ। ਮੈਂ ਨਾ ਜਗਦੀਪ ਵੀਰ ਜੀ ਇਸ ਪਹਿਲਾਂ ਕਿ ਸਵਾਮੀ ਹੋਰਾਂ ਲਾਈਏ ਦੁਬਾਰਾ 1992 ਦੀ ਇੱਕ ਯਾਦ ਸਾਂਝੀ ਕਰਨਾ ਚਾਹੁੰਦਾ। ਜਰੂਰ ਜਰੂਰ ਸਰ ਜਰੂਰ। 1992 ਚ ਲਾਹੌਰ ਫਲੈਟੀ ਹੋਟਲ 'ਚ ਆਲਮੀ ਕਵੀ ਦਰਬਾਰ ਹੋ ਰਿਹਾ ਸੀ ਤੇ ਉਹਦੇ ਹਾਂਜੀ ਪ੍ਰਧਾਨ ਸਨ ਨਵਤੇਜ ਭਾਰਤੀ ਹੋਰੀ। ਹਾਂਜੀ ਤੇ ਹਾਂਜੀ ਆਹਾ, ਸਰ। ਮੈਂ ਉਦੋਂ ਗਵਰਨਮੈਂਟ ਕਾਲਜ ਪੜ੍ਹਦਾ ਸਾਂ ਤੇ ਪੰਜਾਬੀ ਬਜਟ ਦਾ ਸਦਰ ਸਾਂ, ਤੇ ਉਹ ਮੈਨੂੰ ਵੀ ਮੌਕਾ ਮਿਲ ਗਿਆ ਉਹ 'ਚ ਆਪਣਾ ਕਲਾਮ ਸਾਂਝਾ ਕਰਨ ਦਾ। ਤੇ ਉਹ ਆਹਾ, ਉੱਥੇ ਮੈਂ ਨਜ਼ਮਾਂ 2 ਸੁਣਾਈਆਂ ਤੇ ਨਵਤੇਜ ਭਾਰਤੀ ਨੇ ਉੱਠ ਕੇ ਆ ਕੇ ਮੇਰੇ ਕੋਲ ਨਲਾਸ਼ਰੀ ਦਿੱਤੀ, ਗੱਲ ਨਾਲ ਲਾਇਆ। ਉਹ ਮੈਨੂੰ ਕਦੀ ਭੁੱਲਿਆ ਨਹੀਂ। ਉਹਦੇ ਨਾਲ ਉਦੋਂ ਮੈਂ ਖੁੱਲੀ ਨਜ਼ਮ ਤੇ ਨਾ ਵਾਕਫ ਨਹੀਂ ਸਾਂ। ਮੈਂ ਸਮਝਦਾ ਸਾਂ ਕਿ ਸ਼ਾਇਰੀ ਇਹ ਹੀ ਹੁੰਦੀ ਹੈ ਜਿਹੜੀ ਪਾਬੰਦ ਜਾਂ ਕਿਸੇ ਮੀਟਰ 'ਚ। ਉੱਥੇ ਮਨਜੀਤ ਆਹਾ, ਟਵਾਣਾ ਨੂੰ ਨਾਂ ਯਾਦ ਹੈ ਅੱਜ ਵੀ। ਮਨਜੀਤ ਟਵਾਣਾ। ਮਨਜੀਤ ਟਵਾਣਾ ਹੋਰੀ ਆਏ ਸਨ। ਉਹ ਜਿਵੇਂ ਤੁਸੀਂ ਫੋਟੋ 'ਚ ਕਿਹਾ ਸਵਾਮੀ ਹਰਾਂ ਨੇ ਕਿ ਹੁਣ ਪਤਾ ਨਹੀਂ ਉਹ ਕਿਵੇਂ ਦੇ ਹੋਣਗੇ ਔਰ ਪਛਾਣੇ ਵੀ ਜਾਣਗੇ ਕਿ ਨਹੀਂ ਪਛਾਣੇ ਜਾਣਗੇ। ਉਹ ਜਿਹੜੇ ਬੱਦਲ ਸਨ ਉਹ ਵੀ ਖਰੇ ਕਿੱਥੇ ਗਏ। ਉਹਨਾਂ ਨੇ ਉਦੋਂ ਪੜ੍ਹੀ ਇੱਕ ਨਜ਼ਮ, ਉਹ ਨਾ ਉਹਨਾਂ ਦੀ ਮੈਨੂੰ ਸ਼ਕਲ ਭੁੱਲੀ 30 ਸਾਲ ਤੇ ਨਾ ਉਹ ਨਜ਼ਮ। ਬਿਲਕੁਲ ਛੋਟੀ ਇੱਕ ਕਵਿਤਾ ਹੈ ਕਿ ਜੁਗਨੂ ਆਹਾ, ਰਸਤਾ ਦੱਸਣ ਜੋਗੇ ਨਹੀਂ ਹੁੰਦੇ। ਆਹਾ, ਜੁਗਨੂ ਕੋਈ ਰਸਤਾ ਦੱਸਣ ਆਹਾ, ਜੋਗੇ ਨਹੀਂ ਹੁੰਦੇ। ਇਹ ਤੇ ਬਸ ਆਹਾ, ਦੱਸਦੇ ਨੇ, ਇਹ ਤੇ ਬਸ ਇੰਨਾ ਦੱਸਦੇ ਨੇ ਭਈ ਰਾਤ ਹੈ। ਬਹੁਤ ਅੱਛਾ ਆਹਾ, ਬਹੁਤ ਅੱਛਾ। ਆਹਾ। ਜੁਗਨੂ ਕਿਆ ਕੋਈ ਬਾਤ ਰਸਤਾ ਹੈ, ਦੱਸਣ ਜੋਗੇ ਨਹੀਂ ਹੁੰਦੇ। ਇਹ ਤੇ ਬਸ ਕਿਆ ਇੰਨਾ ਬਾਤ ਹੈ। ਦੱਸਦੇ ਨੇ ਭਈ ਰਾਤ ਹੈ। ਹਮ, ਉਹ ਯਕੀਨ ਮੰਨੋ ਮੇਰੀ ਰੂਹ ਤੇ ਕਿਤੇ ਲਿਖੇ ਨੇ ਇਹ ਸ਼ਬਦ, ਮੈਂ ਉਸ ਤੋਂ ਬਾਅਦ ਕਦੀ ਸੁਣੇ ਨਹੀਂ। ਲੇਕਿਨ ਜੇ ਇਹ ਨਜ਼ਮ ਦਾ ਕਮਾਲ ਹੈ, ਜਿਵੇਂ ਸਵਾਮੀ ਅੰਤਰ ਨੈਰਵ ਨੇ ਔਰ ਜਗਦੀਪ ਵੀਰ ਨੇ ਮਾਂ ਦੇ ਹਵਾਲੇ ਨਾਲ ਧੀ ਦੇ ਹਵਾਲੇ ਨਾਲ ਅੱਜ ਸਾਡਾ ਵਿਜ਼ਨ ਵੱਡਾ ਕੀਤਾ। ਕੁਝ ਜਦੋਂ ਅਸੀਂ ਮਾਂ ਨੇ ਆਪਣੀ ਧੀ ਨੂੰ ਵੇਖਾਂਗੇ ਤਾਂ ਹੋਰ ਰੰਗ ਨਾਲ ਇੱਕ ਸੁਭਾਅ ਸਾਹਮਣੇ ਆਏਗਾ। ਤੇ ਸਵਾਮੀ ਨਾਲ ਜਿਹੜੀ ਫੋਟੋ ਹੀ ਸਾਨੂੰ ਉਲਝਾਤਾ ਹੈ ਕਿ ਹੁਣ ਅਸੀਂ ਹਜ਼ਾਰਾਂ ਫੋਟੋ ਵੇਖਦੇ ਸਾਂ, ਹੁਣ ਸ਼ਾਇਦ ਕਿਸੇ ਇੱਕ ਨੂੰ ਵੇਖਣ 'ਚ 2 ਮਹੀਨੇ ਲੱਗ ਜਾਣ, ਕਿਉਂਕਿ ਤਾਂ ਫੋਟੋ ਦੀ ਯਾਦ ਨਗਾਰੀ ਸਾਨੂੰ ਦੱਸਦੀ ਕਿ ਉਹਦੇ 'ਚ ਕੀ ਕੀ ਸ਼ੈਵਾਂ ਨੇ। ਵਸਦੇ ਰਹੋ ਸਵਾਮੀ ਜੀ, ਹੋਰ ਅਤਾ ਕਰੋ, ਬਹੁਤ ਮਜ਼ਾ ਆ ਰਿਹਾ ਹੈ। ਬਹੁਤ ਧੰਨਵਾਦ। ਮੇਰੇ ਇਲਾਕੇ ਦੇ ਲੋਕ, ਆਹਾ ਵਾਹ ਵਾਹ। ਮੇਰੇ ਇਲਾਕੇ ਦੇ ਲੋਕ ਮੰਦਰ ਨਹੀਂ ਜਾਂਦੇ, ਗੁਰਦੁਆਰੇ ਨਹੀਂ ਜਾਂਦੇ, ਰੱਬ ਉੱਤੇ ਭਰੋਸਾ ਰੱਖਦੇ, ਭੁੱਖ ਰੱਖ ਕੇ ਖਾਂਦੇ, ਕਦੀ ਬਿਮਾਰ ਨਹੀਂ ਹੁੰਦੇ। ਆਹਾ ਵਾਹ 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 ਵਾਹ। ਮੇਰੇ ਇਲਾਕੇ ਦੇ ਲੋਕ ਮੰਦਰ ਨਹੀਂ ਜਾਂਦੇ, ਗੁਰਦੁਆਰੇ ਨਹੀਂ ਜਾਂਦੇ, ਰੱਬ ਉੱਤੇ ਭਰੋਸਾ ਰੱਖਦੇ, ਭੁੱਖ ਰੱਖ ਕੇ ਖਾਂਦੇ, ਕਦੀ ਬਿਮਾਰ ਨਹੀਂ ਹੁੰਦੇ। ਡਾਕਟਰ ਕੋਲ ਨਹੀਂ ਜਾਂਦੇ, ਆਹਾ ਡਾਕਟਰ ਕੋਲ ਨਹੀਂ ਜਾਂਦੇ, ਹਸਪਤਾਲ ਨਹੀਂ ਜਾਂਦੇ, ਦਵਾਈ ਲੈਣ ਨਹੀਂ ਜਾਂਦੇ। ਬਹੁਤ ਵਧੀਆ। ਡਾਕਟਰ ਕੋਲ ਨਹੀਂ ਜਾਂਦੇ, ਹਸਪਤਾਲ ਨਹੀਂ ਜਾਂਦੇ, ਦਵਾਈ ਲੈਣ ਨਹੀਂ ਜਾਂਦੇ, ਮਰਨ ਵੇਲੇ ਮਰ ਜਾਂਦੇ। ਆਹਾ ਵਾਹ ਵਾਹ ਕਿਆ ਖੂਬ। ਡਾਕਟਰ ਕੋਲ ਨਹੀਂ ਜਾਂਦੇ, ਹਸਪਤਾਲ ਨਹੀਂ ਜਾਂਦੇ, ਦਵਾਈ ਲੈਣ ਨਹੀਂ ਜਾਂਦੇ, ਮਰਨ ਵੇਲੇ ਮਰ ਜਾਂਦੇ। ਤੋ ਮੁਕਾਬਲਾ ਤਲਵਾਰ ਨਾਲ ਕਰਦੇ।
ਤੋਪ ਦਾ ਮੁਕਾਬਲਾ ਤਲਵਾਰ ਨਾਲ ਕਰਦੇ, ਤਲਵਾਰ ਦਾ ਸੋਟੀ ਨਾਲ, ਸੋਟੀ ਹਾਂ। ਵਾਲੇ ਨਿਹੱਥੇ ਬੰਦੇ ਦਾ ਮੁਕਾਬਲਾ ਚੁੱਪ ਨਾਲ ਕਰਦੇ। ਕਿਆ ਬਾਤ। ਬਹੁਤ ਅੱਛਾ। ਵਾਹ ਵਾਹ ਤੋਪ ਵਾਹ ਦਾ ਵਾਹ। ਮੁਕਾਬਲਾ ਤਲਵਾਰ ਨਾਲ ਕਰਦੇ, ਤਲਵਾਰ ਦਾ ਸੋਟੀ ਨਾਲ, ਸੋਟੀ ਵਾਲੇ ਦਾ ਨਿਹੱਥੇ ਬੰਦੇ ਦਾ ਮੁਕਾਬਲਾ ਚੁੱਪ ਨਾਲ ਕਰਦੇ। ਚੁੱਪ ਵਾਹ। ਅੱਗੇ ਹਮੇਸ਼ਾ ਹਾਰਦੇ ਰਹੇ ਹਨ ਮੇਰੇ ਇਲਾਕੇ ਦੇ ਲੋਕ। ਵਾਹ 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 ਵਾਹ, ਬਹੁਤ ਖੂਬ ਬਹੁਤ ਅੱਛਾ। ਸਵਾਮੀ ਜੀ, ਬਹੁਤ ਸੋਹਣਾ। ਚੁੱਪ ਅੱਗੇ ਹਮੇਸ਼ਾ ਹਮੇਸ਼ਾ ਹਾਰਦੇ ਰਹੇ ਹਨ ਮੇਰੇ ਇਲਾਕੇ ਦੇ ਲੋਕ। ਵਾਹ ਇੱਥੇ ਵਾਹ ਵਾਹ। ਫਲ ਦੇਣੇ ਰੁੱਖਾਂ ਦੇ ਤਣੇ ਲੱਖ ਹੁੰਦੇ ਕਮਰ। ਇੱਥੇ ਬਹੁਤ ਫਲ ਦੇਣੇ ਰੁੱਖਾਂ ਦੇ ਤਣੇ ਲੱਖ ਹੁੰਦੇ, ਜੜਾਂ ਪੈਰ ਗੰਢਾਂ ਮੋਢੇ। ਆਹਾ। ਇੱਥੇ ਫਲ ਦੇਣੇ ਰੁੱਖਾਂ ਦੇ ਤਣੇ ਲੱਖ ਹੁੰਦੇ, ਜੜਾਂ ਪੈਰ ਗੰਢਾਂ ਮੋਢੇ, ਟਾਹਣੀਆਂ ਬਾਹਾਂ ਹੱਥ, ਮਿੱਟੀ ਵਿੱਚ ਦੱਬੀਆਂ ਜੜਾਂ ਰੁੱਖ ਦਾ ਸਿਰ ਹੁੰਦੀਆਂ। ਬਹੁਤ ਵਾਹ ਅੱਛਾ। ਵਾਹ ਵਾਹ। ਮਿੱਟੀ ਵਿੱਚ ਦੱਬੀਆਂ ਵਧੀਆ ਹਜ਼ੂਰ। ਜੜਾਂ ਰੁੱਖ ਦਾ ਸਿਰ ਹੁੰਦੀਆਂ, ਕੋਈ ਨਹੀਂ ਵੱਢਦਾ ਰੁੱਖਾਂ ਦੇ ਹੱਥ ਪੈਰ। ਕਿਆ ਬਾਤ। ਬਹੁਤ ਅੱਛਾ। ਵਾਹ ਵਾਹ ਕੋਈ ਵਾਹ। ਨਹੀਂ ਵੱਢਦਾ ਰੁੱਖਾਂ ਦੇ ਹੱਥ ਪੈਰ। ਸਾਂਗ ਕੋਈ ਨਹੀਂ ਵੱਢਦਾ ਰੁੱਖਾਂ ਦੇ ਹੱਥ ਪੈਰ। ਛਾਂਗ ਸਾਂਭ ਨੂੰ ਨਹੁੰ ਵੱਢਣਾ ਅੜਕਾਂ ਕੱਢਣਾ ਕਹਿੰਦੇ। ਆਹਾ। ਵਾਹ ਵਾਹ। ਕੋਈ ਨਹੀਂ ਵੱਢਦਾ ਰੁੱਖਾਂ ਦੇ ਹੱਥ ਬਹੁਤ ਵਧੀਆ। ਪੈਰ। ਛਾਂਗ ਸਾਂਭ ਨੂੰ ਨਹੁੰ ਵੱਢਣਾ ਅੜਕਾਂ ਕੱਢਣਾ ਕਹਿੰਦੇ। ਤਿਉਹਾਰ ਵਾਲੇ ਦਿਨ ਨਾ ਫਲ ਦੇ ਰੁੱਖ ਨੂੰ ਘਰ ਦਾ ਛੋਟਾ, ਤਿਉਹਾਰ ਵਾਲੇ ਦਿਨ ਨਾ ਫਲ ਦੇ ਰੁੱਖ ਨੂੰ ਘਰ ਦਾ ਛੋਟਾ, ਕੁਹਾੜੀ ਨਾਲ ਵੱਢਣ ਦਾ ਨਾਟਕ ਪਾਉਂਦਾ। ਆਹਾ। ਤਿਉਹਾਰ ਵਾਲੇ ਦਿਨ ਨਾ ਫਲ ਦੇ ਰੁੱਖ ਨੂੰ ਘਰ ਦਾ ਛੋਟਾ, ਕੁਹਾੜੀ ਨਾਲ ਵੱਢਣ ਦਾ ਨਾਟਕ ਪਾਉਂਦਾ, ਉੱਚੀ ਬੋਲਦਾ ਗਾਲਾਂ ਕੱਢਦਾ ਧਮਕਾਉਂਦਾ। ਬਹੁਤ ਅੱਛਾ। ਘਰ ਦਾ ਛੋਟਾ ਕੁਹਾੜੀ ਨਾਲ ਵੱਢਣ ਦਾ ਨਾਟਕ ਪਾਉਂਦਾ, ਉੱਚੀ ਬੋਲਦਾ ਗਾਲਾਂ ਕੱਢਦਾ ਧਮਕਾਉਂਦਾ। ਘਰ ਦਾ ਵਡੇਰਾ ਰੁੱਖ ਵੱਲੋਂ ਮਾਫੀ ਮੰਗਦਾ, ਘਰ ਦਾ ਵਡੇਰਾ ਰੁੱਖ ਵੱਲੋਂ ਮਾਫੀ ਮੰਗਦਾ, ਐਤਕੀ ਫਲਣ ਦੀ ਗਵਾਹੀ ਭਰਦਾ ਆਣ ਛੁਡਾਉਂਦਾ। ਵਾਹ ਵਾਹ ਵਾਹ। ਘਰ ਦਾ ਵਡੇਰਾ ਰੁੱਖ ਵੱਲੋਂ ਮਾਫੀ ਮੰਗਦਾ, ਐਤਕੀ ਫਲਣ ਦੀ ਗਵਾਹੀ ਭਰਦਾ ਆਣ ਛੁਡਾਉਂਦਾ। ਸੱਚੀ ਮੁੱਚੀ ਬਿਰਖ ਐਤਕੀ ਫਲ ਜਾਂਦਾ, ਸੱਚੀ ਮੁੱਚੀ ਬਿਰਖ ਐਤਕੀ ਫਲ ਜਾਂਦਾ। ਵਾਹ ਬਹੁਤ ਵਾਹ। ਬਹੁਤ ਬਹੁਤ ਵਧੀਆ ਸਵਾਮੀ ਜੀ। ਗੁੱਡ। ਬਹੁਤ ਅੱਛੇ ਸਵਾਮੀ ਜੀ, ਕਿਆ ਬਾਤ। ਨਰਿੰਦਰਪਾਲ ਕੰਗ ਜੀ ਕਹਿ ਰਹੇ ਨੇ ਕਿ ਸਵਾਮੀ ਦਾ ਕੋਈ ਆਵਾਜ਼ ਨਹੀਂ ਆ ਰਹੀ ਹੈ ਮੈਨੂੰ। ਨਰਿੰਦਰ ਜੀ ਕਹਿ ਰਹੇ ਨੇ, ਆਵਾਜ਼ ਨਹੀਂ ਆ ਰਹੀ ਹੈ। ਨਰਿੰਦਰਪਾਲ ਕੰਗ ਜੀ ਕਹਿ ਰਹੇ ਨੇ ਕਿ ਨਹੀਂ ਮੈਂ ਨਹੀਂ ਕੋਈ ਸੁਣ ਪਾ ਦਿਮਾਗ ਰਿਹਾ। ਨਹੀਂ ਹੈ। ਤੇ ਤੁਹਾਨੂੰ ਆ ਰਹੀ ਜਗਦੀਪ ਜੀ ਆਵਾਜ਼ ਵੀਰ ਜੀ? ਆ ਰਹੀ ਹੈ ਜੀ, ਬਿਲਕੁਲ ਆ ਰਹੀ ਹੈ ਸਰ। ਉਹਨਾਂ ਨੂੰ ਨਹੀਂ ਜਾ ਰਹੀ ਸਵਾਮੀ ਹੋਰਾਂ ਨੂੰ, ਤੇ ਉਹਨਾਂ ਦੇ ਕਮੈਂਟਸ ਆਵਾਜ਼ ਬਹੁਤ ਨਹੀਂ ਆ ਰਹੀ, ਕੀ ਚੱਕਰ ਹੈਗਾ? ਤੇ ਸੁਣ ਪਾ ਰਹੇ ਹੋ? ਨਰਿੰਦਰਪਾਲ ਕਹਿ ਰਹੇ ਨੇ ਕਿ ਇੱਕ ਨਜ਼ਮ ਜਗਦੀਪ ਹੋਰਾਂ ਕੋ ਹੋਰ ਸੁਣ ਲਓ ਭਾਜੀ। ਅਸੀਂ ਹੋ ਸਕਦਾ ਦੋ ਸੁਣਨੀ ਹੋਣ, ਤੇ ਇੱਕ ਤੁਹਾਡੇ ਨਾਂ ਦੀ, ਇੱਕ ਅਸੀਂ ਆਪ ਸੁਣਾਂਗੇ। ਚਲੋ ਜੀ, ਮੈਂ ਇਹ ਨਜ਼ਮ ਆ ਰਹੀ ਹੈ ਸਵਾਮੀ ਜੀ? ਸਰ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਆ ਰਹੀ ਹੈ। ਸਾਨੂੰ ਆ ਰਹੀ ਹੈ। ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ। ਮੈਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ। ਮੈਂ ਦੁਬਾਰਾ ਤੋਂ ਲੈਣਾ ਜੀ, ਦੁਬਾਰਾ ਲੈਣਾ। ਹੁਣ ਦੇਖੋ ਜੀ, ਆ ਰਹੀ ਹੈ? ਹੁਣ ਆ ਰਹੀ ਹੈ ਸਵਾਮੀ ਜੀ? ਚਲੋ ਬਸ ਚਲੋ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਬੋਲੇ ਵੀ ਗੱਲਾਂ ਕਰਦੇ ਨੇ, ਚੱਲੇਗਾ। ਬਿਲकुल ठीक है। वाह जी सर। चलो मैं एक नज़म सुना के फिर नज़म आई गुजरात। जी जी। ये नज़म मैं थोड़ी सुनाना अपना फर्ज समझदा है ना। गुजरात जद होया सी जद नेरा, गुजरात जद होया सी नेरा, गुजरात दी ये रात ता तो पिछे नहीं अगे दिसदी। गुजरात जद होया सी नेरा, गुजरात दी ए रात तक तू पिछे नहीं अगे दिसदी। सागर नू किन्नी शर्म आई होवेगी, सागर नू किन्नी शर्म आई होवेगी, नेड़े होके भी कुछ ना कर सकिया। सागर नू किन्नी शर्म आई होवेगी, नेड़े होके भी कुछ ना कर सकिया। बच्चे भी ना छड्डे, बच्चे भी ना छड्डे, ਭਵਿੱਖ ਚ ਸਿਰ ਜਿਨ੍ਹਾਂ ਦੇ ਭਾਰ ਸੀ ਦੇਸ਼ ਦਾ। ਬੱਚੇ ਵੀ ਨਾ ਛੱਡੇ ਭਵਿੱਖ ਚ ਸਿਰ ਜਿਨ੍ਹਾਂ ਦੇ ਭਾਰ ਸੀ
ਦੇਸ਼ ਦਾ ਸਿਰ ਉਹਨਾਂ ਦੇ ਕੱਲੀ ਟੋਪੀ ਦੇਖੀ, ਆਹੋ ਸਿਰ ਉਹਨਾਂ ਦੇ ਕੱਲੀ ਟੋਪੀ ਦੇਖੀ, ਅੱਗ ਲੱਗੀ ਗੱਡੀ ਤੋਂ ਥੋੜੀ ਥੋੜੀ ਅੱਗ, ਅੱਗ ਲੱਗੀ ਗੱਡੀ ਤੋਂ ਥੋੜੀ ਥੋੜੀ ਅੱਗ ਇਹਨਾਂ ਆਪਣੀਆਂ ਗੱਡੀਆਂ ਲਈ ਲੈ ਲਈ, ਛੱਤ ਤੇ ਲਾਉਣ ਲਈ। ਵਾਹ ਸ਼ੁਕਰੀਆ। ਬਹੁਤ ਸ਼ੁਕਰੀਆ ਜਗਦੀਪ ਵੀਰ ਜੀ, ਦਿਲ ਤੇ ਕਰ ਰਿਹਾ ਕਿ ਹੋਰ ਸੁਣੀਏ ਤੁਹਾਡੇ ਕੋਲੋਂ, ਲੇਕਿਨ ਨੈਟ ਦਾ ਜਿਹੜਾ ਮਾਮਲਾ ਹੈ, ਔਰ ਮੇਰਾ ਦਿਲ ਹੋਏ ਕਿ ਜਗਦੀਪ ਭਾਈ ਤੋਂ ਅਸੀਂ ਬੇਨਤੀ ਕਰਾਂਗੇ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਮੰਚ ਨੇ ਇਹਦੇ ਨਾਲ ਟੁਰਨ, ਔਰ ਜਿੰਨਾ ਇਹਨਾਂ ਨੂੰ ਮਾਲਕ ਨੇ ਇੱਕ ਸ਼ਾਇਰ ਹੋਣ ਦੇ ਨਾਲ ਨਾਲ ਇੱਕ ਸੋਹਣਾ ਬੁਲਾਰ ਹੋਣ ਦਾ ਵੀ, ਵੈਸੇ ਸਵਾਮੀ ਹਰਾਂ ਵੀ ਕਮਾਲ। ਅੱਜ ਦਾ ਮੰਚ ਬੜਾ ਖਾਸ ਸੀ। ਕੱਲ ਸਾਡੇ ਇੱਥੇ ਤਾਂ ਜੀ ਪ੍ਰੋਫੈਸਰ ਰਾਸ਼ਿਦ ਹਸਨ ਰਾਣਾ ਸਾਹਿਬ ਨਵੀਂ ਨਜ਼ਮ ਦੇ ਬੜੇ ਵੱਡੇ ਸ਼ਾਇਰ ਚਲਾਣਾ ਕਰ ਗਏ ਨੇ, ਮਾਲਕ ਉਹਨਾਂ ਨੂੰ ਸਵਰਗਾਂ ਚ ਉੱਚੀ ਥਾਂ ਦੇਵੇ। ਤੇ ਉਹ ਨਜ਼ਮ ਤੋਂ ਜੋ ਵੀ ਯਾਦ ਆ ਰਹੇ ਨੇ ਕਿ ਵਾਰਿਸ ਸ਼ਾਹ ਦੇ ਬਕੌਲ ਕੇ ਵਾਰਿਸ ਸ਼ਾਹ ਸਦਾ ਹੀ ਜਿਉਂਦੇ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ। ਤੇ ਅੱਜ ਸਾਡੇ ਦੋਵਾਂ ਮੰਚਾਂ ਨੇ ਬੜਾ ਵੱਡਾ ਦਿਨ ਹੈ ਕਿ ਅਸੀਂ ਕਵਿਤਾ ਦੇ ਬੜੇ ਨਵੇਂ ਰੰਗ ਵੇਖੇ ਨੇ, ਔਰ ਬਹੁਤ ਸਾਰੇ ਸੁਣਨ ਵਾਲਿਆਂ ਦਾ ਤਾਸਰ ਵੀ ਬਦਲਿਆ ਹੋਏਗਾ ਕਵਿਤਾ ਬਾਰੇ, ਕਿ ਜਿਹੜੀ ਖੁੱਲੀ ਕਵਿਤਾ ਇਹਦੇ ਚ ਕਿੰਨਾ ਵੱਡਾ ਖਿਲਾਰ ਇਹਦਾ। ਔਰ ਮੇਰੀ ਖਾਹਿਸ਼ ਹੋਏਗੀ ਕਿ ਜਗਦੀਪ ਭਾਈ ਨਾਲ, ਸਵਾਮੀ ਜੀ ਨਾਲ ਔਰ ਗੁਰਪ੍ਰੀਤ ਨਾਲ ਇੱਕ ਪ੍ਰੋਗਰਾਮ ਅਸੀਂ ਵੱਖੋ ਵੱਖ ਕਰੀਏ ਤਾਂ ਕਿ ਸੁਣਨ ਵਾਲੇ ਮਜ਼ੀਦ ਇਹ ਇੱਕ ਤਰ੍ਹਾਂ ਨੂੰ ਟ੍ਰੇਲਰ ਸਮਝਣ। ਔਰ ਅੱਜ ਦੀ ਮੁਲਾਕਾਤ ਨੂੰ ਇਹ ਜਿਹੜਾ ਇਹਦਾ ਸਿਲਸਿਲਾ ਸਮਝਣ ਕਿ ਅੱਗੋਂ ਅਸੀਂ ਦੁਬਾਰਾ ਮਿਲਣੇ ਆ। ਤੇ ਲਓ ਜੀ, ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦਿਓ ਆਪਣੇ ਮਹਿਮਾਨ ਆਜ਼ਮ ਮਲਕ ਨੂੰ। ਬਹੁਤ ਸ਼ੁਕਰੀਆ ਜਗਦੀਪ ਵੀਰ ਜੀ ਤੁਹਾਡਾ, ਥੈਂਕ ਯੂ ਸੋ ਮਚ। ਗੁਰਪ੍ਰੀਤ ਤਰ੍ਹਾਂ ਦਾ ਜਿਹੜੇ ਉਹਨਾਂ ਦੇ ਮੋਬਾਈਲ ਸਾਥ ਛੱਡ ਗਏ, ਤੇ ਅਗਲੀ ਵਾਰੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਮੋਬਾਈਲ ਅਖੀਰ ਤੱਕ ਚੱਲੇ, ਔਰ ਅਸੀਂ ਇਸ ਪ੍ਰੋਗਰਾਮ ਨੂੰ ਮਜ਼ੀਦ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਮਸ਼ਵਰਿਆਂ ਲਈ। ਤੇ ਤੁਸੀਂ ਲਿਖਦੇ ਰਹੋ, ਇਹ ਤੁਹਾਡੇ ਕਮੈਂਟ ਜ਼ਰੂਰ ਵੇਖਣਗੇ ਜਗਦੀਪ ਵੀਰ ਜੀ ਵੀ, ਸਵਾਮੀ ਹਰੀ ਵੀ, ਔਰ ਤੁਹਾਨੂੰ ਇਹ ਜਵਾਬ ਦੇਣਗੇ। ਜਿਹੜੇ ਲੋਕ ਸਾਨੂੰ ਸੁਣ ਰਹੇ ਨੇ, ਮਹਿਬੂਬ ਸਰਮਦ ਬਹੁਤ ਆਲਾ ਸ਼ਾਇਰ ਨੇ ਲਹਿੰਦੇ ਪੰਜਾਬ ਦੇ, ਕੱਲ ਅਸੀਂ ਲੈ ਰਹੇ ਹਾਂ ਉਹਨਾਂ ਦਾ ਖਾਸ ਤੌਰ ਤੇ, ਔਰ ਅਫਜ਼ਲ ਸਾਹਿਰ ਦਾ ਅਚੇਚਾ ਧੰਨਵਾਦ ਕਿ ਉਹਨਾਂ ਟਾਈਮ ਕੱਢਿਆ ਇਸ ਪ੍ਰੋਗਰਾਮ ਲਈ। ਔਰ ਅਸੀਂ ਉਹਨਾਂ ਦੇ ਮੰਨਣ ਵਾਲੇ ਹਾਂ, ਉਹਨਾਂ ਦੀ ਸ਼ਾਇਰੀ ਤੋਂ ਮੁਤਾਸਰ ਹਾਂ, ਔਰ ਉਹਨਾਂ ਦੇ ਮਕਸਦ ਨੂੰ ਲੈ ਕੇ ਅੱਗੇ ਚੱਲ ਰਹੇ ਹਾਂ। ਲਓ ਜੀ, ਰੱਬ ਰਾਖਾ, ਇੰਸ਼ਾਅੱਲਾ ਛੇਤੀ ਮਿਲਣੇ ਆ। ਤੇ ਬਹੁਤ ਸ਼ੁਕਰੀਆ ਜਨਾਬ, ਬਹੁਤ ਸ਼ੁਕਰੀਆ। ਸ਼ੁਕਰੀਆ ਸਰ, ਸ਼ੁਕਰੀਆ, ਥੈਂਕ ਯੂ ਸੋ ਮਚ।